ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਭੈਣਾਂ ਔਰ ਵੀਰਾਂ ਦਾ ਗੁਰਮਤ ਕਲਾਸ ਵਿੱਚ ਸਵਾਗਤ ਹੈ ਜੀ। ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਭ ਮਾਈ ਭਾਈ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਤੋਂ ਪਹਿਲਾਂ 18 ਪੌੜੀਆਂ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। ਕੱਲ ਔਰ ਪਰਸੋਂ 2 ਦਿਨ ਜੋ ਅਸੀਂ ਵਿਚਾਰਾਂ ਕੀਤੀਆਂ ਨੇ, ਇਹਦੇ ਵਿੱਚ ਪਵਿੱਤਰਤਾ ਔਰ ਅਪਵਿੱਤਰਤਾ ਦੇ ਵਹਿਮ ਨੂੰ ਗੁਰੂ ਪਾਤਸ਼ਾਹ ਜੀ ਨੇ ਖੁੱਲ੍ਹ ਕੇ ਸਾਡੇ ਸਾਹਮਣੇ ਰੱਖਿਆ ਹੈ। ਖਾਸ ਕਰਕੇ ਇੱਕ ਅੰਧ ਵਿਸ਼ਵਾਸ ਜਾਂ ਵਹਿਮ ਜੋ ਔਰਤ ਨੂੰ ਮਾਹਵਾਰੀ ਆਉਂਦੀ ਹੈ, ਉਹਨਾਂ ਦਿਨਾਂ ਦੇ ਵਿੱਚ ਔਰਤ ਨੂੰ ਅਪਵਿੱਤਰ ਮੰਨ ਕੇ ਔਰ ਨੀਵਾਂ ਵਿਖਾਇਆ ਜਾਂਦਾ ਹੈ। ਗੁਰਦੇਵ ਪਾਤਸ਼ਾਹ ਨੇ ਉਸ ਚੀਜ਼ ਦਾ ਭਰਵਾਂ ਖੰਡਨ ਕੀਤਾ ਹੈ ਕਿ ਇਸ ਦੇ ਨਾਲ ਪਵਿੱਤਰਤਾ ਔਰ ਅਪਵਿੱਤਰਤਾ ਦਾ ਕੋਈ ਸੰਬੰਧ ਨਹੀਂ ਹੈ, ਕਿਉਂਕਿ ਇਹ ਇੱਕ ਰੱਬੀ ਰਜਾ ਕੁਦਰਤ ਦੇ ਨਿਯਮ ਦੇ ਅੰਦਰ ਹੈ। ਜੇ ਐਸਾ ਨਾ ਹੋਵੇ ਤਾਂ ਕੋਈ ਬੱਚਾ ਜਨਮ ਨਹੀਂ ਲੈ ਸਕਦਾ। ਅਸਲ 'ਚ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸੀ ਕਿ ਸੋਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ, ਕਿ ਅਸਲ ਸੁੱਚਾ ਉਹ ਨਹੀਂ ਹੈ ਜੋ ਪਿੰਡਾ ਧੋ ਕੇ ਬਹਿ ਜਾਏ, ਲਿਸ਼ਕ ਪੁਸ਼ਕ ਕੇ ਬਹਿ ਜਾਏ, ਲੇਕਿਨ ਹਮੇਸ਼ਾ ਕੂੜ ਬੋਲਦਾ ਰਹੇ, ਝੂਠ ਬੋਲੇ, ਠੱਗੀਆਂ ਮਾਰੇ, ਪਾਪ ਅਪਰਾਧ ਕਰੇ ਔਰ ਸਿਰਫ ਕਿਸੇ ਤੀਰਥ ਤੇ ਨਹਾ ਕੇ ਜਾਂ ਇਸ਼ਨਾਨ ਪਾਨ ਕਰਕੇ ਕਹੇ ਕਿ ਮੈਂ ਧਰਮੀ ਔਰ ਪਵਿੱਤਰ ਹਾਂ। ਇਹ ਉਹਦਾ ਇੱਕ ਵਹਿਮ ਹੈ। ਅਸਲ ਸੁੱਚੇ ਉਹ ਨੇ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਵਸ ਗਿਆ ਹੈ, ਸੱਚ ਵਸ ਗਿਆ ਹੈ, ਰੱਬ ਦੇ ਗੁਣ ਵਸ ਗਏ। ਦੂਜਾ ਵਹਿਮ ਜਗਤ ਦੇ ਅੰਦਰ ਇਹ ਪਾਇਆ ਜਾਂਦਾ ਹੈ ਕਿ ਜਦੋਂ ਕੋਈ ਬੱਚਾ ਘਰ ਵਿੱਚ ਜਨਮ ਲੈਂਦਾ ਹੈ ਤਾਂ ਉਦੋਂ ਘਰ ਵਿੱਚ ਅਪਵਿੱਤਰਤਾ ਹੋ ਜਾਂਦੀ ਹੈ। ਇਹ ਪੁਜਾਰੀ ਨੇ ਵਹਿਮ ਫੈਲਾਇਆ ਹੋਇਆ ਸੀ। ਉਹਨੂੰ ਕਹਿੰਦੇ ਸਨ ਸੂਤਕ। ਔਰ ਜਦੋਂ ਘਰ ਦੇ ਅੰਦਰ ਕੋਈ ਮੌਤ ਹੋ ਜਾਏ, ਉਸ ਨੂੰ ਕਹਿ ਦਿੰਦੇ ਸਨ ਪਾਤਕ, ਯਾਨੀ ਮੌਤ ਹੋਣ ਦੇ ਨਾਲ ਘਰ ਅਪਵਿੱਤਰ ਹੋ ਗਿਆ ਹੈ। ਗੁਰਦੇਵ ਪਾਤਸ਼ਾਹ ਨੇ ਇਸ ਚੀਜ਼ ਦਾ ਵੀ ਭਰਵਾਂ ਖੰਡਨ ਕੀਤਾ ਹੈ ਬਾ ਦਲੀਲ ਕਿ ਜੇ ਇਸ ਤਰ੍ਹਾਂ ਸੂਤਕ ਔਰ ਪਾਤਕ ਮੰਨੋਗੇ ਤਾਂ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ। ਜੋ ਘਰ ਵਿੱਚ ਤੁਸੀਂ ਪਾਥੀਆਂ ਬਾਲਦੇ ਹੋ, ਲੱਕੜਾਂ ਬਾਲਦੇ ਹੋ, ਉਹਨਾਂ ਦੇ ਵਿੱਚ ਵੀ ਕੀੜੇ ਨੇ ਜੋ ਜੰਮਦੇ ਔਰ ਮਰਦੇ ਹੀ ਰਹਿੰਦੇ ਨੇ। ਫਿਰ ਨਾਲ ਕਿਹਾ ਸੀ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕੋਈ ਵੀ ਦਾਣਾ ਜਿਹੜਾ ਹੈ ਅੰਨ ਪਾਣੀ ਦਾ, ਅੰਨ ਆਦਿਕ ਦਾ, ਉਹ ਜੀਵ ਤੋਂ ਬਿਨਾਂ ਨਹੀਂ ਹੈ। ਨਾਲ ਦੱਸਿਆ ਸੀ ਕਿ ਪਹਿਲਾ ਪਾਣੀ ਜੀਓ ਹੈ। ਸਭ ਤੋਂ ਪਹਿਲਾਂ ਪਾਣੀ ਆਪ ਹੀ ਇੱਕ ਜੀਵ ਹੈ, ਜਿਸ ਕਰਕੇ ਸਾਰਾ ਸੰਸਾਰ ਹਰਾ ਭਰਾ ਹੈ। ਤਾਂ ਇਸ ਕਰਕੇ ਗੁਰੂ ਜੀ ਨੇ ਵਚਨ ਕੀਤਾ ਸੀ ਕਿ ਸੂਤਕ ਹੀ ਹੈ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਜ਼ਬਾਨ ਦੇ ਨਾਲ ਝੂਠ ਬੋਲਣਾ, ਮਨ ਦੇ ਅੰਦਰ ਲੋਭ ਰੱਖਣਾ, ਅੱਖਾਂ ਨਾਲ ਪਰਤਰੇ ਪਰਤਨ ਰੂਪ ਨੂੰ ਮਾੜੀ ਨਜ਼ਰ ਨਾਲ ਤੱਕਣਾ, ਕੰਨਾਂ ਦੇ ਨਾਲ ਚੁਗਲੀ, ਨਿੰਦਾ ਔਰ ਝੂਠ ਆਦਿਕ ਸੁਣਨਾ, ਇਹ ਸਾਰੇ ਸੂਤਕ ਨੇ। ਇਹਨਾਂ ਤੋਂ ਆਪਣੇ ਗਿਆਨ ਇੰਦਰੀਆਂ ਨੂੰ ਬਚਾਉਣਾ ਚਾਹੀਦਾ ਹੈ। ਔਰ ਨਾਲ ਕਿਹਾ ਸੀ ਸਭੋ ਸੂਤਕ ਭਰਮ ਹੈ। ਸਾਰਾ ਸੂਤਕ ਜਿਹੜਾ ਹੈ ਉਹ ਭਰਮ ਹੈ, ਤੇ ਇਹ ਭਰਮ ਉਦੋਂ ਪੈਦਾ ਹੁੰਦਾ ਹੈ ਦੂਜੇ ਲੱਗੇ ਜਾਏ, ਜਦੋਂ ਬੰਦਾ ਰੱਬ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਵਿਕਾਰਾਂ ਵਿੱਚ ਲੱਗ ਜਾਂਦਾ ਹੈ। ਇਹੀ ਸੂਤਕ ਹੈ, ਹੋਰ ਕੋਈ ਸੂਤਕ ਨਹੀਂ ਹੈ। ਔਰ ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੈ ਧੋਏ। ਜਦੋਂ ਬੰਦੇ ਨੂੰ ਗਿਆਨ ਹੋ ਜਾਂਦਾ ਹੈ, ਝੂਠ ਸੱਚ ਦੀ ਸਮਝ ਪੈ ਜਾਂਦੀ ਹੈ, ਇਹ ਲਾ ਆਫ ਨੇਚਰ ਨੂੰ ਸਮਝਦਾ ਹੈ, ਕੁਦਰਤੀ ਨਿਯਮਾਵਲੀ ਨੂੰ ਸਮਝਦਾ ਹੈ, ਤਾਂ ਇਹਨੂੰ ਸਮਝ ਪੈ ਜਾਂਦੀ ਹੈ ਕਿ ਇਹ ਸੂਤਕ ਵਗੈਰਾ, ਪਾਤਕ ਵਗੈਰਾ, ਇਹ ਸਭ ਕੁਛ ਭਰਮ ਹੈ। ਜਨਮ ਔਰ ਮਰਨ ਇਹ ਤਾਂ ਰੱਬੀ ਹੁਕਮ ਦੇ ਅੰਦਰ ਹੈ। ਇਸ ਜਨਮ ਔਰ ਮਰਨ ਤੋਂ ਬਿਨਾਂ ਇਹ ਸ੍ਰਿਸ਼ਟੀ ਚੱਲ ਨਹੀਂ ਸਕਦੀ। ਹੁਣ ਅੱਜ ਵਾਲੀ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ। ਇਸ ਪੌੜੀ ਦੇ ਨਾਲ ਵੀ 2 ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਇਹਦੇ ਵਿੱਚ ਵੀ ਸੋਚ ਔਰ ਭੇਟ ਨੂੰ ਲੈ ਰਹੇ ਨੇ ਕਿ ਇਸ ਜਗਤ ਦੇ ਅੰਦਰ ਇੱਕ ਹੋਰ ਬਹੁਤ ਵੱਡਾ ਵਹਿਮ ਹੈ, ਸੋਚ ਦਾ ਔਰ ਭੇਟ ਦਾ। ਦੇਖੋ, ਸਫਾਈ ਰੱਖਣੀ ਇੱਕ ਵੱਖਰੀ ਗੱਲ ਹੈ, ਔਰ ਸੋਚ ਭੇਟ ਨੂੰ ਧਰਮ ਦੇ ਨਾਲ ਜੋੜਨਾ, ਰੱਬ ਦੀ ਪ੍ਰਾਪਤੀ ਨਾਲ ਜੋੜਨਾ,
ਇਹਦੇ ਰਾਹੀਂ ਆਤਮਿਕ ਜੀਵਨ ਹਾਸਲ ਕਰਨਾ, ਖੁਸ਼ੀ ਔਰ ਆਨੰਦ ਮਾਣਨਾ, ਇਹ ਇੱਕ ਸਵਾਏ ਵਹਿਮ ਤੋਂ ਕੁਛ ਨਹੀਂ ਹੈ। ਸਫਾਈ ਅਲੱਗ ਚੀਜ਼ ਹੈ, ਸੁੱਚ ਪਿੱਟ ਦਾ ਵਹਿਮ ਧਰਮ ਦੇ ਨਾਲ ਜੋੜਨਾ ਇਹ ਅਲੱਗ ਹੈ। ਪੁਜਾਰੀ ਵਰਗ ਨੇ ਬਹੁਤ ਬੁਰੀ ਤਰ੍ਹਾਂ ਮਨੁੱਖ ਨੂੰ ਇਹਨਾਂ ਵਹਿਮਾਂ ਦੇ ਅੰਦਰ ਜਕੜਿਆ ਹੋਇਆ ਸੀ। ਹੁਣ ਗੁਰਦੇਵ ਪਾਤਸ਼ਾਹ ਪੁਜਾਰੀ ਦੀ ਹੀ ਗੱਲ ਕਰ ਰਹੇ ਨੇ, ਕਿਉਂਕਿ ਜੋ ਆਮ ਜਨਤਾ ਹੈ, ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਆਮ ਜੋ ਜਨਤਾ ਹੈ ਕਿਸੇ ਵੀ ਧਰਮ ਮਜ਼ਹਬ ਨੂੰ ਮੰਨਣ ਵਾਲੀ, ਉਹਨਾਂ ਨੇ ਆਪਣੇ ਧਰਮ ਸਥਾਨ ਵਿੱਚ ਜਾਣਾ ਹੈ। ਸਿੱਖ ਗੁਰਦੁਆਰਾ ਸਾਹਿਬ ਜਾਂਦੇ ਨੇ, ਹਿੰਦੂ ਵੀਰ ਮੰਦਿਰਾਂ ਵਿੱਚ, ਮੁਸਲਮਾਨ ਮਸਜਿਦ ਵਿੱਚ, ਈਸਾਈ ਗਿਰਜਿਆਂ ਵਿੱਚ, ਆਪੋ ਆਪਣੇ ਧਰਮ ਸਥਾਨ ਵਿੱਚ ਜਾਂਦੇ ਨੇ। ਉਹਨਾਂ ਸਾਰੇ ਧਰਮ ਸਥਾਨਾਂ ਦੇ ਅੰਦਰ ਧਾਰਮਿਕ ਪੁਜਾਰੀ ਨੇ, ਧਰਮ ਪ੍ਰਚਾਰਕ ਨੇ, ਕੋਈ ਵੀ ਸ਼ਬਦ ਵਰਤ ਲਓ। ਹੁਣ ਉਹਨਾਂ ਨੇ ਸਿੱਖਿਆ ਦੇਣੀ ਹੈ। ਜੈਸੀ ਸਿੱਖਿਆ ਦੇਣਗੇ, ਜੋ ਸਰੋਤੇ ਨੇ ਉਹ ਤੇ ਸ਼ਰਧਾ ਦੇ ਨਾਲ ਗਏ ਨੇ, ਉਹ ਵੈਸੀ ਹੀ ਸਿੱਖਿਆ ਗ੍ਰਹਿਣ ਕਰਨਗੇ। ਜੋ ਪ੍ਰਚਾਰਕ ਕਹਿ ਰਿਹਾ ਹੈ, ਜੋ ਪੁਜਾਰੀ ਕਹਿ ਰਿਹਾ ਹੈ, ਕਿਉਂਕਿ ਉਹਨੂੰ ਨੀਅਤ ਕਰ ਦਿੱਤਾ ਗਿਆ ਹੈ ਕਿ ਤੂੰ ਸਾਡੇ ਧਰਮ ਦਾ ਆਗੂ ਹੈ, ਤੂੰ ਸਾਨੂੰ ਧਰਮ ਬਾਰੇ ਦੱਸਣਾ ਹੈ, ਅਸੀਂ ਕਿਰਤ ਕਰਾਂਗੇ, ਕਿਰਤ ਦੇ ਵਿੱਚੋਂ ਤੇਰੇ ਪਰਿਵਾਰ ਨੂੰ ਵੀ ਪਾਲਾਂਗੇ, ਤੈਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ, ਪਰ ਤੂੰ ਸਾਨੂੰ ਸੱਚ ਦੱਸਣਾ। ਹੁਣ ਜੇਕਰ ਉਹ ਪੁਜਾਰੀ ਹੀ ਜਾਣ ਬੁੱਝ ਕੇ ਜਾਂ ਅਗਿਆਨਤਾਵਸ਼ ਕਿਸੇ ਨੂੰ ਵਹਿਮ ਭਰਮ ਦੇ ਅੰਦਰ ਪਾ ਦੇਵੇ ਔਰ ਜਨਤਾ ਜੋ ਭੋਲੀ ਭਾਈ ਹੈ ਉਹਦੀ ਗੱਲ ਨੂੰ ਮੰਨ ਲਵੇ, ਤਾਂ ਉਹ ਕੁਰਾਹੇ ਪੈ ਜਾਏਗੀ। ਔਰ ਇਹੀ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦਾ ਦੋਸ਼ ਮੰਨਿਆ ਹੈ। ਆਪ ਉਹ ਕਹਿੰਦੇ ਨੇ ਕਿ ਇਹ ਦੋਸ਼ੀ ਨੇ ਲੋਕ। ਆਪ ਨੇ ਬਚਨ ਕੀਤਾ ਹੈ, ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇ ਜੀਨਾ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਚਾਹੀਦਾ ਸੀ ਕਾਜੀ ਨੂੰ ਕਿ ਮੁਸਲਮਾਨ ਵੀਰਾਂ ਨੂੰ ਸਿੱਧਾ ਰਾਸਤਾ ਵਿਖਾਉਂਦਾ। ਉਸ ਸਮੇਂ ਕਾਜੀ ਨਿਆਂ ਦਾ ਵੀ ਕੰਮ ਕਰਦੇ ਸਨ, ਫੈਸਲੇ ਵੀ ਕਰਦੇ ਸਨ, ਜੱਜ ਸਨ। ਤੇ ਜੇ ਰਿਸ਼ਵਤ ਲੈ ਕੇ ਇਹੀ ਹੱਕ ਗਵਾਉਣ ਲੱਗ ਜਾਣ ਤਾਂ ਫਿਰ ਹੋਰ ਨਿਆਂ ਕਿੱਥੇ ਮਿਲੇਗਾ। ਬ੍ਰਾਹਮਣ ਦਾ ਫਰਜ਼ ਸੀ ਕਿ ਹਿੰਦੂ ਵੀਰਾਂ ਨੂੰ ਉਸ ਜੀਵਨ ਦੀ ਸਹੀ ਜੁਗਤ ਦੱਸਦਾ, ਜਿਸ ਨਾਲ ਜਗਤ ਵਿੱਚ ਸ਼ਾਂਤੀ ਆਉਂਦੀ। ਪਰ ਗੁਰੂ ਜੀ ਕਹਿੰਦੇ ਨੇ ਉਹ ਤੇ ਸਿਰਫ ਤੀਰਥ ਇਸ਼ਨਾਨ ਨੂੰ ਔਰ ਜੀਵਾਂ ਦੀ ਬਲੀ ਦੇਣ ਨੂੰ ਹੀ ਧਰਮ ਮੰਨ ਬੈਠੇ। ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਨੂੰ ਚਾਹੀਦਾ ਸੀ ਕਿ ਗਿਆਨ ਰਾਹੀਂ ਆਮ ਸੰਸਾਰ ਦੇ ਮਨੁੱਖ ਨੂੰ ਜੀਵਨ ਦੀ ਐਸੀ ਜੁਗਤੀ ਦੱਸਦਾ ਕਿ ਬੰਦਾ ਗਿਆਨ ਵਾਲੀ ਜ਼ਿੰਦਗੀ ਜਿੰਦਾ। ਪਰ ਗੁਰੂ ਜੀ ਕਹਿੰਦੇ ਨੇ ਇਹਨੂੰ ਤੇ ਆਪ ਨਹੀਂ ਜੀਵਨ ਦੀ ਜੁਗਤੀ ਆਪ ਮੰਗਦਾ ਫਿਰਦਾ, ਕੰਨਾਂ ਚ ਮੁੰਦਰਾਂ ਪਾ ਕੇ, ਘਰ ਨੂੰ ਛੱਡ ਕੇ, ਸੰਸਾਰ ਦੇ ਫਰਜ਼ਾਂ ਨੂੰ ਛੱਡ ਕੇ ਆਪ ਉਜੜੇ ਪਿਆ ਹੋਇਆ। ਤਿੰਨੇ ਉਜਾੜੇ ਕਾ ਬੰਦ, ਇਹ ਤਿੰਨੇ ਹੀ ਉਜਾੜੇ ਦਾ ਕਾਰਨ ਬਣੇ ਹੋਏ ਨੇ। ਤੇ ਹੁਣ ਚੌਥੇ ਸਾਡੇ ਵਾਲੇ ਹੋ ਗਏ। ਜੇਕਰ ਸਹੀ ਸਿੱਖਿਆ ਨਹੀਂ ਦਿੰਦੇ ਤਾਂ ਹੁਣ ਇੱਥੇ ਗੁਰੂ ਜੀ ਇੱਕ ਵਿਸ਼ਵਾਸ ਦਾ ਖੰਡਨ ਕਰ ਰਹੇ ਨੇ ਕਿ ਅਸੀਂ ਪੁਜਾਰੀ ਨੂੰ ਘਰ ਵਿੱਚ ਬੁਲਾਉਂਦੇ ਹਾਂ ਕਿ ਸਾਡੇ ਘਰ ਅੱਜ ਤੋਂ ਭੋਜਨ ਛਕਣਾ ਹੈ। ਪੁਜਾਰੀ ਨੂੰ ਭੋਜਨ ਇਸ ਕਰਕੇ ਛਕਾ ਰਹੇ ਹਾਂ ਕਿ ਜੋ ਇਸ ਪੁਜਾਰੀ ਨੂੰ ਭੋਜਨ ਖਵਾਵਾਂਗੇ ਉਹਦਾ ਸਾਨੂੰ ਲਾਭ ਹੋਏਗਾ। ਪੁਜਾਰੀ ਨੂੰ ਭੋਜਨ ਛਕਾਉਣ ਦੇ ਨਾਲ ਸਾਡੇ ਘਰ ਦੇ ਰੋਗ ਦੂਰ ਹੋਣਗੇ, ਜਾਂ ਪੁਜਾਰੀ ਨੂੰ ਭੋਜਨ ਛਕਾਉਣ ਦੇ ਨਾਲ ਜੋ ਸਾਡੇ ਮਰ ਚੁੱਕੇ ਪ੍ਰਾਣੀ ਨੇ ਉਹਨਾਂ ਨੂੰ ਮਿਲੇਗਾ। ਇਸ ਲਈ ਬੜੀ ਸੁੱਚਮ ਰੱਖੀ ਜਾਂਦੀ ਹੈ। ਔਰ ਹਿੰਦੂ ਵੀਰਾਂ ਦੇ ਘਰ ਤਾਂ ਬ੍ਰਾਹਮਣ ਨੂੰ ਭੋਜਨ ਛਕਾਉਣ ਲਈ ਗਊ ਆਦਿਕ ਦੇ ਗੋਹੇ ਦਾ ਪੋਚਾ ਲਗਾਇਆ ਜਾਂਦਾ ਹੈ ਔਰ ਬਰਤਨ ਆਦਿਕ ਸਾਫ਼ ਕਰਕੇ ਸੁੱਚਾ ਭੋਜਨ ਤਿਆਰ ਕੀਤਾ ਜਾਂਦਾ ਹੈ। ਭੋਜਨ ਸਾਰੇ ਹੀ ਸੁੱਚਾ ਤਿਆਰ ਕਰਦੇ ਨੇ। ਅੱਜ ਕੱਲ ਫਰਸ਼ ਆ ਗਏ ਪੱਕੇ, ਤਾਂ ਅੱਜ ਕੱਲ ਪਹਿਲਾਂ ਗਿੱਲੀ ਟਾਕੀ ਲੋਕ ਮਾਰ ਲੈਂਦੇ ਨੇ, ਡਿਟੋਲ ਵਗੈਰਾ ਨਾਲ ਫਰਸ਼ ਸਾਫ਼ ਕਰ ਲੈਂਦੇ ਨੇ, ਫਿਰ ਉੱਤੇ ਕੋਈ ਸਾਫ਼ ਗਦੇਲਾ ਚਾਦਰ ਵਗੈਰਾ ਵਿਛਾਉਂਦੇ ਨੇ ਚਿੱਟੀ, ਉਸ ਦੇ ਉੱਤੇ ਫਿਰ ਜੋ ਪੁਜਾਰੀ ਹੈ ਉਹ ਆਣ ਕੇ ਬਹਿੰਦਾ ਹੈ। ਤਾਂ ਗੁਰੂ ਜੀ ਹੁਣ ਇੱਥੇ ਕਹਿ ਰਹੇ ਨੇ ਪਹਿਲਾਂ ਸੁੱਚਾ ਆਪ ਹੋਏ। ਜਿਹੜਾ ਪੁਜਾਰੀ ਹੈ ਪਹਿਲਾਂ ਆਪ ਸੁੱਚਾ ਹੁੰਦਾ ਹੈ, ਯਾਨੀ ਇਸ਼ਨਾਨ ਕਰਦਾ ਹੈ, ਚੰਗੇ ਸਾਫ਼ ਸੁਥਰੇ ਕੱਪੜੇ ਪਾਉਂਦਾ ਹੈ, ਸੁੱਚੇ ਬੈਠਾ ਆਏ। ਇੱਥੇ ਸੁੱਚੇ ਦਾ ਮਤਲਬ ਹੈ ਸੁੱਚੇ ਚੌਂਕੇ ਵਿੱਚ, ਜਿਹੜਾ ਚੌਂਕਾ ਬੜਾ ਸੁੱਚਾ ਕੀਤਾ ਹੋਇਆ ਹੈ। ਉਦੋਂ ਗਾਂ ਆਦਿਕ ਦੇ ਗੋਹੇ ਦਾ ਪੋਚਾ ਮਾਰ ਲੈਂਦੇ ਸਨ। ਅੱਜ ਕੱਲ ਫਨੈਲ ਹੈ, ਡਿਟੋਲ ਹੈ, ਹੋਰ ਕਈ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ
फर्श साफ किया जाता है। अज करोना के टाइम दे विच लोग सैनिटाइज कर लेंदे ने, कितना कुछ आ गया ना। उस सुच्चे चौंके दे अंदर जिहड़ा पुजारी है ब्राह्मण, वो सुच्चा हो के आप चौंके विच आके बह गया। सुच्चे अगे रखियोन, सुच्चे दा मतलब जिहड़े जजमान ने उन्होंने भी सारे टब्बर ने इशनान पान किया होया है। प्रशादा पकाने वालियां औरतां ने इशनान किया है। जिसने प्रशादा पानी छकाना है उन्होंने इशनान किया है, वो भी सुच्चे बने बैठे ने। कोई ना भिट्टियो जाए, कोई ना भिट्टियो जाए दा मतलब हाले तक वो भोजन जिहड़ा पुजारी नूं छकाना है उन्होंने किसी ने टच भी नहीं किया। ना उस चौंके विच कोई वड़िया जिथे पुजारी ने बहना, उस चादर ते कोई नहीं बैठा, ना उस भोजन नूं किसी ने हाथ लाया। हाले तक बिल्कुल सुच्चा पिया है कि सब तो पहला पुजारी नूं देना है। हुण गुरु जी कहंदे ने सुच्चे सुच्चे अगे रखियो। सुच्चे दा मतलब सुच्चे होए जजमान ने, उन्हें आन के वो भोजन पुजारी दे अगे रख दिता। कोई ना भिट्टियो जाए जिस भोजन नूं हाले तक किसी ने टच भी नहीं सी कीता, भिट्टिया नहीं सी, अपवित्र नहीं सी होया। क्योंकि जे दूजा बंदा टच करेगा तो भिट जाएगा, अपवित्र हो जाएगा, मन्निया जांदा सी ना। गुरु जी कहते हैं सुच्चे हुए जजमान ने, घर वालियां ने, जिन्हां ने इशनान पान किया होया सी, वस्त्र साफ पाए हुए सन, ते ओ अन्न जल लैके सुच्चे चौंके दे अंदर सुच्चे हुए पुजारी दे अगे रख दिता, जिस अन्न नूं किसी ने हाले हाथ तक नहीं लाया। सुच्चा होए कै जीविया। हुण ब्राह्मण बेशक इशनान पान करके आया, लेकिन उन्हें फिर हाथ धोते। हाथ धोआंदे ने ना, साडे भी हाथ धोआंदे ने भी हाथ धो लो, हाथ सुच्चे कर लो। बेशक अगला बारों धो के आया होए फिर धोआंदे ने, वह मैं ना हाथ सुच्चा होए के जीविया, दोबारा फिर हाथ धो लै। जीविया दा मतलब खान लगा, और उस पवित्र भोजन नूं पुजारी जिहड़ा सी वो खान लग पिया। जीविया दा मतलब जीविया, खाया, उन्हें भोजन खाधा। सुच्चा होए के जीविया, लगा पढ़न सलोक, ते जदों प्रशादा पानी छक लिया फिर हाथ धोते, ते फिर अपने धर्म ग्रंथ दे विचों कुछ श्लोक पढ़ दिते। रब अगे अरदास करन लई, देवते अगे अरदास करन लई कि शायद ये श्लोक पढ़न दे नाल वो विखा रहा है कि ये हुण श्लोक पढ़ दिते ने मैं, हुण तुहाडे प्राणी नूं मिल जाएगा ये प्रशादा पानी, और इहदा फल तुहानूं मिल जाएगा, ये रब दे दर ते प्रवान हो जाएगा। श्लोक पढ़ दिते। कोहथी जाई सठिया, इहनूं कोहथी नहीं पढ़ना। कोहथी, जाई दा मतलब जगह, कोहथी दा मतलब भैड़ी। हुण कोहथी जाई भैड़ी जगह किथे, सट्टिया दा मतलब सुट दिता। उस जगह ते एडे पवित्र भोजन नूं सारा टब्बर नूं वखत पिया, सवेर दे 4 बजे दे इशनान पान करदे फिरदे ने, घर सैनिटाइज कीता है, डिटोल दे नाल फर्श धोते ने, चादरां धोतियां ने, चादरां प्रैस कीतियां ने, बर्तन साफ कीते ने, लंगर पानी दा बड़ा ध्यान रखिया है भोजन बनाउण दा कि कोई टच भी ना करे, किसी दा परछावां भी ना पै जाए। उधरों पुजारी भी नहा धो के आके बह के श्लोक सलाक पढ़ के लंगर छकिया है। ते प्रशादा पानी गया किथे? पेट विच। ते पेट दे अंदर है कि विष्टा। विष्टा विष्टा अस्त दुर्गंधा। हुण पेट विच की विष्टा अस्त रक्त परेटे चाम, उस ऊपर ले रखियो गुमान। पेट दे अंदर विष्टा है, गंदगी है। जे वो गंदगी अंदरों बिल्कुल कढ़ दी जाए तो बंदा मर जाएगा, ये तुहानूं सारिआं नूं पता है। हुण गुरु जी कहते हैं कोहथी जाई सट्टिया, बाहरों ते वो पवित्र कह रहा भी हाथ ना लाओ, ये ना करो, वो ना करो, ते अंदर पेट गंदा है, उहदे विच भोजन पाया, ते किन्ने पाया? पुजारी ने ना। किस ये लगा दोख, ये दोष किनू लगा, ये पाप किनू लगेगा? जे असी भोजन बना के चंगा भला कोई रूड़ी ते सुट दईए ना, लोग आंदे ने शर्म करो, लोगों नूं ते खाण नहीं मिलता, ते तुसीं ये भोजन रूड़ियां ते सुटदे फिरदे हो, गंदियां थावां ते सुटदे हो, क्या जांदा ना। तो हुण गुरु जी कहंदे ने ये दोष किहदे सिर मड़ोगे भी इन्ना पवित्र भोजन
ਤੇ ਉਹਨੂੰ ਗੰਦੇ ਪੇਟ ਵਿੱਚ ਪਾਤਾ। ਅੰਦਰ ਤਾਂ ਗੰਦਗੀ ਹੈ, ਬਾਹਰੋਂ ਤੇ ਤੂੰ ਕਹਿੰਦਾ ਸਫਾਈ ਰੱਖੋ ਸਫਾਈ ਰੱਖੋ। ਕਿਸ ਇਹ ਲੱਗਾ ਦੋਖ। ਅੱਗੇ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਹੁਣ ਇੱਥੇ ਦੇਵਤਾ ਦਾ ਮਤਲਬ ਦੇਵਤਿਆਂ ਵਰਗਾ ਪਵਿੱਤਰ ਭੋਜਨ, ਮਹਾਨ ਭੋਜਨ। ਅੰਨ ਨੂੰ ਲੋਕੀ ਦੇਵਤਾ ਕਹਿੰਦੇ ਨੇ। ਦੇਵਤਾ ਦਾ ਮਤਲਬ ਹੁੰਦਾ ਜਿਹੜਾ ਕੋਈ ਚੀਜ਼ ਦੇਵੇ। ਦੋ ਤਰ੍ਹਾਂ ਦੇ ਲੋਕ ਨਾ, ਇੱਕ ਦੇਵਤਾ, ਇੱਕ ਲੇਵਤਾ। ਇੱਕ ਤੇ ਦੇਣ ਵਾਲਾ ਹੈ, ਇੱਕ ਲੈਣ ਵਾਲਾ ਹੈ। ਤਾਂ ਅੰਨ ਸਾਨੂੰ ਜੀਵਨ ਦੇ ਰਿਹਾ ਹੈ, ਇਸ ਲਈ ਅੰਨ ਨੂੰ ਦੇਵਤਾ ਕਹਿ ਦਿੱਤਾ, ਕਿਉਂਕਿ ਉਹ ਸਾਨੂੰ ਜੀਵਨ ਦੇ ਰਿਹਾ ਹੈ। ਅੰਨ ਨਾ ਖਾਵਾਂਗੇ ਤੇ ਮਰਾਂਗੇ। ਪਾਣੀ ਦੇਵਤਾ, ਕਿਉਂਕਿ ਉਹ ਸਾਨੂੰ ਜੀਵਨ ਦੇ ਰਿਹਾ ਹੈ, ਇਸ ਲਈ ਮਹਾਨ ਹੈ, ਮਹਾਨ। ਬੈਸੰਤਰ ਦੇਵਤਾ, ਅੱਗ ਸਾਨੂੰ ਜੀਵਨ ਦੇ ਰਹੀ ਹੈ। ਲੂਣ, ਲੂਣ ਅਸੀਂ ਪਾਇਆ ਹੈ ਤੇ ਸਾਨੂੰ ਉਹਦੇ ਰਾਹੀਂ ਭੋਜਨ ਸਵਾਦਿਸ਼ਟ ਵੀ ਹੁੰਦਾ ਹੈ, ਔਰ ਸਾਡੇ ਅੰਦਰ ਜੋ ਸਰੀਰ ਵਿੱਚ ਨਮਕ ਆਦਿਕ ਦੀ ਜ਼ਰੂਰਤ ਹੈ ਉਹ ਵੀ ਪੂਰੀ ਹੁੰਦੀ ਹੈ। ਪੰਜਵਾਂ ਪਾਇਆ ਕਿਰਤ, ਤੇ ਪੰਜਵੀਂ ਚੀਜ਼ ਘਿਓ ਪਾ ਦਿੱਤੀ। ਹੁਣ ਘਿਓ ਪਾਇਆ ਹੋਏ ਖੀਰ ਦੇ ਵਿੱਚ ਤੇ ਥੋੜਾ ਸਵਾਦ ਹੋਰ ਬਣ ਜਾਂਦਾ। ਦੇਸੀ ਘਿਓ ਦਾ ਤੜਕਾ ਲੱਗਾ ਹੋਵੇ, ਤੁਹਾਨੂੰ ਪਤਾ ਹੀ ਹੈ ਨਾ, ਲਸਣ ਵਗੈਰਾ ਭੁੰਨ ਕੇ ਵਿੱਚ ਪਾਇਆ ਤੇ ਆਨੰਦ ਤਾਂ ਆਉਂਦਾ ਹੀ ਹੈ ਨਾ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤਾ। ਤੇ ਆ ਸਾਡੇ ਲੋਕਾਂ ਦੇ ਤੜਕੇ ਕਰਕੇ ਨਾ ਕਈ ਵਾਰੀ ਇੱਥੋਂ ਦੇ ਗੋਰੇ ਆਪਣੇ ਮਕਾਨ ਵੇਚ ਕੇ ਛੱਡ ਜਾਂਦੇ ਨੇ, ਥਾਂ ਛੱਡ ਜਾਂਦੇ ਨੇ, ਕਿਉਂਕਿ ਤੜਕਾ ਲਾਇਆ ਹੋਇਆ ਕਿਲੋਮੀਟਰ ਦੂਰ ਤੱਕ ਸਿੱਖਾਂ ਦੇ ਤੜਕਿਆਂ ਦੀ ਵਾਸ਼ਨਾ ਜਾਂਦੀ ਹੈ। ਘਿਓ ਜਦੋਂ ਕੜਾਹ ਪ੍ਰਸ਼ਾਦ ਬਣਾਈਦਾ ਕਿੰਨੀ ਦੂਰ ਤੱਕ ਸੁਗੰਧ ਜਾਂਦੀ ਹੈ। ਔਰ ਤੜਕਾ ਲਾ ਕੇ ਜੇ ਕਿਤੇ ਮਿਰਚਾਂ ਥੋੜੀਆਂ ਜਿਹੀਆਂ ਜ਼ਿਆਦੀਆਂ ਪੈ ਜਾਣ ਤੇ ਫਿਰ ਨਿੱਛਾਂ ਸਾਰੇ ਆਉਂਦਾ ਨਾ, ਦੂਰ ਦੂਰ ਤੱਕ ਤੜਕੇ ਦਾ ਮਜ਼ਾ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਤਾਂ ਇਹ ਭੋਜਨ ਬੜਾ ਪਵਿੱਤਰ ਬਣ ਗਿਆ, ਸਵਾਦਲਾ ਬਣ ਗਿਆ। ਅੰਨ, ਅੱਗ, ਪਾਣੀ, ਨਮਕ, ਹੋਰ ਪਦਾਰਥ, ਘਿਓ ਵਗੈਰਾ ਪਾ ਕੇ ਤੜਕੇ ਛੜਕੇ ਲਾ ਕੇ ਬਹੁਤ ਸੁੰਦਰ ਪਦਾਰਥ ਵਧੀਆ ਬਣ ਗਿਆ। ਤਾਂ ਹੋਆ ਪਾਕ ਪਵਿੱਤ। ਹੁਣ ਗੁਰੂ ਜੀ ਕਹਿੰਦੇ ਨੇ ਪਾਪੀ ਸਿਉ ਤਨ ਗੱਡਿਆ। ਤਨ ਦਾ ਮਤਲਬ ਇਸ ਭੋਜਨ ਦਾ ਜੋ ਸਰੀਰ ਹੈ, ਯਾਨੀ ਜਿਹੜਾ ਭੋਜਨ ਬਣਿਆ ਹੈ। ਪਾਪੀ ਸਿਉ ਦਾ ਮਤਲਬ ਹੈ ਜੋ ਪਾਪੀ ਪੇਟ ਹੈ। ਹੁਣ ਇਹਨੂੰ ਪਾਪੀ ਪੇਟ ਕਿਉਂ ਕਹਿੰਦੇ ਨੇ? ਵੈਸੇ ਤਾਂ ਪੇਟ ਜਿਹੜਾ ਹੈ ਸਾਡਾ ਖੁਰਾਕ ਪੈਦਾ ਕਰਦਾ ਨਾ ਸਾਡੇ ਅੰਦਰ, ਖੁਰਾਕ ਨਹੀਂ, ਖਾਧੀ ਹੋਈ ਖੁਰਾਕ ਦੇ ਵਿੱਚੋਂ ਖੂਨ ਆਦਿਕ ਔਰ ਸਾਡੇ ਵਾਸਤੇ ਜੀਵਨ ਦੇ ਤੱਤ ਪੈਦਾ ਕਰਦਾ ਹੈ, ਭੋਜਨ ਨੂੰ ਪਚਾਉਂਦਾ ਹੈ। ਪਾਪੀ ਤਾਂ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਬਹੁਤੀ ਵਾਰੀ ਲੋਕ ਪੇਟ ਕਰਕੇ, ਖਾਣ ਕਰਕੇ ਪਾਪ ਕਮਾਉਂਦੇ ਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ, ਇਸ ਕਰਕੇ ਤਾਂ ਲੋਕ ਕਈ ਵਾਰੀ ਉਹਨੂੰ ਪਾਪੀ ਪੇਟ ਵੀ ਕਹੇ। ਪਾਪੀ ਪੇਟ ਦਾ ਸਵਾਲ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪਾਪੀ ਸਿਉ ਤਨ ਗੱਡਿਆ। ਜਦੋਂ ਇਹ ਪਾਪੀ ਬੰਦਾ ਹੈ, ਇਹਦੇ ਪੇਟ ਦੇ ਨਾਲ ਉਹਦਾ ਮਿਲਾਪ ਹੋਇਆ, ਥੁੱਕਾਂ ਪਈਆਂ ਤੇ ਬੜਾ ਪਾਕ ਪਵਿੱਤਰ ਭੋਜਨ, ਤੇ ਉਹ ਵਿਸ਼ਟਾ ਬਣ ਕੇ ਜਦੋਂ ਬਾਹਰ ਨਿਕਲਿਆ ਉਹਦੇ ਤੇ ਥੁੱਕਾਂ ਪਈਆਂ। ਉਹ ਭੋਜਨ ਜਿਹਨੂੰ ਇੰਨੀ ਪਵਿੱਤਰਤਾ ਨਾਲ ਤਿਆਰ ਕੀਤਾ ਗਿਆ, ਰਸਗੁੱਲੇ, ਗੁਲਾਬ ਜਾਮਨ, ਬਰਫੀ, ਸਮੋਸੇ, ਪੀਜੇ, ਬਰਗਰ, ਕਿੰਨਾ ਕੁਛ ਲੋਕ 5 ਸਟਾਰ ਹੋਟਲਾਂ ਦੇ ਵਿੱਚ ਸਵਾਦ ਤੋਂ ਸਵਾਦਲੇ ਭੋਜਨ। ਅੱਜ ਕੱਲ ਤੇ ਭੋਜਨਾਂ ਦਾ ਅੰਤ ਹੀ ਨਹੀਂ ਹੈ, ਕਿੰਨੇ ਕਿਸਮਾਂ ਦੇ ਭੋਜਨ। ਤੇ ਜਦੋਂ ਮਨੁੱਖੀ ਸਰੀਰ ਦੇ ਵਿੱਚੋਂ ਗੁਜ਼ਰਦੇ ਨੇ ਨਾ ਗੁਲਾਬ ਜਾਮਨ, ਰਸਗੁੱਲੇ, ਤੇ ਬਾਹਰ ਕੀ ਆਉਂਦਾ ਹੈ? ਵਿਸ਼ਟਾ। ਫਿਰ ਲੋਕ ਥੁੱਕਦੇ ਨੇ। ਇਹ ਨਹੀਂ ਕਿ ਉਸ ਵਿਸ਼ਟਾ ਵੱਲ ਬੜੇ ਪਿਆਰ ਨਾਲ ਵੇਖਣ ਤੇ ਉਹਨੂੰ ਚੱਕ ਕੇ ਘਰ ਲੈ ਜਾਣ ਕਿ ਇਹ ਤੇ ਉਹ ਆਪਣਾ ਛਕਿਆ ਸੀ, ਆਪਣਾ ਗੁਲਾਬ ਜਾਮਨ ਖਾਦੇ ਸਨ, ਰਸਗੁੱਲੇ ਖਾਦੇ ਸਨ, ਖੀਰ ਖਾਦੀ ਸੀ, ਕਿਉਂਕਿ ਉਹ ਐਸੀ ਚੀਜ਼ ਹੋਂਦ ਵਿੱਚ ਆਈ ਜਿਹਦੇ ਤੇ ਥੁੱਕਾਂ ਪੈਂਦੀਆਂ ਨੇ। ਪੇਟ ਨੇ ਇਹਨੂੰ ਇਸ ਤਰ੍ਹਾਂ ਬਣਾ ਦਿੱਤਾ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤੇ ਤਾਂ ਤੂੰ ਤਾਂ ਪੁਜਾਰੀ ਨੂੰ ਸਵਾਲ ਕੀਤਾ ਜਾ ਰਿਹਾ ਕਿ ਤੂੰ ਇੰਨੇ ਪਵਿੱਤਰ ਭੋਜਨ ਨੂੰ ਇੰਨੀ ਅਪਵਿੱਤਰਤਾ ਦੇ ਵਿੱਚ ਬਦਲ ਦਿੱਤਾ, ਔਰ ਤੂੰ ਆਪਣੇ ਆਪ ਨੂੰ ਮਹਾਨ ਸਮਝ ਰਿਹਾ ਹੈ, ਗ੍ਰਸਤੀਆਂ ਨੂੰ ਤੂੰ ਮਾੜਾ ਕਹਿੰਦਾ। ਇਹ ਤੇ ਤਾਂ ਸੀ ਨਾ ਕਿ ਜਿਹੜੇ ਗ੍ਰਸਤੀ ਨੇ, ਜਿਨ੍ਹਾਂ ਨੂੰ ਤੂੰ ਮਾੜਾ ਕਹਿ ਰਿਹਾ ਹੈ, ਉਹ ਭੋਜਨ ਛਕਦੇ ਤੇ ਉਹਨਾਂ ਦੇ ਅੰਦਰੋਂ ਉਹ ਭੋਜਨ ਵਿਸ਼ਟਾ ਰੂਪ ਵਿੱਚ ਆਉਂਦਾ, ਤੇ ਤੂੰ ਬੜਾ ਪਾਵਨ ਔਰ ਪਵਿੱਤਰ ਸੈਂ, ਤੇ ਤੇਰੇ ਅੰਦਰੋਂ ਨਿਕਲੇ ਭੋਜਨ ਦੇ ਵਿੱਚੋਂ ਸੁਗੰਧ ਆਉਂਦੀ ਜਾਂ ਗੁਲਾਬ ਜਾਮਨ ਬਾਹਰ ਨਿਕਲਦੇ, ਐਵੇਂ ਹੁੰਦਾ ਨਹੀਂ ਨਾ। ਤੇਰੇ ਵਿੱਚ ਕੀ ਵਿਸ਼ੇਸ਼ਤਾ ਹੈ? ਕਿਉਂ ਫਿਰ ਇਹ ਬਾਹਰਲੀ ਪਵਿੱਤਰਤਾ ਔਰ ਅਪਵਿੱਤਰਤਾ ਦਾ ਵਹਿਮ ਫੈਲਾ ਰਿਹਾ ਹੈ? ਹੁਣ ਗੁਰੂ ਸਾਹਿਬ ਜੀ ਅੱਗੇ ਅਸਲ ਗੱਲ ਦੱਸਦੇ ਨੇ ਕਿ ਕੌਣ ਪਵਿੱਤਰ ਔਰ ਕੌਣ ਅਪਵਿੱਤਰ ਹੈ। ਦੇਖੋ,
ਇਹ ਗੱਲ ਜਦੋਂ ਤੱਕ ਤੇ ਬ੍ਰਾਹਮਣ ਤੇ ਰਹਿੰਦੀ ਹੈ, ਉਦੋਂ ਤੱਕ ਤਾਂ ਸਾਨੂੰ ਇਸ ਗੱਲ ਚੋਂ ਹੁੰਦੀ ਹੈ ਖੁਸ਼ੀ ਵੀ ਗੁਰੂ ਜੀ ਬਿਲਕੁਲ ਠੀਕ ਕਹਿ ਰਹੇ ਨੇ। ਪਰ ਬ੍ਰਾਹਮਣ ਦੀ ਸੇਮ ਨਕਲ ਅਸੀਂ ਵੀ ਤੇ ਅੱਜ ਕਰ ਰਹੇ ਹਾਂ ਨਾ। ਅਸੀਂ ਆਪਣੇ ਘਰਾਂ ਵਿੱਚ ਕੀ ਕਰ ਰਹੇ ਹਾਂ? ਭੋਜਨ ਛਕਾ ਰਹੇ ਹਾਂ ਨਾ। ਤੇ ਭੋਜਨ ਸਿਰਫ ਇਸ ਕਰਕੇ ਛਕਾ ਰਹੇ ਹਾਂ ਕਿ ਸਾਡੇ ਬਜ਼ੁਰਗਾਂ ਨੂੰ ਮਿਲ ਜਾਏਗਾ। ਸਾਡੇ ਜੀ ਕੁਝ ਸ਼ਹੀਦ ਹੁੰਦੇ ਸਨ ਤੇ ਪੁੱਛੀ ਨਾ ਵੀ ਸ਼ਹੀਦ ਕੌਣ ਸੀ? ਸਾਡਾ ਬਾਪੂ ਟਰੱਕ ਥੱਲੇ ਆਣ ਕੇ ਮਰਿਆ ਸੀ, ਉਹਦਾ ਭੋਜਨ ਛਕਾ ਰਹੇ ਹਾਂ। ਬੰਦਾ ਪੁੱਛੇ ਸ਼ਹੀਦੀ, ਪਤਾ ਹੀ ਨਹੀਂ ਕੌਣ ਗੁਜ਼ਰਿਆ ਹੈ ਕੌਣ ਨਹੀਂ, ਉਹਨਾਂ ਵਾਸਤੇ ਭੋਜਨ ਛਕਾ ਰਹੇ ਹਾਂ। ਇੱਕ ਵਾਰੀ ਭੋਜਨ ਛਕਣ ਵਾਸਤੇ ਕਿਸੇ ਦੇ ਘਰ ਕਿਸੇ ਨੇ ਬੁਲਾਇਆ, ਪ੍ਰਸ਼ਾਦਾ ਪਾਣੀ ਛਕਣਾ। ਵੈਸੇ ਮੈਂ ਜਾਣਦਾ ਨਹੀਂ, ਕਰੀਬ ਮੈਨੂੰ 20 ਸਾਲ ਹੋ ਗਏ ਨੇ। ਮੈਂ ਪ੍ਰਸ਼ਾਦਾ ਛਕਣ ਇਸ ਤਰ੍ਹਾਂ ਨਹੀਂ ਜਾਈਦਾ ਪੰਜਾਂ ਸਿੰਘਾਂ ਵਿੱਚ, ਜਿਸ ਤਰ੍ਹਾਂ ਵੀ। ਵੈਸੇ ਜਿੱਥੇ ਆਪਣਾ ਪਿਆਰ ਮੁਹੱਬਤ ਹੈ ਜਾਈਦਾ, ਗੁਰਬਾਣੀ ਦੀ ਗੱਲ ਕਰੀ ਹੋਈ ਹੈ। ਲੇਕਿਨ ਇੱਕ ਵਾਰੀ ਗਏ ਪ੍ਰਸ਼ਾਦਾ ਛਕਣ ਲਈ ਤੇ ਕਹਿੰਦੇ ਗਿਆਨ ਜੀ ਸਾਡੇ ਕੋਲ ਨਾ ਬੰਦਾ ਨਹੀਂ, ਪੰਜਵਾਂ ਜਾਣਾ ਪੈਣਾ। ਚਲੋ ਉਹਨਾਂ ਨੇ ਪ੍ਰਸ਼ਾਦਾ ਪਕਾਇਆ ਤੇ ਬੀਬੀ ਪ੍ਰਸ਼ਾਦੇ ਪਕਾਵੇ, ਰਸੋਈ ਦੇ ਵਿੱਚੋਂ ਚੋਪੜੇ ਤੇ ਨਾਲ ਦਾ ਕਮਰਾ ਸੀ ਉਹਦੇ ਵਿੱਚ ਜਾਏ ਤੇ ਫਿਰ ਪ੍ਰਸ਼ਾਦਾ ਲੈ ਕੇ ਆਏ। ਅਸੀਂ ਹੈਰਾਨ ਕਿ ਇਹ ਭੈਣ ਪ੍ਰਸ਼ਾਦਾ ਲੈ ਕੇ ਸਿੱਧਾ ਰਸੋਈ ਚੋਂ ਕਿਉਂ ਨਹੀਂ ਆਉਂਦੀ? ਅਸੀਂ ਸਮਝਿਆ ਸ਼ਾਇਦ ਉਧਰ ਘਿਓ ਵਗੈਰਾ ਰੱਖਿਆ ਹੋਣਾ, ਉਧਰੋਂ ਚੋਪੜ ਕੇ ਲਿਆਉਂਦੀ ਹੋਣੀ। ਪਰ ਰਸੋਈ ਸਾਹਮਣੇ ਸੀ, ਚੋਪੜ ਵੀ ਸਾਹਮਣੇ ਰਹੀ ਹੈ। ਪ੍ਰਸ਼ਾਦਾ ਚੋਪੜੇ ਉਸ ਕਮਰੇ ਵੱਲੋਂ ਹੋ ਕੇ ਫਿਰ ਤੇ ਰੋਟੀ ਖਾ ਕੇ ਨਾ, ਪ੍ਰਸ਼ਾਦਾ ਛਕ ਕੇ ਬਾਅਦ ਵਿੱਚ ਉਹਨੂੰ ਪੁੱਛਿਆ ਵੀ ਭੈਣ ਜੇ ਮਹਿਸੂਸ ਨਾ ਕਰੇ ਤਾਂ ਸਾਨੂੰ ਇਹ ਸਮਝ ਨਹੀਂ ਆਈ ਕਿ ਚੁੱਲ੍ਹੇ ਤੋਂ ਪ੍ਰਸ਼ਾਦਾ ਵੀ ਲਾ ਰਹੇ ਸੀ, ਚੋਪੜ ਵੀ ਰਹੇ ਸੀ, ਤੇ ਉਹ ਕਮਰੇ ਵੱਲੋਂ ਜਾ ਕੇ ਫਿਰ ਕਿਉਂ ਆ ਰਹੇ ਸੀ? ਕਹਿਣ ਲੱਗੀ ਸਾਨੂੰ ਇੱਕ ਬਾਬੇ ਨੇ ਦੱਸਿਆ ਸੀ ਕਿ ਸਾਡੀ ਮਾਤਾ ਬਿਮਾਰ ਹੈ, ਉਹਦੇ ਤੋਂ ਪ੍ਰਸ਼ਾਦੇ ਵਾਰ ਕੇ ਛਕਾਇਆ ਜੇ ਭਾਈਆਂ ਨੂੰ, ਬੇਬੇ ਠੀਕ ਹੋ ਜਾਏ। ਤੇ ਮੈਂ ਕਿਹਾ ਬੇਬੇ ਨੂੰ ਹੈ ਕੀ? ਕਹਿੰਦੇ ਖੁਰਕ ਹੋਈ ਸੀ, ਐਲਰਜੀ ਹੋਈ। ਹੁਣ ਦੇਖੋ ਇਹ ਵਹਿਮ ਕਿ ਪ੍ਰਸ਼ਾਦੇ ਵਾਰ ਕੇ ਖਵਾਉਣ ਦੇ ਨਾਲ ਖੁਰਕ ਹਟ ਜਾਏਗੀ, ਐਲਰਜੀ ਹਟ ਜਾਏਗੀ ਜਾਂ ਰੋਗ ਦੂਰ ਹੋ ਜਾਏਗਾ। ਸਾਡੇ ਇਹ ਵਹਿਮ ਨੇ, ਔਰ ਫਿਰ ਉਹੀ ਕਰਮ ਨੇ ਦੂਜੇ ਬਦਲਵੇਂ ਰੂਪ ਦੇ ਅੰਦਰ। ਬ੍ਰਾਹਮਣ ਵੀ ਪ੍ਰਸ਼ਾਦਾ ਛਕ ਕੇ ਭੇਟਾ ਲੈ ਰਿਹਾ ਹੈ, ਅਸੀਂ ਵੀ ਭੇਟਾ ਲੈ ਰਹੇ ਹਾਂ। ਇਹ ਕੀ ਜੀ? ਦੰਦ ਘਸਾਈ। ਬੰਦਾ ਪੁੱਛੇ ਵੀ ਤੁਹਾਡੇ ਦੰਦ ਨੇ ਕਿ ਰੰਦੇ ਨੇ, ਵੀ ਲੱਕੜ ਦੇ ਉੱਤੇ ਰੰਦਾ ਮਾਰ ਰਹੇ ਹੋ? ਹੁਣ ਕੜਾਹ ਪ੍ਰਸ਼ਾਦ ਖਾਣ ਨਾਲ, ਯਾਰ ਖੀਰ ਖਾਣ ਦੇ ਨਾਲ ਕਿਹੜੇ ਦੰਦ ਘਸ ਜਾਂਦੇ ਨੇ? ਦੰਦ ਘਸਾਈ। ਤੇ ਫਿਰ ਐਸੀ ਹਾਲਾਤ ਹੈ ਜਿੱਥੇ ਪੁਜਾਰੀ ਲੋਕ ਪ੍ਰਸ਼ਾਦਾ ਛਕਣ ਜਾਂਦੇ ਨੇ ਨਾ, ਜਿਨ੍ਹਾਂ ਵਿੱਚ ਅਸੀਂ ਵੀ ਸ਼ਾਮਲ ਹਾਂ, ਕਿਉਂਕਿ ਸੱਚਾਈ ਤਾਂ ਸੱਚਾਈ ਹੈ। ਜੇ ਤੇ ਦੇ ਦੇਣ ਉਹ 5-5 ਪਾਉਂਡ, ਫਿਰ ਤਾਂ ਆਮ ਜੀ ਗੱਲ ਹੈ। ਜੇ 20-20 ਪਾਉਂਡ ਦੇ ਦੇਣ ਤੇ ਬੜੇ ਚੰਗੇ ਬੰਦੇ ਸੀ, ਜੇ 50-50 ਦੇ ਦੇਣ ਬਈ ਬੜਾ ਗੁਰਮੁਖ ਪਰਿਵਾਰ ਸੀ, ਕਿਆ ਬਾਤ। 51-51 ਪਾਉਂਡ ਦਿੱਤੇ। ਤੇ ਜੇ ਨਾ ਦੇਣ ਤੇ ਫਿਰ ਜੋ ਕੁਛ ਪੁਜਾਰੀ ਕਰਦੇ ਨੇ ਉਹਦਾ ਸਾਨੂੰ ਪਤਾ ਹੈ, ਹੁਣ ਮੈਂ ਇੱਥੇ ਬੋਲ ਨਹੀਂ ਸਕਦਾ। ਤਾਂ ਕਹਿਣ ਤੋਂ ਮੁਰਾਦ ਇਹ ਸਾਰਾ ਕੁਛ ਇੱਕ ਪੁਜਾਰੀ ਦਾ ਵਪਾਰ ਸੀ, ਅੰਧ ਵਿਸ਼ਵਾਸ ਫੈਲਾਏ ਸੀ। ਤੇ ਠੀਕ ਉਹ ਬਦਲਵੇਂ ਰੂਪ ਦੇ ਵਿੱਚ ਅਸੀਂ ਵੀ ਲੈਂਦੇ, ਉਹ ਇੱਕ ਜਾਂਦੇ ਸੀ, ਅਸੀਂ 5 ਜਾਂਦੇ ਹਾਂ। ਵਹਿਮ ਉੱਥੇ ਹੀ ਹੈ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਾਨੂੰ ਇਹ ਚੀਜ਼ਾਂ ਸਮਝਾ ਰਹੇ ਨੇ ਕਿ ਪਵਿੱਤਰਤਾ ਅਪਵਿੱਤਰਤਾ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਸਗੋਂ ਅਸਲੀ ਗੱਲ ਤੇ ਇਹ ਹੈ ਕਿ ਜਿਤ ਮੁਖ ਨਾਮ ਨਾ ਉਚਰੇ, ਉਹ ਮੂੰਹ, ਉਹ ਜ਼ਬਾਨ ਜਿਹਦੇ ਵਿੱਚੋਂ ਪ੍ਰਭੂ ਦੀ ਸਿਫਤ ਸਲਾਹ ਨਹੀਂ ਕੀਤੀ ਜਾਂਦੀ, ਪੋਜ਼ਿਟਿਵ ਬੋਲ ਨਹੀਂ, ਜਿਸ ਜ਼ਬਾਨ ਵਿੱਚ ਪਿਆਰ ਭਰੇ ਸੱਚੇ ਬੋਲ ਨਹੀਂ, ਇਨਸਾਨੀਅਤ ਵਾਲੇ ਬੋਲ ਨਹੀਂ ਹਨ। ਜਿਤ ਮੁਖ ਨਾਮ ਨਾ ਉਚਰਹਿ, ਬਿਨ ਨਾਵੇਂ ਰਸ ਖਾਹੇ। ਤੇ ਬਿਨਾ ਸਾਚੇ ਆਚਰਨ ਤੋਂ, ਸੱਚੇ ਆਚਰਨ ਤੋਂ ਬਿਨਾ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਨਿਰਭੈਤਾ ਨਿਰਵੈਰਤਾ ਵਾਲੇ ਗੁਣਾਂ ਤੋਂ ਬਿਨਾ ਜੇ ਕੋਈ ਬੰਦਾ ਰਸ ਕਸ ਖਾਂਦਾ ਹੈ ਪਰ ਇਨਸਾਨੀ ਫਰਜ਼ਾਂ ਨੂੰ ਨਹੀਂ ਨਿਭਾ ਰਿਹਾ, ਰੱਬੀ ਰਜ਼ਾ ਭਾਣੇ ਨੂੰ ਨਹੀਂ ਸਮਝਦਾ ਔਰ ਸੱਚ ਦੇ ਨਾਲ ਨਹੀਂ ਜੁੜਦਾ, ਨਾਨਕ ਏਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਹੇ। ਗੁਰੂ ਜੀ ਕਹਿੰਦੇ ਨੇ ਐਵੇਂ ਸਮਝ ਲਓ ਉਸ ਜ਼ਬਾਨ ਦੇ, ਉਸ ਮੂੰਹ ਦੇ ਉੱਤੇ ਥੁੱਕਾਂ ਪੈਂਦੀਆਂ। ਥੁੱਕਾਂ ਪੈਣ ਦਾ ਮਤਲਬ ਕਿ ਉਹਦੀ ਨਮੋਸ਼ੀ ਹੁੰਦੀ ਹੈ, ਨਹੀਂ ਕਿ ਉਹਦੇ ਮੂੰਹ ਦੇ ਉੱਤੇ ਸਰੇਆਮ ਲੋਕ ਥੁੱਕਦੇ ਨੇ। ਮੂੰਹ ਤੇ ਥੁੱਕਣ ਦਾ ਮਤਲਬ ਕਿ ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਹੁਣ ਦੇਖੋ ਕਿੰਨੀ ਸੁੰਦਰ ਮਿਸਾਲ ਦਿੱਤੀ ਹੈ ਕਿ ਭੋਜਨ ਕਿੰਨਾ ਸੋਹਣਾ ਖਾਧਾ, ਚੌਂਕਾ ਵੀ ਦਿੱਤਾ, ਭਾਂਡੇ ਵੀ ਮਾਂਜੇ, ਇਸ਼ਨਾਨ ਪਾਨ ਵੀ ਸਾਰੇ ਟੱਬਰ ਨੇ ਕੀਤਾ,
और ब्राह्मण भी जिहड़ा पुजारी है भी नहा धो के आया, फिर दोबारा हाथ धोते, उन्हें भोजन खाधा किन्नी सफाई दे नाल। पर इस सफाई का फायदा की होया, वो ते विष्टा बन गया, उसे भोजन के उत्ते थुक्कां पै रही, क्योंकि उन्हें रूप ऐसा है, बाहरों सफाई है। इसे तरह वो बंदा उस विष्टा वर्गा ही समझो जिहने बाहरों धार्मिक लिबास पाया है, बाहरों बड़ियां चंगियां गल्लां करदा है, बाहरों बिल्कुल सुच्चा है, लेकिन जे उहदे अंदर सच नहीं, दया नहीं, प्रेम नहीं, निरभैता निर्वैरता नहीं, इंसानियत नहीं, मनुख मात्र वास्ते प्यार नहीं, तो उस विष्टा की तरह ही उहदे मूंह ते भी थुक्कां पैंदियां ने। उहनूं नमोशी दा मूंह वेखना पैंदा है। जदों अपनी जमीर वाल अंदर झात मारदा ना, उहनूं अपने आप ते भी शर्म आउंदी है। उहनूं लोग भी कहंदे ने, जदों असीं किसी दी गल करिए ना कि फलां बंदा, ते लोग कहंदे ने यार उहदे कपड़िਆਂ ਨੂੰ ਕੀ ਵੇਖਣਾ, ਉਹਦੀ ਸਫਾਈ ਨੂੰ ਕੀ ਵੇਖਣਾ, ਉਹਦੀਆਂ ਗੱਲਾਂ ਨੂੰ ਕੀ ਵੇਖਣਾ, ਕਰਤੂਤਾਂ ਤੇ ਉਹਦੀਆਂ ਐਸੀਆਂ ਨੇ, ਦੇਖ ਲਓ ਹੁਣ ਸੱਚੇ ਸੌਦੇ ਵਾਲੇ ਨੂੰ ਵੇਖ ਲਓ, ਜਾਂ ਹੋਰ ਐਸੇ ਲੋਕ ਨੇ ਵੇਖ ਲਓ, ਬਾਹਰੋਂ ਕਿੰਨੀ ਸਫਾਈ ਸੀ, ਕਿੰਨੀ ਜਨਤਾ ਪਿੱਛੇ ਸੀ। ਇੱਕ ਨਹੀਂ, ਐਸੇ ਹਜ਼ਾਰਾਂ ਨੇ, ਲੱਖਾਂ ਨੇ ਲੋਕ, ਆਮ ਜਨਤਾ ਵਿੱਚ ਵੀ ਨੇ, ਧਾਰਮਿਕ ਦੁਨੀਆ ਵਿੱਚ ਵੀ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜਿਹੜੀ ਬਾਹਰੀ ਸੁੱਚ ਪਿੱਟ ਹੈ, ਪਵਿੱਤਰਤਾ ਹੈ, ਇਹਦੀ ਟੁੱਟੀ ਦੀਵਾਨੀ ਦੀ ਵੈਲਿਊ ਨਹੀਂ ਹੈ, ਇਹਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬਾਹਰਲੀ ਸੁੱਚਮਤਾ ਰੱਖਣ ਨਾਲ ਕਿਸੇ ਨੂੰ ਰੱਬ ਨਹੀਂ ਮਿਲਦਾ। ਸੁੱਚਮਤਾ ਅੰਦਰਲੀ ਚਾਹੀਦੀ ਹੈ, ਬਾਹਰਲੀ ਸਫਾਈ ਹੈ। ਪਾਣੀ ਨਾਲ ਹੱਥ ਸਾਫ਼ ਹੁੰਦੇ ਨੇ, ਹੱਥ ਪਵਿੱਤਰ ਕਿਰਤ ਕਰਕੇ ਹੁੰਦੇ ਨੇ। ਪਾਣੀ ਨਾਲ ਜ਼ਬਾਨ ਸਾਫ਼ ਹੁੰਦੀ ਹੈ, ਪਰ ਜ਼ਬਾਨ ਸੁੱਚੀ ਸੱਚ ਬੋਲ ਕੇ ਹੁੰਦੀ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਹੁਣ ਕਰ ਰਹੇ ਨੇ, ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ। ਇਸ ਬਾਹਰੀ ਸੁੱਚਮਤਾ ਦਾ ਭਰਵੇਂ ਤੌਰ ਤੇ ਖੰਡਨ ਕਰਕੇ ਜਪਜੀ ਸਾਹਿਬ ਜੀ ਦੀ ਦੇਖੋ ਪਹਿਲੀ ਪੌੜੀ ਦੇ ਵਿੱਚ ਪਹਿਲੀ ਪੰਕਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੀ ਇੱਥੋਂ ਹੋ ਰਹੀ ਹੈ। ਮੂਲ ਮੰਤਰ ਤੋਂ ਬਾਅਦ ਜਪ ਸਾਹਿਬ ਜੀ ਦੀ ਜੋ ਬਾਣੀ ਹੈ, ਸ਼ੁਰੂਆਤ ਦੇਖੋ ਸ਼ਲੋਕ ਤੋਂ ਬਾਅਦ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇੱਥੇ ਸੋਚ ਦਾ ਮਤਲਬ ਹੈ ਸ਼ੌਚ, ਪਵਿੱਤਰਤਾ। ਸੋਚੈ ਸੋਚ ਨਾ ਹੋਵਈ ਕਿ ਬਾਹਰੀ ਤਨ ਨੂੰ ਧੋਣ ਦੇ ਨਾਲ ਕਦੇ ਵੀ ਹਿਰਦੇ ਦੀ ਪਵਿੱਤਰਤਾ ਨਹੀਂ ਹੁੰਦੀ। ਜੇ ਸੋਚੀ ਲੱਖ ਵਾਰ, ਭਾਵੇਂ ਮੈਂ ਲੱਖਾਂ ਵਾਰ ਵੀ ਇਹ ਸਰੀਰ ਨੂੰ ਧੋਵਾਂ, ਪਵਿੱਤਰ ਕਰਾਂ, ਸਰੀਰ ਨੂੰ ਪਵਿੱਤਰ ਕਰਨ ਦੇ ਨਾਲ, ਸੁੱਚਾ ਕਰਨ ਦੇ ਨਾਲ ਕਦੇ ਵੀ ਅੰਦਰੋਂ ਮਨ ਸੁੱਚਾ ਨਹੀਂ ਹੁੰਦਾ। ਤੇ ਜੇ ਮਨ ਮੈਲਾ ਹੈ ਤੇ ਫਿਰ ਸਾਰਾ ਕੁਛ ਮੈਲਾ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਇਸ ਲਈ ਬਾਹਰ ਦੀ ਪਵਿੱਤਰਤਾ ਨੂੰ ਧਰਮ ਦੀ ਦੁਨੀਆ ਵਿੱਚ ਟੁੱਟੀ ਦੁਆਨੀ ਦੀ ਵੀ ਵੈਲਿਊ ਨਹੀਂ ਦਿੱਤੀ ਗਈ। ਕੇਵਲ ਸਫਾਈ ਅਸਾਂ ਰੱਖਣੀ ਹੈ, ਬਰਤਨ ਸਾਫ਼ ਸੁਥਰੇ ਹੋਣ, ਸਾਡਾ ਆਪਣਾ ਤਨ ਸਾਫ਼ ਸੁਥਰਾ ਹੋਵੇ, ਲੇਕਿਨ ਧਰਮ ਜੋ ਹੈ ਉਹ ਅਸਲੀ ਪਵਿੱਤਰਤਾ ਅੰਦਰਲੇ ਵਿਚਾਰਾਂ ਦੀ ਹੈ। ਹੁਣ ਅਗਲੇ ਸ਼ਲੋਕ ਵਿੱਚ ਸਾਨੂੰ ਸਮਝਾ ਰਹੇ ਹਨ, ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ। ਲੋਕ ਔਰਤ ਨੂੰ ਮਾੜਾ ਸਮਝਦੇ ਰਹੇ ਨੇ, ਜਿਵੇਂ ਮੈਂ ਪਹਿਲਾਂ ਵੀ ਵਿਚਾਰ ਕਰ ਚੁੱਕਾ ਆਪ ਜੀ ਦੇ ਨਾਲ, ਕਿ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ। ਔਰਤ ਨੂੰ ਲੋਕਾਂ ਨੇ ਬਘਿਆੜਨ ਔਰ ਡਾਇਨ ਤੱਕ ਆਖਿਆ। ਔਰਤ ਨੂੰ ਲੋਕਾਂ ਨੇ ਰੱਬ ਦੀ ਇੱਕ ਸੁੰਦਰ ਗਲਤੀ, ਸਵਾਦਲੀ ਗਲਤੀ ਤੱਕ ਕਿਹਾ। ਔਰਤ ਨੂੰ ਚੈਤਨ ਮਾਇਆ ਕਿਹਾ, ਔਰ ਔਰਤ ਦੇ ਨਾਲ ਦੁਰਵਿਵਹਾਰ ਕੀਤਾ ਗਿਆ। ਕੁਝ ਕੁ ਸਾਲ ਹੀ ਤਾਂ ਹੋਏ ਨੇ ਕਿ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਔਰਤ ਦੀ ਪ੍ਰੋਪਰਟੀ ਔਰਤ ਦੇ ਨਾਮ ਨਹੀਂ ਸੀ। ਔਰਤ ਦਾ ਪਤੀ ਗੁਜ਼ਰ ਜਾਏ, ਉਹਨੂੰ ਉਹਦੇ ਪਤੀ ਦੀ ਲਾਸ਼ ਦੇ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ। ਔਰਤ ਪੁਨਰ ਵਿਆਹ ਨਹੀਂ ਸੀ ਕਰ ਸਕਦੀ। ਔਰ ਔਰਤ ਦੇ ਨਾਲ ਕਿੰਨਾ ਅਤਿਆਚਾਰ ਹੋਇਆ ਹੈ ਪਿਛਲੇ ਸਮੇਂ ਦੇ ਅੰਦਰ। ਅਸੀਂ ਵੇਖਦੇ ਰਹੇ ਹਾਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕਿ ਔਰਤ ਦਾ ਪਤੀ ਸ਼ਰਾਬ ਪੀ ਕੇ ਔਰਤ ਨੂੰ ਕੁੱਟੇ, ਮਾਰੇ। ਔਰਤ ਵਿਚਾਰੀ ਜੇ ਕਿਤੇ ਪੇਕੇ ਤੁਰ ਜਾਏ ਨਾ, ਤਾਂ ਪਹਿਲੀ ਗੱਲ ਤਾਂ ਪੇਕੇ ਪਹਿਲੋਂ ਇੱਕ ਗੱਲ ਕਹਿ ਕੇ ਭੇਜਦੇ ਹੁੰਦੇ ਸਨ ਕਿ ਧੀਏ ਮਰ ਬੇਸ਼ੱਕ ਜਾਈ, ਪਰ ਲੜ ਕੇ ਸਾਡੇ ਘਰ ਨਾ ਆਵੀਂ। ਤੇ ਜੇ ਔਰਤ ਵਿਚਾਰੀ ਇਸ ਕੰਡੀਸ਼ਨ ਵਿੱਚ ਜਾਏ ਵੀ, ਤਾਂ ਔਰਤ ਦੇ ਪੇਕੇ ਇਕੱਠੇ ਹੋ ਕੇ ਫਿਰ ਉਹਨੂੰ ਸਮਝਾਉਂਦੇ ਨੇ, ਧੀਏ ਪਤੀ ਪਰਮੇਸ਼ਰ ਹੈ, ਤੇਰਾ ਉੱਥੇ ਹੀ ਗੁਜ਼ਾਰਾ ਹੋਣਾ ਹੈ, ਤੇਰਾ ਉਹੀ ਘਰ ਹੈ, ਤੂੰ ਅੱਗੋਂ ਨਾ ਬੋਲਿਆ ਕਰ।
ਫਿਰ ਉਹਨੂੰ ਉੱਥੇ ਹੀ ਕੁੱਟ ਖਾਣ ਵਾਸਤੇ ਭੇਜ ਦਿੱਤਾ ਜਾਂਦਾ ਰਿਹਾ ਹੈ। ਐਸੇ ਅਤਿਆਚਾਰ ਔਰਤਾਂ ਤੇ ਹੋਏ ਨੇ, ਆਪ ਮੈਂ ਵੇਖਦਾ ਰਿਹਾ, ਐਸੇ ਅਤਿਆਚਾਰ ਹੋਏ ਨੇ, ਅੱਜ ਵੀ ਬਹੁਤੇ ਥਾਵਾਂ ਤੇ ਹੋ ਰਹੇ ਨੇ। ਅੱਜ ਵੀ ਔਰਤਾਂ ਨੂੰ ਬਰਾਬਰ ਦਾ ਥਾਂ ਨਹੀਂ ਦਿੱਤਾ ਜਾ ਰਿਹਾ, ਔਰ ਧਾਰਮਿਕ ਦੁਨੀਆ ਦੇ ਵਿੱਚ ਔਰਤ ਨੂੰ ਅਪਵਿੱਤਰ ਮੰਨਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਹੁਣ ਬੜੇ ਵਿਸਥਾਰ ਦੇ ਨਾਲ ਸਮਝਾਇਆ। ਅੱਗੇ ਵਿਚਾਰ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਕੁਝ ਸਮਝਾਇਆ, ਅਸੀਂ ਉਸ ਜਗ੍ਹਾ ਤੇ ਕਿੱਥੇ ਖੜੇ ਹਾਂ ਔਰ ਅੱਜ ਇਹ ਦੁਨੀਆ ਕਿੱਥੇ ਖੜੀ ਹੈ। ਗੁਰੂ ਜੀ ਕਹਿੰਦੇ ਨੇ, ਭੰਡ ਜੰਮੀਏ, ਭੰਡ ਨਿੰਮੀਏ, ਭੰਡ ਮੰਗਣ ਵਿਆਹ। ਨਿੰਮੀਏ ਦਾ ਮਤਲਬ ਔਰਤ ਦੇ ਗਰਭ ਦੇ ਅੰਦਰ ਹੀ ਬੱਚੇ ਦਾ ਜਾਂ ਇਸਤਰੀ ਪੁਰਸ਼ ਜੋ ਵੀ ਲੜਕੀ ਲੜਕਾ ਹੈ ਉਹਦਾ ਮੁੱਢ ਵੱਜਦਾ ਹੈ। ਭੰਡ ਜੰਮੀਏ, ਭੰਡ ਦਾ ਮਤਲਬ ਔਰਤ, ਔਰਤ ਦੇ ਪੇਟ ਵਿੱਚ ਹੀ ਬੱਚੇ ਦਾ ਮੁੱਢ ਵੱਜਦਾ ਹੈ ਔਰ ਔਰਤ ਰਾਹੀਂ ਹੀ ਬੱਚਾ ਜੰਮਦਾ ਹੈ, ਜਨਮ ਲੈਂਦਾ ਹੈ। ਹੁਣ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਦੁਨੀਆ ਦੇ ਵਿੱਚ, ਇਹਨਾਂ ਨੇ ਔਰਤ ਤੋਂ ਹੀ ਜਨਮ ਲਿਆ ਹੈ। ਔਰਤ ਦੇ ਪੇਟ ਵਿੱਚ ਹੀ ਬਣਤਰ ਬਣੀ, ਔਰਤ ਦੇ ਪੇਟ ਤੋਂ ਹੀ ਅਸੀਂ ਸਾਰਿਆਂ ਨੇ ਜਨਮ ਲਿਆ। ਭੰਡ ਮੰਗਣ ਵਿਆਹ, ਮੰਗਣ ਦਾ ਮਤਲਬ ਮੰਗਣੀ, ਕੁੜਮਾਈ। ਔਰਤ ਦੇ ਨਾਲ ਹੀ ਬੰਦੇ ਦੀ ਕੁੜਮਾਈ ਹੁੰਦੀ ਹੈ, ਮੰਗਣੀ ਹੁੰਦੀ ਹੈ। ਵਿਆਹ ਔਰਤ ਦੇ ਨਾਲ ਹੀ ਬੰਦੇ ਦਾ ਵਿਆਹ ਹੁੰਦਾ ਹੈ। ਭੰਡੋਂ ਹੋਵੇ ਦੋਸਤੀ, ਦੋਸਤੀ ਦਾ ਮਤਲਬ ਰਿਸ਼ਤੇਦਾਰੀਆਂ। ਜਿੰਨੇ ਵੀ ਸਾਡੇ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਇਹ ਔਰਤ ਕਰਕੇ ਨੇ ਨਾ। ਜੇ ਔਰਤ ਨਾ ਹੁੰਦੀ ਤਾਂ ਸਾਡੇ ਦੋਸਤਾਂ ਨੇ ਵੀ ਜਨਮ ਨਹੀਂ ਸੀ ਲੈਣਾ, ਸਾਡੇ ਰਿਸ਼ਤੇਦਾਰਾਂ ਨੇ ਵੀ ਜਨਮ ਨਹੀਂ ਸੀ ਲੈਣਾ। ਆ ਜਿੰਨੀ ਵੀ ਲੋਕਾਂ ਦੀ ਇੱਕ ਦੂਜੇ ਦੇ ਨਾਲ ਦੋਸਤੀ ਹੈ, ਰਿਸ਼ਤੇਦਾਰੀ ਹੈ, ਇਹ ਸਾਰੀ ਔਰਤ ਕਰਕੇ ਹੈ। ਜੇ ਔਰਤ ਨਾ ਹੁੰਦੀ ਤੁਹਾਡੇ ਦੋਸਤ ਨਹੀਂ ਸਨ ਹੋਣੇ, ਔਰਤ ਤੋਂ ਜਨਮ ਲਿਆ ਨਾ। ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਰਾਹ ਦਾ ਮਤਲਬ ਇਹ ਸਾਰੀ ਦੁਨੀਆ ਦਾ ਜਿਹੜਾ ਰਾਹ ਚੱਲ ਰਿਹਾ ਨਾ, ਇਹ ਦੁਨੀਆ ਚੱਲ ਰਹੀ ਹੈ, ਇਹ ਔਰਤ ਕਰਕੇ ਹੀ ਚੱਲ ਰਹੀ ਹੈ। ਜੇ ਔਰਤ ਨਾ ਹੋਵੇ ਤਾਂ ਦੁਨੀਆ ਤੇ ਕੋਈ ਮਨੁੱਖ ਹੋ ਹੀ ਨਹੀਂ ਸਕਦਾ। ਔਰਤ ਤੋਂ ਬਿਨਾਂ ਬੱਚੇ ਦਾ ਜਨਮ ਹੀ ਨਹੀਂ ਹੋਏਗਾ, ਇਹ ਦੁਨੀਆ ਦਾ ਰਾਹ ਚੱਲੇਗਾ ਹੀ ਨਹੀਂ, ਦੁਨੀਆ ਹੀ ਨਹੀਂ ਚੱਲੇਗੀ। ਔਰਤ ਇੰਨੀ ਮਹਾਨ ਹੈ ਕਿ ਇਹਦੇ ਕਰਕੇ ਹੀ ਇਹ ਦੁਨੀਆ ਚੱਲ ਰਹੀ ਹੈ। ਅਗਲਾ ਬਚਨ ਕਰਦੇ ਨੇ, ਭੰਡ ਮੂਆ ਭੰਡ ਭਾਲੀਏ। ਭੰਡ ਮੂਆ ਦਾ ਮਤਲਬ ਜੇ ਕਿਸੇ ਦੀ ਔਰਤ ਗੁਜ਼ਰ ਜਾਏ, ਪਤਨੀ ਮਰ ਜਾਏ, ਭੰਡ ਭਾਲੀਏ, ਫਿਰ ਬੰਦਾ ਦੂਜੀ ਔਰਤ ਭਾਲਦਾ ਹੈ ਕਿ ਮੈਂ ਦੂਜਾ ਵਿਆਹ ਕਰਾ ਲਵਾਂ। ਔਰਤ ਹੀ ਲੱਭਦਾ ਨਾ ਬੰਦਾ। ਭੰਡ ਹੋਵੇ ਬੰਧਾਨ, ਬੰਧਾਨ ਦਾ ਮਤਲਬ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਔਰਤ ਕਰਕੇ ਬਣਦੀਆਂ ਨੇ। ਨਾਨਕੇ, ਦਾਦਕੇ, ਸਹੁਰੇ, ਚਾਚੇ, ਤਾਏ। ਜੇ ਔਰਤ ਨਹੀਂ, ਕੋਈ ਜੰਮੇਗਾ ਹੀ ਨਹੀਂ ਤੇ ਰਿਸ਼ਤੇਦਾਰੀਆਂ ਨਹੀਂ ਹੋਣਗੀਆਂ। ਅਸੀਂ ਰਿਸ਼ਤੇਦਾਰਾਂ ਨਾਲ ਕਿੰਨਾ ਪਿਆਰ ਕਰਦੇ ਹਾਂ ਤੇ ਔਰਤ ਨਾਲ ਨਫ਼ਰਤ। ਇਹ ਰਿਸ਼ਤੇਦਾਰੀਆਂ ਤੁਹਾਡੀਆਂ, ਨਾਨਕੇ, ਦਾਦਕੇ, ਸਹੁਰੇ, ਸੱਜਣ, ਮਿੱਤਰ, ਇਹ ਸਭ ਔਰਤ ਕਰਕੇ ਨੇ। ਦੁਨੀਆ ਦੀ ਇਹ ਜੀਵਨ ਦੀ ਜੋ ਰਾਹ ਹੈ, ਇਹ ਸਭ ਔਰਤ ਕਰਕੇ ਚੱਲ ਰਿਹਾ ਹੈ। ਭੰਡੋਂ ਹੀ ਭੰਡ ਉਪਜੈ, ਔਰਤ ਤੋਂ ਔਰਤ ਵੀ ਪੈਦਾ ਹੁੰਦੀ ਹੈ। ਜੇ ਔਰਤ ਨਾ ਹੋਏ ਤਾਂ ਦੂਜੀ ਬੱਚੀ ਵੀ ਨਹੀਂ ਨਾ ਪੈਦਾ ਹੋਏਗੀ। ਜੋ ਬੱਚੀਆਂ ਨੇ ਉਹ ਵੀ ਔਰਤ ਤੋਂ ਪੈਦਾ ਹੋ ਰਹੀਆਂ ਨੇ। ਬੰਦਾ ਵੀ ਔਰਤ ਤੋਂ ਪੈਦਾ ਹੋਇਆ, ਔਰਤ ਵੀ ਔਰਤ ਤੋਂ ਪੈਦਾ ਹੋਈ, ਤਾਂ ਬੰਦਾ ਮਹਾਨ ਕਿਵੇਂ ਹੋ ਗਿਆ ਤੇ ਔਰਤ ਨੀਵੀਂ ਕਿਵੇਂ ਹੋ ਗਈ? ਕਿਉਂਕਿ ਦੋਵੇਂ ਇੱਕੋ ਜਗ੍ਹਾ ਤੋਂ ਆ ਰਹੇ ਨੇ, ਇੱਕੋ ਸਿਸਟਮ ਨਾਲ ਆ ਰਹੇ ਨੇ। ਭੰਡੇ ਬਾਜ ਨਾ ਕੋਏ, ਔਰਤ ਤੋਂ ਬਿਨਾਂ ਇਸ ਦੁਨੀਆ ਦੇ ਅੰਦਰ ਕੋਈ ਵੀ ਨਹੀਂ ਹੈ। ਕੋਈ ਐਸਾ ਹੈ ਜੋ ਔਰਤ ਤੋਂ ਬਿਨਾਂ ਪੈਦਾ ਹੋਇਆ ਹੈ। ਹੁਣ ਅੱਜ ਕਿਹਾ ਜਾ ਸਕਦਾ ਹੈ ਕਿ ਹਾਂ ਟੈਸਟ ਟਿਊਬ ਬੇਬੀ ਹੈ, ਲੇਕਿਨ ਉਹ ਸਿਸਟਮ ਉਹੀ ਹੈ। ਮਾਂ ਦਾ ਅੰਡਾ ਔਰ ਪਿਤਾ ਦਾ ਵੀਰਜ, ਜੋ ਸਿਸਟਮ ਹੈ ਬੱਚੇ ਦਾ, ਉਹੀ ਹੈ। ਉਸ ਸਿਸਟਮ ਤੋਂ ਬਿਨਾਂ ਨਹੀਂ ਹੋ ਸਕਦਾ। ਡਾਕਟਰ ਲੋਕਾਂ ਨੇ, ਸਾਇੰਟਿਸਟ ਵੀਰਾਂ ਨੇ ਉਸ ਸਿਸਟਮ ਨੂੰ ਸਮਝਿਆ ਹੈ ਤੇ ਉਸ ਸਿਸਟਮ ਰਾਹੀਂ ਅਲੱਗ ਤਰੀਕੇ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਹੈ। ਇੱਕ ਵੱਖਰਾ ਟੌਪਿਕ ਹੈ। ਲੇਕਿਨ ਇਸ ਦੁਨੀਆ ਦੇ ਅੰਦਰ ਔਰਤ ਤੋਂ ਬਿਨਾਂ ਕੋਈ ਹੈ ਜਿਹੜਾ ਔਰਤ ਤੋਂ ਬਿਨਾਂ ਜੰਮਿਆ ਹੋਵੇ? ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਗੁਰੂ ਜੀ ਕਹਿੰਦੇ ਨੇ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਇੱਕ ਸੱਚਾ ਰੱਬ ਔਰਤ ਤੋਂ ਬਿਨਾਂ ਹੈ। ਉਸਨੇ ਕਿਸੇ ਮਾਂ ਤੋਂ ਜਨਮ ਨਹੀਂ ਲਿਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੁਣ ਇੱਥੇ ਦੋ ਗੱਲਾਂ ਸਮਝਣ ਵਾਲੀਆਂ ਨੇ। ਇੱਕ ਤੇ ਇਸ ਦੁਨੀਆ ਦੇ ਅੰਦਰ ਔਰਤ ਦੀ ਮਹਾਨਤਾ ਹੈ, ਜੋ ਸਾਰੇ ਸ਼ਲੋਕ ਵਿੱਚ ਅਸਾਂ ਵਿਚਾਰ ਲਈ ਹੈ।
दूजी गल यह है कि जेड़ा औरत तो पैदा होया है वो रब नहीं है। नानक भंडे बाहरा एको सच्चा सोए, एक रब ही औरत तो बिना है जिसका कोई मां बाप नहीं है। जिदे करके सारा संसार है वो मां बाप तो बिना है, अपने आप है, वो सैभंग है, वो अपने आप तो आप। ਤਾਂ ਇੱਥੇ ਜਿਹੜੀ ਦੂਜੀ ਵਿਚਾਰ ਹੈ ਉਹ ਇਹ ਹੈ ਕਿ ਜਿਸਨੇ ਮਾਂ ਦੇ ਪੇਟ ਤੋਂ ਜਨਮ ਲਿਆ ਹੈ ਉਹ ਰੱਬ ਨਹੀਂ ਹੈ। ਰੱਬ ਦਾ ਰੂਪ ਹੈ, ਉਹਦੇ ਵਿੱਚ ਰੱਬ ਹੈ, ਰੱਬ ਦੀ ਅੰਸ਼ ਹੈ, ਰੱਬ ਦੇ ਗੁਣ ਨੇ, ਪਰ ਕਿਸੇ ਕੱਲੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਰੱਬ ਹੈ। ਜਿਨ੍ਹਾਂ ਨੇ ਐਸਾ ਮੰਨਿਆ ਉਹਨਾਂ ਤੇ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਤਰਕ ਕੀਤਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾਂ ਕੋਰੇ, धरन आकाश दसों दिस नाही, तब ए नंद कहां थोरे, भगत हेत अवतार लियो है, भाग बड़ो बपुरा कोरे, कबीर को स्वामी ऐसो कबीर को ठाकुर ऐसो स्वामी, जाके माई ना बाप। कबीर दा रब तां ऐसा है जिसका कोई मां बाप नहीं है। रब अजूनी है, रब सैभंग है। एक सच जिहड़ा है वो औरत तो बाहरा है। सच दा मतलब जो रब है जिसे करके यह सारा जगत है वो औरत राही नहीं जन्मिया, बाकी तो संसार सारा औरत राही जन्म रहा है। तो गुरुदेव पातशाह हुण अगला जिहड़ा है बचन करदे ने विच, मैं सॉरी एक पंक्ति विचों भुल गया, छड्ड गया। पंड मुआ पंड भालीए, पंड होवे बंधान, सो क्यों मंदा आखिए, जित जम्मै राजान। उस औरत नूं माड़ा क्यों किया जाए जिस राही बहुत वड्डियां वड्डियां हस्तियां ने जन्म लिया, राजियां महाराजियां ने जन्म लिया। इत्थे साइंटिस्टां, डॉक्टर, इंजीनियर, वैज्ञानिक, मनोवैज्ञानिक, मनोचिकित्सक, इत्थे सारी जो है खलकत है औरत तो जन्म लिया। उस औरत नूं क्यों माड़ा किया जाए? की बेस है कि जिस करके ए ब्राह्मण देवता जां ए पुजारी देवता, केड़ा रीजन है जिहड़े रीजन करके तू औरत नूं माड़ा कह रहा? की रीजन है? कोई कारण है? औरत वास्ते गुसाई तुलसीदास जी ने तो इथों तक लिख दिता, ढोल गवार शूद्र पशु नारी, ये सब ताड़न के अधिकारी। कि ढोल भी, गवार का मतलब पागल बंदा भी, शूद्र का मतलब अखौती नीवी जात का बंदा, पशु और इस्त्री, इन्हां नूं जुत्तियां पैंदियां रहन ते ठीक है, इन्हां नूं ताड़ना हुंदी रहे ठीक है। ये ताड़ना दे अधिकारी ने। ढोल गवार शूद्र पशु नारी, ये सब ताड़न के अधिकारी। पर गुरु जी कहते ने, प्यारे रीजन तो दसो, कारण की है, किस करके औरत नूं माड़ा कह रहे हो? सो क्यों मंदा आखिए जित जम्मे राजान। की रीजन है तुहाडे कोल? कोई रीजन नहीं है। हुण देखो इथों तक तो गल ठीक है, पर जदों असीं अपने धर्म वल वेखदे हां, गुरबाणी तां इन्हां चीज़ां दा करदी है खंडन। गुरबाणी औरत नूं बराबर दा दर्जा दिंदी है। गुरु नानक देव जी पहले ऐसे रहबरी पुरुष ने जिन्हां ने औरत नूं आदर मान सत्कार दिता और मनुख दे बराबर दे अधिकार दिते। पर असीं अज हरमंदर साहब विच औरत कीर्तन नहीं कर सकती। हो सकता है मेरी इस गल दे नाल बहुत सारे लोग सहमत नहीं होंगे और कई सारे नाम देंगे, लेकिन रीजन तो दसो जिहड़े गुरु नानक देव जी ने इन्ने शब्द दसे ने, इहदे विचों रीजन की है? किवें मैं माड़ा कह रहे हो? की बेस है कि बंदा कीर्तन कर सकता है ते औरत नहीं कर सकती? बंदा अमृत पान कर सकता है, औरत भी कर सकती है। तो असीं भी अज कई थावां ते औरत दे नाल ਇਹ ਜਿਹੜਾ ਹੈ ਵਿਤਕਰਾ ਕਰ ਰਹੇ ਹਾਂ। ਘਰਾਂ ਦੇ ਵਿੱਚ ਵਿਤਕਰਾ ਹੋ ਰਿਹਾ ਹੈ, ਘਰਾਂ ਦੇ ਵਿੱਚ ਵਿਤਕਰਾ ਹੋ ਰਿਹਾ ਹੈ। ਇਸ ਲਈ ਔਰਤ ਦੇ ਨਾਲ ਕਦੇ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ, ਕਦੇ ਵੀ ਉਸ ਨੂੰ ਮਾੜਾ ਨਹੀਂ, ਮਾਣ ਆਦਰ ਔਰ ਸਤਿਕਾਰ ਦੇਣਾ ਚਾਹੀਦਾ ਹੈ ਬਰਾਬਰ ਦਾ। ਤੇ ਔਰਤ ਦਾ ਵੀ ਇਹ ਫਰਜ਼ ਹੈ ਕਿ ਉਹ ਵੀ ਗੁਰੂ ਜੀ ਦਾ ਮਾਣ ਆਦਰ ਸਤਿਕਾਰ ਪੂਰਾ ਕਰੇ, ਗੁਰਬਾਣੀ ਅਨੁਸਾਰ ਉਹ ਵੀ ਜ਼ਿੰਦਗੀ ਜੀਵੇ। ਇਹ ਨਹੀਂ ਕਿ ਉਹ ਗੁਰਮਤ ਤੋਂ ਉਲਟ ਹੀ ਜੀਵੇ। मान आदर तां ही है ना। हुण अगला बचन करदे ने, जित मुख सदा सालाही है, भागां रत्ती चार। चार दा मतलब सुंदर,
ਭਾਗਾਂ ਰੱਤੀ ਦਾ ਮਤਲਬ ਭਾਗਾਂ ਭਰਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਗਤ ਦੇ ਅੰਦਰ ਇਸਤਰੀ ਨੂੰ ਮਾੜਾ ਜਾਂ ਨੀਵਾਂ ਸਮਝਣ ਦਾ ਸਿਧਾਂਤ ਮੁੱਢੋਂ ਹੀ ਗਲਤ ਹੈ। ਅਸਲ ਗੱਲ ਤਾਂ ਇਹ ਹੈ ਕਿ ਜੀਵ ਭਾਵੇਂ ਇਸਤਰੀ ਹੋਵੇ ਤੇ ਭਾਵੇਂ ਪੁਰਸ਼ ਹੋਵੇ, ਜੋ ਜੀਵ ਮੁਖ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਨਾ, ਉਹ ਮੁਖ ਭਾਗਾਂ ਭਰਿਆ ਹੈ। ਜਿਤ ਮੁਖ ਸਦਾ ਸਲਾਹੀ ਹੈ, ਚਾਹੇ ਉਹ ਔਰਤ ਦਾ ਮੁਖ ਹੈ, ਚਾਹੇ ਉਹ ਪੁਰਸ਼ ਦਾ ਮੁਖ ਹੈ। ਯਾਨੀ ਔਰਤ ਜੇ ਆਪਣੀ ਜ਼ਬਾਨ ਦੇ ਨਾਲ ਪਿਆਰੇ ਬੋਲ ਬੋਲਦੀ ਹੈ, ਸੱਚ ਬੋਲਦੀ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦੀ ਹੈ, ਇਨਸਾਨੀਅਤ ਵਾਲੇ ਬੋਲ ਬੋਲਦੀ ਹੈ, ਇਨਸਾਨੀਅਤ ਵਾਲੇ ਕਰਮ ਕਰਦੀ ਹੈ, ਤੇ ਭਾਗਾਂ ਵਾਲੀ ਹੈ, ਮਹਾਨ ਹੈ। ਤੇ ਜੇ ਪੁਰਸ਼ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਪਿਆਰ ਵਾਲੇ ਬੋਲ ਬੋਲਦਾ ਹੈ, ਇਨਸਾਨੀਅਤ ਵਾਲੇ ਬੋਲ ਬੋਲਦਾ ਹੈ, ਪਿਆਰ ਮੁਹੱਬਤ ਵਾਲੇ ਬੋਲ ਬੋਲਦਾ ਹੈ, ਸਕਾਰਾਤਮਕ ਚੜ੍ਹਦੀ ਕਲਾ ਵਾਲੇ ਬੋਲ ਬੋਲਦਾ ਹੈ, ਤਾਂ ਪੁਰਸ਼ ਭਾਗਾਂ ਵਾਲਾ ਹੈ। ਜਿਹੜਾ ਬੰਦਾ ਸੱਚ ਦੇ ਨਾਲੋਂ ਟੁੱਟਿਆ ਹੈ, ਉਹ ਚਾਹੇ ਔਰਤ ਹੈ ਜਾਂ ਪੁਰਸ਼ ਹੈ, ਕੋਈ ਵੀ ਹੈ, ਸੱਚ ਦੇ ਨਾਲੋਂ ਟੁੱਟੇ ਹੋਏ ਔਰਤ ਪੁਰਸ਼ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ, ਭਾਵ ਨਮੋਸ਼ੀ ਹੁੰਦੀ ਹੈ। ਲੇਕਿਨ ਜੋ ਸੱਚ ਦੇ ਨਾਲ ਜੁੜਿਆ ਹੈ ਉਹ ਮਹਾਨ ਹੈ, ਚਾਹੇ ਉਹ ਔਰਤ ਹੈ, ਚਾਹੇ ਉਹ ਪੁਰਸ਼ ਹੈ। ਤਾਂ ਮਹਾਨਤਾ ਔਰਤ ਔਰ ਪੁਰਸ਼ ਹੋਣ ਵਿੱਚ ਨਹੀਂ ਹੈ, ਸਰੀਰਕ ਫਰਕ ਨਾਲ ਨਹੀਂ ਹੈ, ਮਹਾਨਤਾ ਸੋਚ ਕਰਕੇ ਹੈ। ਇਤਿਹਾਸ ਪੜ੍ਹ ਕੇ ਵੇਖੋ ਕਿੰਨੀਆਂ ਔਰਤਾਂ ਹੋਈਆਂ ਨੇ। ਬੀਬੀ ਮਾਤਾ ਖੀਵੀ, ਜਿਨ੍ਹਾਂ ਦਾ ਨਾਮ ਗੁਰਬਾਣੀ ਦੇ ਵਿੱਚ ਹੈ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ, ਭੈਣ ਨਾਨਕੀ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਹੋਰ ਅਨੇਕਾਂ ਸਿੱਖ ਔਰਤਾਂ ਜਿਨ੍ਹਾਂ ਨੇ ਸ਼ਹੀਦੀ ਪਾਈ ਹੈ। ਉਹ ਔਰਤਾਂ ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਝੋਲੀਆਂ ਚ ਪਵਾ ਲਏ, ਉਹਨਾਂ ਨੂੰ ਕੀ ਕਹੋ? ਮਹਾਨ ਹੈ ਉਹ ਬੰਦਾ, ਔਰਤ ਜਾਂ ਪੁਰਸ਼ ਕੋਈ ਵੀ ਹੈ, ਉਹ ਮਹਾਨ ਹੈ। ਇਸ ਲਈ ਔਰਤ ਦੇ ਨਾਲ ਕਦੇ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ। ਉਹ ਮੁਖ ਸੁਹਾਵਣਾ ਹੈ ਜਿਸ ਮੁਖ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਭਾਗਾਂ ਰੱਤੀ ਦਾ ਮਤਲਬ ਉਹ ਮੁਖ ਭਾਗਾਂ ਵਾਲਾ ਹੈ। ਚਾਰ ਦਾ ਮਤਲਬ ਉਹ ਸੁੰਦਰ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮੁਖ ਰੱਬੀ ਦਰਗਾਹ ਦੇ ਵਿੱਚ ਉਜਵਲ ਨੇ, ਉਹਨਾਂ ਨੂੰ ਰੱਬੀ ਦਰਗਾਹ ਵਿੱਚ ਮਾਣ ਆਦਰ ਸਤਿਕਾਰ ਮਿਲਦਾ ਹੈ। ਕੌਣ? ਜਿਹੜੇ ਸਿਫਤ ਸਲਾਹ ਕਰਦੇ ਨੇ, ਜਿਨ੍ਹਾਂ ਦੀ ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ, ਜੋ ਔਰਤ ਔਰ ਮਰਦ ਦੇ ਅੰਦਰ ਵਿਤਕਰੇ ਪੈਦਾ ਨਹੀਂ ਕਰਦੇ, ਜੋ ਔਰਤ ਔਰ ਮਰਦ ਦੇ ਵਿਤਕਰਿਆਂ ਵਾਲੇ ਚੱਕਰ ਵਿੱਚ ਨਹੀਂ, ਜਿਹੜੇ ਸੋਚ ਭੇਟ ਦੇ ਚੱਕਰ ਦੇ ਵਿੱਚ ਨਹੀਂ ਹਨ, ਸਗੋਂ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਸੁੱਚਾ ਕਰ ਲਿਆ, ਜਿਨ੍ਹਾਂ ਦੀ ਸੋਚ ਮਹਾਨ ਹੈ, ਜਿਨ੍ਹਾਂ ਦੇ ਬੋਲ ਮਹਾਨ ਨੇ, ਜਿਨ੍ਹਾਂ ਦਾ ਵਿਹਾਰ ਮਹਾਨ ਹੈ, ਉਹ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਰੱਬੀ ਦਰਗਾਹ ਦੇ ਅੰਦਰ ਪ੍ਰਵਾਨ ਹੈ, ਇਸ ਸੰਸਾਰ ਤੇ ਵੀ ਪ੍ਰਵਾਨ ਹੈ। ਕਿਉਂ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੋ ਸੱਚੀ ਰਾਹਾਂ ਤੇ ਚੱਲਦੇ ਨੇ, ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ। ਇਸ ਲਈ ਜੇ ਕਿਤੇ ਸਾਡੇ ਘਰਾਂ ਵਿੱਚ ਜਾਂ ਹੋਰ ਥਾਵਾਂ ਤੇ ਧਰਮ ਦੀ ਦੁਨੀਆ ਵਿੱਚ ਔਰਤ ਦੇ ਨਾਲ ਵਿਤਕਰਾ ਹੈ, ਤਾਂ ਸਾਨੂੰ ਉਹ ਵਿਤਕਰੇ ਬੰਦ ਕਰਨੇ ਚਾਹੀਦੇ ਨੇ। ਘਰਾਂ ਦੇ ਵਿੱਚ ਵੀ ਔਰਤ ਨੂੰ ਬਰਾਬਰ ਦਾ ਮਾਣ, ਆਦਰ ਔਰ ਸਤਿਕਾਰ ਦੇਣਾ ਚਾਹੀਦਾ ਹੈ। ਮੈਂ ਦੇਖਦਾ ਹਾਂ ਆਮ ਥਾਵਾਂ ਤੇ ਜਿਹੜੀਆਂ ਔਰਤਾਂ ਘਰ ਵਿੱਚ ਨੇ ਨਾ, ਹਾਊਸ ਵਾਈਫ, ਜੇ ਪੁੱਛੀਏ ਭਾਈ ਸਾਹਿਬ ਕੀ ਕੰਮ ਕਰਦੇ ਹੋ, ਤੇ ਕਹਿੰਦਾ ਮੈਂ ਦੁਕਾਨ ਚਲਾਉਂਦਾ ਜਾਂ ਵਪਾਰ ਕਰਦਾ ਜਾਂ ਜੌਬ ਕਰਦਾ ਹਾਂ। ਤੇ ਜੇ ਪੁੱਛੀਏ ਵੀ ਭੈਣ ਜੀ, ਕਹਿੰਦੇ ਨੇ ਤਾਂ ਵਿਹਲੀ ਹੈ, ਘਰ ਹਾਊਸ ਵਾਈਫ ਵਿਹਲੀ ਹੈ। ਮੈਂ ਹੈਰਾਨ ਹੁੰਨਾ ਕਿ ਔਰਤ ਨੂੰ, ਜਿਹੜੀ ਹਾਊਸ ਵਾਈਫ ਹੈ ਖਾਸ ਕਰਕੇ, ਉਹਨੂੰ ਤੇ ਇੱਕ ਪਲ ਵੀ ਚੈਨ ਨਹੀਂ ਘਰ ਵਿੱਚ। ਸਾਰਾ ਟੱਬਰ ਸਵੇਰੇ ਸੁੱਤਾ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਔਰਤ ਘਰ ਵਿੱਚ ਉੱਠਦੀ ਹੈ। ਇੰਡੀਆ ਪਿੰਡਾਂ ਵਿੱਚ ਸਭ ਤੋਂ ਪਹਿਲਾਂ ਔਰਤਾਂ ਉੱਠਦੀਆਂ ਨੇ। ਉਹਨਾਂ ਨੇ ਪਿੰਡਾਂ ਦੇ ਵਿੱਚ ਤੇ ਮਧਾਣੀ ਆਦਿ ਰਿੜਕਣਾ ਪਾਣਾ ਹੈ, ਤੇ ਸ਼ਹਿਰਾਂ ਦੇ ਵਿੱਚ ਵੀ ਉੱਠ ਕੇ ਉਹਨਾਂ ਨੇ ਚਾਹ ਪਾਣੀ ਬਣਾਉਣੀ ਹੈ, ਗੀਜ਼ਰ ਉਹਨਾਂ ਨੇ ਔਨ ਕਰਨਾ ਹੈ, ਉਹਨਾਂ ਨੇ ਬੱਚਿਆਂ ਨੂੰ ਇਸ਼ਨਾਨ ਕਰਾ ਰਹੀ ਹੈ ਔਰਤ, ਪਤੀ ਦੇ ਕੱਪੜੇ ਪ੍ਰੈਸ ਕਰ ਰਹੀ ਹੈ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਹੈ, ਪਤੀ ਦਾ ਟਿਫਨ ਤਿਆਰ ਕੀਤਾ ਹੈ, ਉਸ ਤੋਂ ਬਾਅਦ ਸੱਸ ਸਹੁਰੇ ਨੂੰ ਰੋਟੀ ਪਾਣੀ ਪ੍ਰਸ਼ਾਦਾ ਛਕਾਇਆ ਹੈ, ਫਿਰ ਉਹ ਬਰਤਨ ਵਗੈਰਾ ਮਾਂਜੇ ਨੇ, ਤੇ ਕਈ ਵਾਰੀ ਆਪ ਵਿਚਾਰੀ ਨਾਸ਼ਤਾ ਹੀ ਨਹੀਂ ਕਰ ਪਾਉਂਦੀ।
ਉਹਨੇ ਚਿਰ ਨੂੰ ਬੱਚਿਆਂ ਦੇ ਦੁਪਹਿਰੇ ਆਉਣ ਦਾ ਸਮਾਂ ਹੋਣਾ ਹੈ, ਉਹਨੇ ਪ੍ਰਸ਼ਾਦਾ ਪਾਣੀ ਬੱਚਿਆਂ ਵਾਸਤੇ ਤਿਆਰ ਕਰਨਾ ਹੈ, ਜਾ ਕੇ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਂਦੀ ਹੈ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੀ ਹੈ, ਸੱਸ ਸਹੁਰੇ ਨੂੰ ਛਕਾਉਂਦੀ ਹੈ, ਬਰਤਨ ਮਾਂਜਦੀ ਹੈ, ਸ਼ਾਮ ਨੂੰ ਪਤੀ ਆ ਜਾਂਦਾ ਹੈ, ਉਹਨੂੰ ਚਾਹ ਪਾਣੀ ਬਣਾ ਕੇ ਦਿੰਦੀ ਹੈ, ਸ਼ਾਮ ਦਾ ਫਿਰ ਲੰਗਰ ਪਾਣੀ ਉਹਨੇ ਕਰਨਾ ਹੈ, ਦਿਨ ਦੇ ਵਿੱਚ ਕੱਪੜੇ ਧੋਣੇ ਨੇ, ਟਾਕੀ ਮਾਰਨੀ ਹੈ, ਕਿੰਨੇ ਸਾਰੇ ਕੰਮ ਨੇ। ਫਿਰ ਰਾਤ ਦੇ ਪ੍ਰਸ਼ਾਦਾ ਪਾਣੀ ਸਾਰਿਆਂ ਨੂੰ ਛਕਾ ਕੇ ਲਾਸਟ ਵਿੱਚ ਪ੍ਰਸ਼ਾਦਾ ਛਕਣਾ ਹੈ, ਸਾਰੇ ਬਰਤਨ ਆਦਿ ਉਹਨੇ ਸਾਫ਼ ਕਰਨੇ ਨੇ। ਫਿਰ ਰਾਤ ਨੂੰ ਥਾਂ ਥਾਈਂ ਜਿਹਨੇ ਦੁੱਧ ਪੀਣਾ ਹੈ, ਦੁੱਧ ਆਦਿ ਦੇ ਕੇ ਬਰਤਨ ਮਾਂਜ ਕੇ ਸਾਰਾ ਟੱਬਰ ਸੌਂ ਜਾਂਦਾ ਹੈ। ਫਿਰ ਔਰਤ ਸੌਂਦੀ ਹੈ, ਸਾਰੇ ਸੁੱਤੇ ਹੁੰਦੇ ਨੇ, ਸਭ ਤੋਂ ਪਹਿਲਾਂ ਉੱਠ ਪੈਂਦੀ ਤੇ ਉਹਨੂੰ ਕਹਿੰਦੇ ਨੇ ਵਿਹਲੀ ਹੈ। ਤਾਂ ਸਾਡਾ ਇਧਰ ਧਿਆਨ ਹੋਣਾ ਚਾਹੀਦਾ ਹੈ, ਔਰਤ ਨੂੰ ਮਾਣ ਆਦਰ ਸਤਿਕਾਰ ਦੀ ਨਜ਼ਰ ਦੇ ਨਾਲ ਵੇਖਣਾ ਚਾਹੀਦਾ ਹੈ। ਹੁਣ ਅੱਗੇ ਸਾਨੂੰ ਸਮਝਾ ਰਹੇ ਨੇ ਇਸ ਦੁਨੀਆ ਦੇ ਅੰਦਰ ਦੇਖੋ ਕੀ ਹੁੰਦਾ ਹੈ ਪ੍ਰੋਬਲਮ। ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀ। ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਬਹੁ ਗਿਣਤੀ ਆਪਣਾ ਆਪਣਾ ਕਹਿ ਰਹੀ ਹੈ, ਮੈਂ ਕਹਿ ਰਹੀ ਹੈ, ਯਾਨੀ ਮੋਹ ਦੇ ਅੰਦਰ ਫਸੇ ਹੋਏ ਨੇ ਲੋਕ, ਬਹੁ ਗਿਣਤੀ ਸੈਲਫਿਸ਼ ਨੇ, ਸਵਾਰਥੀ ਨੇ। ਜੇ ਵੇਖਣਾ ਹੋਵੇ ਨਾ ਕਦੇ ਪ੍ਰੇਮ, ਤੇ ਇੰਡੀਆ ਵਿੱਚ ਜਿਹੜੇ ਬਜ਼ੁਰਗ ਨੇ ਦੋ ਗੱਲਾਂ ਕਹਿੰਦੇ ਹੁੰਦੇ ਸਨ ਕਿ ਜੇ ਆਪਣੇ ਯਾਰ ਦੋਸਤ ਨਾਲ ਜਾਂ ਪ੍ਰੇਮ ਵੇਖਣਾ ਹੋਵੇ ਨਾ, ਜੇ ਕਿਹੋ ਜੀ ਮਤਲਬ ਵੰਡ ਕਰਦਾ ਬੰਦਾ, ਤੇ ਉਹਨੂੰ ਇੱਕ ਗੰਨਾ ਦੇ ਦਿਓ ਤੇ ਉਹਨੂੰ ਕੋਈ ਦੇ 3 ਟੁਕੜੇ ਕਰ ਦੇ ਤੇ 3 ਜਣਿਆਂ ਨੂੰ ਗੰਨਾ ਵੰਡ ਦੇ। ਹੁਣ ਫਿਰ ਉਹਨੂੰ ਵੇਖੋ ਵੀ ਉਹ ਪਿਛਲਾ ਪਾਸਾ, ਜੜ੍ਹਾਂ ਵਾਲਾ ਪਾਸਾ ਕਿਹਨੂੰ ਦਿੰਦਾ ਹੈ, ਆਪ ਰੱਖਦਾ ਕਿ ਦੂਜਿਆਂ ਨੂੰ ਦਿੰਦਾ। ਜੇ ਜੜ ਵਾਲਾ ਪਾਸਾ ਆਪ ਰੱਖ ਰਿਹਾ ਹੈ, ਇਟ ਮੀਨਸ ਸੈਲਫਿਸ਼ ਹੈ ਨਾ, ਕਿਉਂਕਿ ਉਹਦਾ ਰਸ ਜ਼ਿਆਦਾ ਹੁੰਦਾ ਥੋੜਾ। ਛੱਲੀ ਦੇ ਦਿਓ ਅਗਲੇ ਨੂੰ, ਛੱਲੀ ਭੁੰਨ ਕੇ ਤੁਹਾਨੂੰ ਕਿਹੜਾ ਪਾਸਾ ਦਿੰਦਾ, ਉਤਲਾ ਕਿ ਥੱਲੇ ਵਾਲਾ? ਥੱਲੇ ਵਾਲੇ ਪਾਸੇ ਦਾਣੇ ਜ਼ਿਆਦੇ ਹੁੰਦੇ ਨੇ। ਜਿਹੜਾ ਬੰਦਾ ਇੰਨਾ ਕੁ ਹੀ ਨਹੀਂ ਕਰ ਸਕਦਾ, ਉਹ ਵੱਡਾ ਤਿਆਗ ਕਿੱਥੇ ਕਰੇਗਾ? ਉਹ ਕਿਸੇ ਵਾਸਤੇ ਬੱਚੇ ਕਿੱਥੋਂ ਮਰਵਾ ਲੇਗਾ? ਤਾਂ ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ ਬਹੁ ਗਿਣਤੀ ਮੋਹ ਦੇ ਅੰਦਰ ਫਸੀ ਹੋਈ ਹੈ, ਸੈਲਫਿਸ਼ ਹੈ, ਦੂਜੇ ਨੂੰ ਮਾਣ ਆਦਰ ਨਹੀਂ ਦੇਣਾ ਚਾਹੁੰਦੇ, ਆਪਣੀਆਂ ਭਾਵਨਾਵਾਂ ਹਰ ਬੰਦਾ ਮੁੱਖ ਰੱਖਦਾ ਹੈ, ਦੂਜੇ ਦੀਆਂ ਭਾਵਨਾਵਾਂ ਦਾ ਕਦਰ ਨਹੀਂ ਕਰਦਾ, ਆਪ ਮਹਾਨ ਬਣਦਾ ਹੈ, ਦੂਜੇ ਨੂੰ ਨੀਵਾਂ ਵਿਖਾਉਂਦਾ ਹੈ, ਆਪ ਸੁੱਖ ਚਾਹੁੰਦਾ ਹੈ, ਦੂਜਿਆਂ ਦੇ ਸੁੱਖਾਂ ਦੇ ਵਿੱਚ ਲੱਤਾਂ ਅੜਾਉਂਦਾ ਫਿਰਦਾ ਹੈ। ਗੁਰੂ ਜੀ ਕਹਿੰਦੇ ਨੇ ਜਿਸ ਨਾਹੀ ਸੋ ਚੁਣ ਕੱਢੀ ਹੈ, ਜਿਹਦੇ ਅੰਦਰ ਇਹ ਦੋਸ਼ ਨਹੀਂ, ਜਿਹੜਾ ਸੈਲਫਿਸ਼ ਨਹੀਂ ਹੈ, ਉਹਨੂੰ ਚੁਣ ਕੇ ਵੱਖਰਾ ਕਰੋ ਇਸ ਦੁਨੀਆ ਚੋਂ, ਤੇ ਕਿੰਨੇ ਕੁ ਬੰਦੇ ਇਹੋ ਜਿਹੇ ਨਿਕਲਣਗੇ? ਕਿੰਨੇ ਕੁ ਬੰਦੇ ਨਿਕਲਣਗੇ ਜਿਹੜੇ ਸੈਲਫਿਸ਼ ਨਹੀਂ ਹਨ? ਕੋਈ ਲੋਕ ਸੇਵਾ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ ਚਾਹੁੰਦਾ ਹੈ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕਹਿ ਰਹੇ ਰਾਮ ਲਿਵਲਾਗ। ਐਸਾ ਕੋਈ ਹੈ ਜਿਹੜਾ ਸੈਲਫਿਸ਼ ਨਾ ਹੋਵੇ ਕਿ ਮੈਂ ਦੁਖੀ ਹੋ ਜਾਵਾਂਗਾ ਲੇਕਿਨ ਗੁਆਂਢੀਆਂ ਨੂੰ ਮੈਂ ਸੁੱਖ ਦਿਆਂਗਾ? ਬਹੁਤ ਘਾਟੇ ਨਹੀਂ ਕਿ ਨਹੀਂ ਹੈ, ਬਹੁਤ ਚੰਗੇ ਚੰਗੇ ਇਨਸਾਨ ਨੇ ਤੁਹਾਡੇ ਵਰਗੇ ਲੋਕ, ਹੋਰ ਬਹੁਤ ਨੇ, ਹਿੰਦੂ ਵੀਰਾਂ ਵਿੱਚ, ਮੁਸਲਮਾਨਾਂ ਵਿੱਚ, ਸਿੱਖਾਂ ਵਿੱਚ, ਹਰ ਧਰਮ ਮਜ਼ਹਬ ਦੇ ਅੰਦਰ, ਹਰ ਦੇਸ਼ ਦੇ ਅੰਦਰ ਚੰਗੇ ਚੰਗੇ ਲੋਕ ਹੁੰਦੇ ਨੇ, ਲੇਕਿਨ ਬਹੁਤ ਘੱਟ, ਉਂਗਲਾਂ ਤੇ ਗਿਣਨ ਵਾਲੇ। ਗੁਰੂ ਜੀ ਕਹਿੰਦੇ ਨੇ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀ ਹੈ, ਜਿਹਦੇ ਅੰਦਰ ਆਪਣਤ ਨਹੀਂ, ਜੋ ਦੂਜੇ ਨੂੰ ਮਾਣ ਦੇਣਾ ਚਾਹੇ, ਜੋ ਦੂਜੇ ਨੂੰ ਸੁੱਖ ਪਹਿਲਾਂ ਦੇਣਾ ਚਾਹੇ, ਜਦੋਂ ਚੁਣ ਕੇ ਕੱਢੋਗੇ ਨਾ, ਗਿਣ ਕੇ ਗਿਣਤੀ ਕਰੋਗੇ ਤੇ ਬਹੁਤ ਘੱਟ ਨਿਕਲਣਗੇ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਧੀਏ। ਸੰਧੀਏ ਦਾ ਮਤਲਬ ਪਾਣਾ ਪੈਣਾ, ਲੇਖਾ ਦਾ ਮਤਲਬ ਕੰਮ, ਜੋ ਅਸੀਂ ਕੰਮ ਕਰਦੇ ਹਾਂ, ਕਰਮ। ਆਪੋ ਆਪਣੇ ਕੀਤੇ ਕਰਮਾਂ ਦਾ ਫਲ ਹਰ ਇੱਕ ਨੂੰ ਆਪ ਭੁਗਤਣਾ ਪੈਣਾ, ਤੇ ਮਰਨ ਤੋਂ ਬਾਅਦ ਅੱਗੇ ਜਾ ਕੇ ਨਹੀਂ, ਇੱਥੇ ਨਾਲ ਦੇ ਨਾਲ ਹਰ ਇਨਸਾਨ ਨੂੰ ਆਪਣੇ ਕੀਤੇ ਕਰਮ ਦਾ ਫਲ ਭੁਗਤਣਾ ਪੈਣਾ ਹੈ। ਮੈਨੂੰ ਮੇਰਾ, ਤੁਹਾਨੂੰ ਤੁਹਾਡਾ। ਫਾਰ ਐਗਜ਼ਾਮਪਲ, ਮੈਂ ਕਿਸੇ ਨੂੰ ਗਾਲ ਕੱਢਦਾ, ਗਾਲ ਕੱਢੀ ਤੇ ਅਗਲੇ ਨੇ ਫਟਾਕ ਕਰ ਦੀ ਚਪੇੜ ਮੂੰਹ ਤੇ ਮਾਰੀ, ਫਲ ਮਿਲ ਗਿਆ ਨਾ। ਮੈਂ ਕਿਸੇ ਨੂੰ ਪਿਆਰ ਦੇ ਨਾਲ ਵੀਰ ਭੈਣ ਕਿਹਾ ਤੇ ਉਹਨੇ ਵੀ ਮੈਨੂੰ ਪਿਆਰ ਕੀਤਾ, ਪਿਆਰ ਮਿਲ ਗਿਆ ਨਾ, ਫਲ ਮਿਲ ਗਿਆ। ਮੇਰੇ ਮਨ ਵਿੱਚ ਤੁਹਾਡੇ ਸਾਰਿਆਂ ਵਾਸਤੇ, ਜਿਹੜੇ ਤੁਸੀਂ ਕਲਾਸ ਵਿੱਚ ਵੀਰ ਭੈਣਾਂ ਬੈਠੇ ਹੋ, ਮੇਰੇ ਮਨ ਵਿੱਚ ਤੁਹਾਡੇ ਲਈ ਆਦਰ ਹੈ, ਸਤਿਕਾਰ ਹੈ, ਪਿਆਰ ਹੈ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਵੀ ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਹਾਂ, ਤਾਂ ਤੁਹਾਡੇ ਕੋਲੋਂ ਮੈਨੂੰ ਵੀ ਵੀਰ ਭਰਾਵਾਂ ਵਾਲਾ ਪਿਆਰ ਮਿਲ ਰਿਹਾ ਨਾ, ਇਹਨੂੰ ਕਹਿੰਦੇ ਨੇ ਫਲ। ਤੇ ਜੇ ਮੈਂ ਤੁਹਾਡੇ ਨਾਲ ਈਰਖਾ ਕਰਾਂ ਤੇ ਤੁਸੀਂ ਕੀ ਕਰੋਗੇ? ਈਰਖਾ ਹੀ ਕਰੋਗੇ ਨਾ। ਤਾਂ ਆਪਣੇ ਕਰਮ ਦਾ ਫਲ ਆਪ ਭੁਗਤਣਾ ਪੈਂਦਾ ਹੈ ਹਰ ਇਨਸਾਨ ਨੂੰ। ਜੈਸੀ ਸੋਚ ਹੈ ਵੈਸਾ ਹੀ ਫਲ ਮਿਲੇਗਾ।
ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕਿਵੇਂ ਹੈ? ਤੁਸੀਂ ਨੈਗੇਟਿਵ ਸੋਚਣਾ ਸ਼ੁਰੂ ਕਰ ਦਿਓ ਕਿ ਮੇਰੇ ਤੋਂ ਕੁਛ ਨਹੀਂ ਹੋਣਾ, ਮੈਂ ਕਮਜ਼ੋਰ ਹਾਂ, ਮੈਂ ਥੱਕਿਆ ਹਾਂ, ਮੈਂ ਤੇ ਕੁਛ ਵੀ ਕਰਨ ਜੋਗਾ ਨਹੀਂ, ਮੇਰੀ ਯਾਦਦਾਸ਼ਤ ਕਮਜ਼ੋਰ ਹੈ, ਲੋਕ ਕਾਮਯਾਬ ਹੋ ਰਹੇ ਨੇ, ਮੇਰੇ ਤੋਂ ਕਿੱਥੇ ਕਾਮਯਾਬ ਹੋਇਆ ਜਾਣਾ ਹੈ। ਤਾਂ ਤੁਸੀਂ ਐਸੇ ਹੀ ਹੋ ਜਾਓਗੇ, ਤੁਹਾਨੂੰ ਇਹਨਾਂ ਗੱਲਾਂ ਦਾ ਫਲ ਮਿਲੇਗਾ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਓਗੇ। ਤੁਸੀਂ ਆਪਣੇ ਵਾਸਤੇ ਸੋਚਣਾ ਸ਼ੁਰੂ ਕਰ ਦਿਓ ਕਿ ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰਾ ਪਿਆਰ ਭਰਿਆ ਵਤੀਰਾ ਹੈ, ਮੈਂ ਸੱਚ ਬੋਲਦਾ ਹਾਂ, ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੇਰੀਆਂ ਅੱਖਾਂ ਵਿੱਚ ਚਮਕ ਹੈ, ਮੇਰੇ ਚਿਹਰੇ ਤੇ ਨੂਰ ਹੈ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਹਰ ਥਾਂ ਤੇ ਮੈਨੂੰ ਮਾਣ ਆਦਰ ਮਿਲਦਾ ਹੈ, ਮੈਂ ਕਾਮਯਾਬ ਇਨਸਾਨ ਹਾਂ। ਤੁਸੀਂ ਇਹੋ ਜਿਹੇ ਹੋ ਜਾਓਗੇ, ਫਲ ਮਿਲ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਇਨਸਾਨ ਨੂੰ ਆਪਣੇ ਕਰਮ ਦਾ ਫਲ ਆਪ ਭੁਗਤਣਾ ਪੈਣਾ। ਇਸ ਲਈ ਜਿਹੋ ਜਿਹਾ ਫਲ ਚਾਹੁੰਦੇ ਹੋ ਉਹੋ ਜਿਹੇ ਬੀਜ ਬੀਜੋ। ਜੇ ਮਾਨ ਆਦਰ ਚਾਹੁੰਦੇ ਹੋ ਨਾ, ਤਾਂ ਦੂਜਿਆਂ ਦੇ ਨਾਲ ਮਾਨ ਆਦਰ ਨਾਲ ਪੇਸ਼ ਆਵੋ। ਜੇ ਕੋਈ ਚਾਹੁੰਦੇ ਹੋ ਕਿ ਤੁਹਾਨੂੰ ਤੁਸੀਂ ਕਰਕੇ ਬੁਲਾਏ, ਤਾਂ ਤੁਸੀਂ ਉਹਨੂੰ ਤੂੰ ਕਰਕੇ ਨਾ ਬੁਲਾਓ। ਜਿਹੋ ਜੀ ਵਰਡਿੰਗ ਦੂਜਿਆਂ ਤੋਂ ਆਪਣੇ ਵਾਸਤੇ ਚਾਹੁੰਦੇ ਹੋ, ਉਹੋ ਜੀ ਵਰਡਿੰਗ ਬੋਲੋ। ਜੇ ਦੂਜਿਆਂ ਤੋਂ ਸਤਿਕਾਰ ਚਾਹੁੰਦੇ ਹੋ, ਦੂਜਿਆਂ ਨੂੰ ਸਤਿਕਾਰ ਦਿਓ, ਕਿਉਂਕਿ ਆਪਣੇ ਕਰਮ ਦਾ ਫਲ ਮਿਲਣਾ ਹੈ। ਗੇਂਦ ਕੰਧ ਦੇ ਨਾਲ ਮਾਰੋਗੇ, ਓਨੀ ਸਪੀਡ ਨਾਲ ਹੀ ਤੁਹਾਡੇ ਵੱਲ ਵਾਪਸ ਆਏਗੀ। ਖੂਹ ਦੇ ਵਿੱਚ ਜੈਸੀ ਆਵਾਜ਼ ਮਾਰੋਗੇ, ਦੋ ਗੁਣੀ ਹੋ ਕੇ ਵਾਪਸ ਆਏਗੀ, ਚੰਗੀ ਜਾਂ ਮਾੜੀ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਰਭ ਹੁੰਦੀ ਹੈ। ਹੁਣ ਗੁਰੂ ਜੀ ਕਹਿੰਦੇ ਨੇ ਵੀ ਪਿਆਰਿਓ, ਜਦੋਂ ਇਸ ਦੁਨੀਆ ਵਿੱਚ ਰਹਿਣਾ ਹੀ ਨਹੀਂ, ਮਾਰ ਹੀ ਜਾਣਾ ਇੱਕ ਦਿਨ, ਤਾਂ ਫਿਰ ਹੰਕਾਰ ਵਿੱਚ ਕਿਉਂ ਫਿਰਨਾ? ਹੰਡੀਏ ਦਾ ਮਤਲਬ ਫਿਰਨਾ, ਗਾਰਬ ਦਾ ਮਤਲਬ ਹੰਕਾਰ, ਕਾਇਦ ਦਾ ਮਤਲਬ ਕਿਉਂ? ਜਦੋਂ ਇਸ ਦੁਨੀਆ ਵਿੱਚ ਸਦਾ ਰਹਿਣਾ ਨਹੀਂ, ਇੱਕ ਦਿਨ ਸਾਰਿਆਂ ਨੇ ਮਰ ਜਾਣਾ ਹੈ, ਤਾਂ ਫਿਰ ਹੰਕਾਰ ਕਿਉਂ? ਫਿਰ ਜਿਉਂਦੇ ਤੇ ਨਾ ਮਰੋ, ਖੁਸ਼ੀ ਨਾਲ ਜ਼ਿੰਦਗੀ ਜੀ ਲਓ, ਮੁਸਕਰਾ ਲਓ, ਥੋੜਾ ਹੱਸ ਲਓ, ਥੋੜਾ ਭਲਾ ਕਰ ਲਓ, ਕਿਸੇ ਨਾਲ ਪਿਆਰ ਦੇ ਨਾਲ ਰਹਿ ਲਓ। ਜਦੋਂ ਮਰ ਹੀ ਜਾਣਾ ਹੈ, ਤਾਂ ਫਿਰ ਜਿਉਂਦੇ ਤੇ ਨਾ ਮੋਏ ਰਵੀਏ। ਜਿੰਨਾ ਚਿਰ ਜੀਵਨ ਮਿਲਿਆ ਹੈ, ਉਹ ਤੇ ਜੀਓ, ਪਿਆਰ ਦੇ ਨਾਲ ਜੀਓ, ਉਤਸ਼ਾਹ ਦੇ ਨਾਲ ਜੀਓ, ਇੱਕ ਦੂਜੇ ਦਾ ਸਹਿਯੋਗ ਕਰੋ, ਇੱਕ ਦੂਜੇ ਦਾ ਮਾਨ ਆਦਰ ਸਤਿਕਾਰ ਕਰੋ। ਕਿਉਂ ਹੰਕਾਰ ਕਰਨਾ? ਅਖੀਰਲੇ ਬਚਨ ਕਹਿੰਦੇ ਨੇ, ਮੰਦਾ ਕਿਸੇ ਨਾ ਆਖੀਐ, ਪਰ ਅੱਖਰ ਇਹੋ ਬੁੱਝੀਐ। ਕਿਸੇ ਨੂੰ ਮੰਦਾ ਨਾ ਕਹੋ। ਪੜ ਅੱਖਰ ਦਾ ਮਤਲਬ ਗਿਆਨ ਹਾਸਲ ਕਰਕੇ, ਗੁਰਬਾਣੀ ਪੜ੍ਹ ਕੇ, ਵਿਦਿਆ ਪੜ੍ਹ ਕੇ, ਗਿਆਨ ਹਾਸਲ ਕਰਕੇ, ਗੁਰੂ ਤੋਂ ਸਿੱਖਿਆ ਲੈ ਕੇ ਮੰਦਾ ਕਿਸੇ ਨਾ ਆਖੀਏ, ਕਿਸੇ ਨੂੰ ਮੰਦਾ ਨਾ ਕਹੋ। ਕਿਉਂਕਿ ਸਾਰਿਆਂ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਇਹ ਗੱਲ ਵੱਖਰੀ ਹੈ ਕਿ ਮੈਂ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ। ਦੂਜੇ ਨੰਬਰ ਤੇ ਅਗਲੇ ਨੂੰ ਸਮਝਣ ਦਾ ਯਤਨ ਕਰੋ ਕਿ ਜੇ ਬੰਦਾ ਮਾੜੇ ਵਿਹਾਰ ਵਾਲਾ ਹੈ ਤਾਂ ਕਿਉਂ ਹੋ ਗਿਆ, ਉਹਦਾ ਰੀਜ਼ਨ ਕੀ ਹੈ। ਹੋ ਸਕਦਾ ਹੈ ਉਹਦੇ ਅੰਦਰ ਕੋਈ ਪਿਤਾ ਪੁਰਖੀ DNA ਦੇ ਵਿੱਚੋਂ ਕਮੀ ਆ ਰਹੀ ਹੈ, ਜਾਂ ਉਹਦੇ ਅੰਦਰ ਕੋਈ ਐਕਸਪੀਰੀਅੰਸ ਦੇ ਅੰਦਰ ਸੰਗਤ ਦੇ ਵਿੱਚੋਂ ਉਹਦੇ ਵਿੱਚ ਦੋਸ਼ ਆ ਗਿਆ ਹੈ। ਉਹ ਕੈਸੇ ਹਾਲਾਤ ਵਿੱਚ ਜੰਮਿਆ, ਕੈਸੇ ਹਾਲਾਤ ਵਿੱਚ ਪਲਿਆ, ਕੈਸੀ ਉਹਦਾ ਸਕੂਲ ਦਾ ਉਹ ਸੀ, ਕਿਵੇਂ ਦਾ ਉਹਦੇ ਚਾਰ ਚਫੇਰੇ ਮਾਹੌਲ ਸੀ, ਉਵੇਂ ਦਾ ਹੋ ਗਿਆ, ਉਵੇਂ ਦਾ ਹੋ ਗਿਆ। ਇਸ ਲਈ ਮੰਦਾ ਨਾ ਕਹੋ, ਸਗੋਂ ਜੇ ਕਿਸੇ ਨੂੰ ਸਮਝਾਉਣ ਦਾ ਯਤਨ ਕਰ ਸਕਦੇ ਹੋ ਤੇ ਕਰੋ, ਲੇਕਿਨ ਮੰਦਾ ਨਾ ਕਹੋ। ਤੇ ਦੂਜੀ ਗੱਲ ਕਹਿ ਰਹੇ ਨੇ, ਇੱਕ ਤਾਂ ਮੰਦਾ ਨਾ ਕਹੋ ਦਾ ਮਤਲਬ ਲੋਕਾਂ ਦੇ ਔਗਣ ਨਾ ਵਹਿੰਦੇ ਫਿਰੋ। ਜੇ ਹਰ ਥਾਂ ਤੇ ਔਗਣ ਹੀ ਵਹਿੰਦੇ ਫਿਰੋਗੇ, ਹੁਣ ਤੁਸੀਂ ਕਹੋਗੇ ਕਿ ਮਾੜੇ ਨੂੰ ਮਾੜਾ ਤੇ ਕਹਿਣਾ ਪਵੇਗਾ, ਕਹਿਣਾ ਪਵੇਗਾ, ਪਰ ਇੱਥੇ ਭਾਵ ਕੀ ਹੈ ਕਿ ਤੁਸੀਂ ਔਗਣ ਹੀ ਨਾ ਵਹਿੰਦੇ ਰਹੋ, ਕਿ ਜਿੱਥੇ ਜਾਓ ਤੁਹਾਨੂੰ ਕਮੀਆਂ ਹੀ ਦਿਸਣ, ਜਿੱਥੇ ਜਾਓ ਕਮੀਆਂ ਹੀ ਦਿਸਣ, ਦੋਸ਼ ਹੀ ਦਿਸਣ। ਜੇ ਸਾਰਿਆਂ ਦੇ ਵਿੱਚ ਤੁਹਾਨੂੰ ਦੋਸ਼ ਦਿਸ ਰਹੇ ਨੇ ਨਾ, ਤੇ ਫਿਰ ਇੱਕ ਵਾਰ ਆਪਣੇ ਅੰਦਰ ਝਾਤ ਮਾਰੋ, ਜ਼ਰੂਰ ਮਾਰੋ। ਇਹਦਾ ਮਤਲਬ ਕਿ ਤੁਹਾਡੇ ਆਪਣੇ ਅੰਦਰ ਦੋਸ਼ ਹੋ ਸਕਦੇ ਨੇ। ਕੋਈ ਬੰਦਾ ਸੀ ਡਾਕਟਰ ਕੋਲ ਗਿਆ ਤੇ ਕਹਿੰਦਾ, ਡਾਕਟਰ ਜੀ ਮੈਨੂੰ ਸਾਰੇ ਪਿੰਡੇ ਤੇ ਪੀੜ ਹੁੰਦੀ ਹੈ, ਜਿੱਥੇ ਹੱਥ ਲਾਣਾ ਉੱਥੇ ਪੀੜ ਹੁੰਦੀ ਹੈ, ਇੰਨਾ ਦੁਖਦਾ ਨਾ ਸਰੀਰ, ਉਹਦਾ ਅੰਤ ਹੀ ਨਹੀਂ, ਜਿੱਥੇ ਮੈਂ ਉਂਗਲੀ ਲਾਣਾ ਉੱਥੇ ਪੀੜ, ਹਾਏ ਮੈਨੂੰ ਪੀੜ ਹੁੰਦੀ ਹੈ। ਮੱਥੇ ਤੇ ਉਂਗਲੀ ਲਾਈ, ਮੋਢੇ ਤੇ ਉਂਗਲੀ, ਹਾਏ ਮੈਨੂੰ ਇੱਥੇ ਵੀ ਪੀੜ ਹੁੰਦੀ ਹੈ, ਮੈਨੂੰ ਗੋਡੇ ਤੇ ਵੀ। ਡਾਕਟਰ ਨੇ ਸਾਰਾ ਸਰੀਰ ਚੈੱਕ ਕੀਤਾ, ਕਿਤੇ ਕੁਛ ਨਹੀਂ। ਤੇ ਜਦੋਂ ਉਹਦੀ ਉਂਗਲੀ ਵੇਖੀ ਤੇ ਜ਼ਖਮ ਉਂਗਲੀ ਦੇ ਉੱਤੇ ਸੀ, ਜਿੱਥੇ ਉਂਗਲੀ ਲਾਉਂਦਾ ਹੈ ਪੀੜ ਹੋ ਰਹੀ। ਹੁਣ ਅਸੀਂ ਜਿੱਥੇ ਜਾਂਦੇ ਹਾਂ ਉੱਥੇ ਸਾਨੂੰ ਦੋਸ਼ ਦਿਸਦਾ ਹੈ, ਇਸ ਬੰਦੇ ਵਿੱਚ ਇਹ ਕਮੀ ਹੈ, ਇਸ ਬੰਦੇ ਵਿੱਚ ਇਹ ਕਮੀ ਹੈ, ਇੱਥੇ ਇਹ ਕਮੀ। ਭਲੇ ਮਾਨਸਾ, ਸਾਰੀ ਦੁਨੀਆ ਤੇ ਨਹੀਂ ਨਾ ਕਮਲੀ ਹੋ ਗਈ। ਇਹਦਾ ਮਤਲਬ ਤੇਰੀ ਉਂਗਲੀ ਪੀੜ ਕਰਦੀ, ਤੇਰੇ ਆਪਣੇ ਵਿੱਚ ਦੋਸ਼ ਨੇ, ਤੂੰ ਵੇਖ ਹੀ ਦੋਸ਼ ਰਿਹਾ ਹੈ। ਦੁਨੀਆ ਤੇ ਸੁਹਾਵਣਾ ਬਾਗ ਹੈ। ਇਹਨੂੰ ਕਹਿੰਦੇ ਨੇ ਪੜ ਅੱਖਰ ਇਹੋ ਬੁੱਝੀਏ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀਏ। ਲੋਕਾਂ ਦੇ ਔਗਣ ਨਾ ਗਿਣਦੇ ਫਿਰੋ, ਕਿਸੇ ਵਿੱਚ ਗੁਣ ਵੀ ਵੇਖ ਲਓ।
ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਤੇ ਅਖੀਰ ਵਿੱਚ ਕਹਿੰਦੇ ਨੇ ਮੂਰਖ ਹੈ ਨਾਲ ਨਾ ਲੁੱਝੀਏ। ਮੂਰਖ ਬੰਦੇ ਦੇ ਨਾਲ ਝਗੜਾ ਨਾ ਕਰੋ। ਜਿਹੜਾ ਮੂਰਖ ਹੈ ਨਾ ਉਹਦੇ ਨਾਲ ਝਗੜਾ ਨਾ ਕਰੋ, ਉਹਦੇ ਤੋਂ ਪਾਸਾ ਵੱਟ ਜਾਓ। ਤੇ ਮੂਰਖ ਕੌਣ ਹੈ? ਮੈਂ ਪਿੱਛੇ ਕਿਹਾ ਸੀ ਨਾ, ਮੂਰਖ ਉਹ ਮੂੰਹ ਰੱਖ ਜਿਨ੍ਹਾਂ ਨੇ ਮੂੰਹ ਹੀ ਮੂੰਹ ਰੱਖਿਆ ਹੈ। ਬੋਲਦੇ ਬਹੁਤ ਨੇ ਮੇਰੇ ਵਾਂਗੂ, ਪਰ ਕਥਨੀ ਹੈ ਕਰਨੀ ਨਹੀਂ, ਆਚਰਨ ਨਹੀਂ, ਗੱਲਾਂ ਗੱਲਾਂ ਨੇ। ਉਹ ਮੂਰਖ ਹੀ, ਉਹਨੇ ਤੁਹਾਨੂੰ ਗੱਲਾਂ ਚ ਹਾਰਨ ਥੋੜਾ ਦੇਣਾ। ਦੂਜਾ ਹੈ ਮੂਰਖ ਜਿਹਨੇ ਖਾਣ ਹੀ ਖਾਣ ਰੱਖਿਆ ਹੈ ਲੇਕਿਨ ਕਰਦਾ ਕਰਾਂਦਾ ਕੱਖ ਨਹੀਂ। ਤੀਜਾ ਮੂਰਖ ਜਿਹੜਾ ਮੂੰਹ ਰੁੱਖ ਨਹੀਂ ਕਰਦਾ, ਤੁਹਾਡੇ ਸਾਹਮਣੇ ਤੁਹਾਡਾ, ਮੇਰੇ ਸਾਹਮਣੇ ਮੇਰਾ, ਸੱਚ ਨੂੰ ਸੱਚ ਨਹੀਂ ਕਹਿੰਦਾ, ਝੂਠ ਨੂੰ ਝੂਠ ਨਹੀਂ। ਇਹੋ ਜਿਹੇ ਲੋਕਾਂ ਦੇ ਨਾਲ ਝਗੜੋ ਨਾ, ਐਵੇਂ ਆਪਣਾ ਸਮਾਂ ਬਰਬਾਦ ਨਾ ਕਰੋ। ਜਿੰਨਾ ਸਮਾਂ ਤੁਸੀਂ ਕਿਸੇ ਮੂਰਖ ਦੇ ਨਾਲ ਝਗੜਾ ਕਰਨਾ ਹੈ ਨਾ, ਵਾਦ ਵਿਵਾਦ ਕਰਨਾ ਹੈ, ਉਹਨਾਂ ਚਿਰ ਕਿਸੇ ਚੰਗੇ ਦੇ ਨਾਲ ਬਹਿ ਕੇ ਚੰਗੀ ਵਿਚਾਰ ਵਟਾਂਦਰਾ ਕਰ ਲਓ। ਕਿਉਂਕਿ ਜੋ ਮੂਰਖ ਬੰਦਾ ਹੈ ਨਾ, ਉਹ ਪਹਿਲਾਂ ਤੁਹਾਨੂੰ ਆਪਣੇ ਲੈਵਲ ਤੇ ਲਿਆਏਗਾ। ਜਦੋਂ ਤੁਸੀਂ ਉਹਦੇ ਲੈਵਲ ਤੇ ਆ ਜਾਓਗੇ ਨਾ, ਤੁਹਾਨੂੰ ਗਾਲ ਕੱਢੇਗਾ। ਤੁਸੀਂ ਇੱਕ ਦੋ ਵਾਰੀ ਸਬਰ ਕੀਤਾ, ਫਿਰ ਉਹਨੇ ਗਾਲ ਕੱਢੀ, ਫਿਰ ਤੁਸੀਂ ਵੀ ਗਾਲਾਂ ਕੱਢਣ ਲੱਗ ਗਏ। ਜਦੋਂ ਤੁਸੀਂ ਉਹਦੇ ਲੈਵਲ ਤੇ ਆ ਗਏ, ਫਿਰ ਤੁਹਾਡੀ ਉਹ ਬੇਇੱਜ਼ਤੀ ਕਰੇਗਾ। ਫਿਰ ਲੋਕਾਂ ਨੇ ਤੁਹਾਨੂੰ ਕਹਿਣਾ, ਯਾਰ ਉਹ ਤੇ ਮੂਰਖ ਸੀ, ਤੈਨੂੰ ਪਤਾ ਤਾਂ ਹੈ, ਮੂਰਖ ਤੇ ਤੂੰ ਇਹ ਗੰਦੀਆਂ ਗਾਲਾਂ ਕੱਢਣ ਦਿਆ, ਤੈਨੂੰ ਸਿਆਣਾ। ਤੁਹਾਡੀ ਬੇਇੱਜ਼ਤੀ ਹੋਈ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਮੂਰਖਾਂ ਦੇ ਨਾਲ ਨਾ ਝਗੜੋ। ਮੂਰਖਾਂ ਦੇ ਨਾਲ ਵਾਦ ਵਿਵਾਦ ਕਰਨ ਦਾ ਕੋਈ ਫਾਇਦਾ ਨਹੀਂ ਹੈ। ਵਿਚਾਰ ਵਟਾਂਦਰਾ ਕਰਨਾ ਕਿਸੇ ਸਿਆਣੇ ਦੇ ਨਾਲ, ਉਹ ਤੁਹਾਡੀ ਗੱਲ ਨੂੰ ਸਮਝੇਗਾ। ਮੂਰਖ ਦੇ ਨਾਲ ਵਾਦ ਵਿਵਾਦ ਹੋਏਗਾ। ਤਾਂ ਅੱਜ ਦੀ ਇਸ ਵਿਚਾਰ ਦੇ ਅੰਦਰ, ਇੱਕ ਤੇ ਅਸੀਂ ਔਰਤ ਨੂੰ ਮਾਨ ਆਦਰ ਔਰ ਸਤਿਕਾਰ ਦੇਣਾ। ਔਰਤ ਮਾੜੀ ਨਹੀਂ ਹੈ, ਔਰਤ ਪੁਰਸ਼ ਦੇ ਬਰਾਬਰ ਹੈ, ਔਰਤ ਰੱਬ ਦਾ ਰੂਪ ਹੈ। ਚਾਹੇ ਕੋਈ ਔਰਤ ਹੈ ਜਾਂ ਬੰਦਾ ਹੈ, ਜਿਹੜਾ ਸੱਚ ਦੇ ਨਾਲ ਜੁੜ ਜਾਂਦਾ ਉਹ ਮਹਾਨ ਹੋ ਜਾਂਦਾ ਹੈ। ਸਰੀਰ ਕਰਕੇ ਕਿਸੇ ਨੂੰ ਨੀਵਾਂ ਨਹੀਂ ਵਿਖਾਇਆ ਜਾ ਸਕਦਾ। ਦੂਜੇ ਨੰਬਰ ਤੇ ਜਿਹੜੀ ਹੈ ਸਾਡੀ ਸੁਚਮਤਾ ਹੈ। ਜਿਵੇਂ ਪੁਜਾਰੀ ਦੀ ਗੱਲ ਬੜੇ ਵਿਸਥਾਰ ਦੇ ਨਾਲ ਕਹੀ ਹੈ, ਉਹ ਸੁਚਮਤਾ ਦੀ ਟੁੱਟੀ ਦਵਾਨੀ ਵੀ ਵੈਲਿਊ ਨਹੀਂ ਹੈ। ਸਾਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਔਰ ਸਾਨੂੰ ਸਫਾਈ ਰੱਖਣੀ ਚਾਹੀਦੀ ਹੈ। ਲੇਕਿਨ ਸੁਚਮਤਾ ਵਾਲਾ ਵਹਿਮ ਅਸੀਂ ਆਪਣੇ ਧਰਮ ਵਿੱਚ ਵੀ ਵੇਖਦੇ ਹਾਂ। ਬਹੁਤ ਥਾਵਾਂ ਤੇ ਐਸਾ ਹੈ ਕਿ ਉਹ ਦੂਜੇ ਨੂੰ ਟੱਚ ਵੀ ਨਹੀਂ ਕਰਨ ਦਿੰਦੇ। ਮੈਂ ਕਿਸੇ ਦੇ ਬਣਿਆ ਹੋਇਆ ਪ੍ਰਸ਼ਾਦਾ ਵੀ ਨਹੀਂ ਖਾਂਦਾ, ਪ੍ਰਸ਼ਾਦ ਵੀ ਨਹੀਂ ਲੈਂਦਾ। ਤਾਂ ਇਹ ਸੁਚਮਤਾ ਤੋਂ ਸਾਨੂੰ ਬਚਣ ਦੀ ਲੋੜ ਹੈ। ਇਹ ਬ੍ਰਾਹਮਣੀ ਜਿਹੜਾ ਕਰਮ ਹੈ, ਇਹਦੇ ਤੋਂ ਬਿਲਕੁਲ ਸੁਚੇਤ ਹੋਣ ਦੀ ਜ਼ਰੂਰਤ ਹੈ ਔਰ ਇਹਨਾਂ ਚੀਜ਼ਾਂ ਤੋਂ ਉੱਠਣ ਦੀ ਜ਼ਰੂਰਤ ਹੈ। ਤਾਂ ਹੀ ਅਸੀਂ ਆਪਣੇ ਆਪ ਨੂੰ ਸਿੱਖ ਅਖਵਾ ਸਕਦੇ ਹਾਂ ਔਰ ਅਸੀਂ ਦੁਨੀਆ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਵਿਚਾਰਧਾਰਾ ਨੂੰ ਲੈ ਕੇ ਜਾਣਾ ਹੈ। ਪਰ ਲੈ ਕੇ ਅਸੀਂ ਤਾਂ ਜਾ ਸਕਾਂਗੇ ਜੇ ਪਹਿਲਾਂ ਸਾਨੂੰ ਆਪ ਨੂੰ ਸਮਝ ਹੋਏਗੀ, ਅਸੀਂ ਆਪ ਇਹਨਾਂ ਚੀਜ਼ਾਂ ਨੂੰ ਅਪਣਾ ਲਵਾਂਗੇ। ਤਾਂ ਕਲਾਸ ਦੇ ਵਿੱਚ ਬਹੁਤ ਚੰਗੀ ਪੋਜ਼ਿਟਿਵਿਟੀ ਸਾਨੂੰ ਮਿਲ ਰਹੀ ਹੈ। ਆਪ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਾਰੇ ਹੀ ਵੀਰ ਭੈਣਾਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਨੇ, ਕਿਉਂਕਿ ਤੁਹਾਡੀ ਬਾਡੀ ਲੈਂਗੁਏਜ ਤੋਂ ਦਿਸ ਰਿਹਾ ਹੈ ਕਿ ਆਪ ਸਹਿਮਤ ਹੋ। ਤੁਹਾਡੇ ਵਿਊਜ਼ ਬੜੇ ਚੰਗੇ ਆ ਰਹੇ ਨੇ। ਗੁਰੂ ਦੀ ਰਹਿਮਤ ਕਰੇ ਕਿ ਅਸੀਂ ਇਸੇ ਤਰ੍ਹਾਂ ਪਾਵਨ ਬਾਣੀ ਤੋਂ ਇਹ ਸਿੱਖਿਆਵਾਂ ਲਵੀਏ ਔਰ ਇਹਨਾਂ ਤੇ ਅਮਲ ਕਰੀਏ, ਇੰਪਲੀਮੈਂਟ ਕਰੀਏ। ਨਿਰੀਆਂ ਗੱਲਾਂ ਬਣ ਕੇ ਨਾ ਰਹਿ ਜਾਣ, ਫਿਰ ਅਸੀਂ ਵੀ ਉੱਥੇ ਰਹਿ ਜਾਵਾਂਗੇ, ਗੱਲੀ ਜੋਗ ਨਾ ਹੋਈ। ਇਸ ਲਈ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਤਵੀਆਂ, ਰੀਸਾਂ ਕਰੇ ਤੇ ਨਾੜੀਆਂ, ਜੇ ਸੇਵੇਂਦਰ ਖੜੀਆਂ। ਅਸੀਂ ਆਪਣੇ ਅੰਦਰ ਚੇਂਜਿੰਗ ਲਿਆਉਣੀ ਹੈ। ਜੋ ਗੁਰਬਾਣੀ ਤੋਂ ਸਾਨੂੰ ਸਮਝ ਆਈ ਹੈ ਨਾ, ਜੇ ਕਿਤੇ ਗਲਤੀ ਹੈ ਤਾਂ ਅਸੀਂ ਆਪਣੀ ਗਲਤੀ ਨੂੰ ਛੱਡ ਦੇਣਾ, ਬਸ ਇੰਨੀ ਗੱਲ ਹੈ। ਹੁਣ ਤੱਕ ਜੋ ਅਸੀਂ ਗਲਤੀ ਕੀਤੀ ਹੈ, ਪਤਾ ਲੱਗ ਗਿਆ ਕਿ ਗਲਤ ਸਾਂ, ਛੱਡ ਦੋ। ਜੇ ਅਸੀਂ ਕੋਈ ਟਰਨ, ਅਸੀਂ ਐਗਜ਼ਿਟ ਗਲਤ ਲੈ ਲਿਆ ਤਾਂ ਉੱਥੋਂ ਜ਼ਰੂਰ ਟਰਨ ਲੈ ਲਓ, ਉੱਥੋਂ ਦੂਜੇ ਫਿਰ ਐਂਟਰ ਹੋ ਕੇ ਤੇ ਫਿਰ ਤੁਸੀਂ ਆਪਣੇ ਸਿੱਧੇ ਰਾਹ ਤੇ ਤੁਰ ਪਓ। ਇਸ ਲਈ ਜਿੱਥੇ ਗਲਤੀ ਦਾ ਅਹਿਸਾਸ ਹੋ ਜਾਏ, ਬੰਦੇ ਨੂੰ ਉਹ ਗਲਤੀ ਛੱਡ ਦੇਣੀ ਚਾਹੀਦੀ ਔਰ ਸਿੱਧੇ ਰਾਹ ਤੇ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਹੁਣ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਮੇਰੇ ਵੱਲੋਂ ਇੱਥੇ ਹੀ ਫਤਿਹ ਹੈ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਤੁਹਾਡਾ। ਧੰਨਵਾਦ। ਤੇ ਅੱਜ ਦੀ ਵਿਚਾਰਧਾਰਾ ਸਾਰਿਆਂ ਨੇ ਸੁਣ ਲਈ ਹੈ। ਆਸਕੀਵਾਦ ਦੀ ਜਿਹੜੀ ਵਿਚਾਰਧਾਰਾ ਹੋਈ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਆ, ਉਹਦੇ ਵਿੱਚ ਪਿਛਲੇ ਸੈਚਰਡੇ ਵੀ, ਸ਼ਨੀਚਰਵਾਰ ਵੀ ਜਿਹੜੀ ਆਪਾਂ ਕੀਤੀ ਹੈ, ਅੱਜ ਦੇ ਵਿੱਚ ਵੀ ਜਿਹੜੀ ਆਪਣੀ ਲੇਡੀਜ਼, ਔਰਤ ਨੂੰ ਥੋੜਾ ਉੱਚਾ ਚੱਕਣ ਵਾਸਤੇ, ਕਿਉਂਕਿ ਬੁਰਾਈਆਂ ਦੇ ਦਬਾਅ ਦੇ ਥੱਲੇ, ਸਮਾਜਿਕ ਬੁਰਾਈਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਥੱਲੇ ਦਬ ਕੇ ਰਹਿ ਗਈ ਸੀਗੀ, ਉਹਨਾਂ ਨੂੰ ਉੱਚਾ ਚੱਕਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਵੀ ਦਿੱਤੀ ਆ ਔਰ ਬੁਰਾਈਆਂ ਦਾ ਜ਼ਿਕਰ ਕੀਤਾ। ਜਿੱਥੇ ਸੂਤਕ ਤੇ ਪਾਤਕ ਦੀ ਗੱਲ ਕੀਤੀ ਸੀ ਤੇ ਮਹਾਂਮਾਰੀ ਦੀ ਗੱਲ ਕੀਤੀ ਹੈ, ਤੇ ਉਹਦੇ ਵਿੱਚ ਅੱਜ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਦੀ ਵੀ ਗੱਲ ਕੀਤੀ ਹੈ।
ਤੇ ਉਹਦੇ ਨਾਲ ਸਾਨੂੰ ਵੀ ਸੋਚਣਾ ਚਾਹੀਦਾ ਕਿ ਕਿਆ ਸਾਡੇ ਸਮਾਜ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਕਿਆ ਇਹ ਚੀਜ਼ਾਂ ਅਜੇ ਵੀ ਐਗਜ਼ਿਸਟ ਕਰਦੀਆਂ। ਜੇ ਕਰਦੀਆਂ ਤਾਂ ਸਾਨੂੰ ਉਹਨਾਂ ਬਾਰੇ ਇਹ ਵਿਚਾਰਧਾਰਾ ਅਪਣਾਉਣ ਦੀ ਲੋੜ ਹੈ। ਤੇ ਬਾਕੀ ਅੱਜ ਦੀ ਵਿਚਾਰ ਦੇ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਨਾਲ ਇੱਕ ਸੁਰਜੀਤ ਕੌਰ ਜੀ, ਨਰਿੰਦਰ ਸਿੰਘ ਜੱਸਲ ਦੀ ਮਦਰ, ਤੇ ਉਹਨਾਂ ਨਾਲ ਪਹਿਲਾਂ ਅਸੀਂ ਹੈਲੋ ਕਰ ਚੁੱਕੇ ਹਾਂ ਜੀ। ਬਹੁਤ ਬਹੁਤ ਵੈਲਕਮ। ਤੁਸੀਂ ਗਾਹਾਂ ਨੂੰ ਵੀ ਇਸੇ ਤਰ੍ਹਾਂ ਜੁਆਇਨ ਕਰਿਆ ਕਰੋ। ਇੱਕ ਨਾਂ ਆਇਆ ਸੀਗਾ ਕੇ ਸਿੰਘ, ਉਹਨਾਂ ਦੀ ਫੇਸ ਤਾਂ ਨਹੀਂ ਦਿਸਿਆ ਪਰ ਉਹਨਾਂ ਦਾ ਨਾਂ ਕੇ ਸਿੰਘ ਸੀ, ਉਹਨਾਂ ਨੂੰ ਵੀ ਵੈਲਕਮ। ਤੇ ਹੋਰ ਵੀ ਜਿੰਨੇ ਵੀ ਹੋਰ ਅੱਜ ਕਾਫੀ ਸਰੋਤੇ ਹੋਰ ਨਵੇਂ ਹੈਗੇ ਪਰ ਮੈਨੂੰ ਉਹਨਾਂ ਦਾ ਨਹੀਂ ਪਤਾ। ਪਰ ਜੇ ਕਿਸੇ ਨੇ ਵੀ ਆਪਣੀ ਵਿਚਾਰਧਾਰਾ ਦੇਣੀ, ਜਿੱਦਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਗੱਲ ਕਰਦੇ ਹੁੰਦੇ ਆ, ਤੇ ਉਹ ਅਨਮਿਊਟ ਹੋ ਕੇ ਸਾਡੇ ਨਾਲ ਗਿਆਨੀ ਜੀ ਨੂੰ ਆਪਣੇ ਵਿਚਾਰ ਦੇ ਸਕਦੇ ਆ। ਤੇ ਮੈਂ ਸਭ ਤੋਂ ਪਹਿਲਾਂ ਕੁਲਵਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋ? ਨਹੀਂ, ਚਲ ਗਏ। ਹਾਂਜੀ ਸਤਨਾਮ ਸਿੰਘ ਜੀ, ਤੁਸੀਂ ਆ ਜਾਓ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਮੇਰੇ 2-3 ਹੈਗੇ ਆ ਜਿਹਦੇ ਜਿੱਦਾਂ ਆਪਣੇ ਪੌੜੀ ਦੇ ਵਿੱਚ ਪਹਿਲਾਂ ਸਟਾਰਟ ਹੁੰਦਾ, ਕਰ ਸੇਵਾ ਪੂਰੇ ਸਤਿਗੁਰ ਲੈ ਮੇਰੀ। ਹਾਂਜੀ, ਕਰ ਸੇਵਾ ਪੂਰੇ ਸਤਿਗੁਰ ਭੁੱਖ ਲੈ ਜਾਏ ਮੇਰੀ। ਹਾਂਜੀ, ਇਹ ਪੌੜੀ ਦੇ ਵਿੱਚ ਸ਼ੁਰੂ ਤੋਂ ਹੁੰਦੇ ਆਪਣੇ ਪਹਿਲਾਂ ਸਟਾਰਟ ਹੁੰਦਾ। ਇਹਦੇ ਵਿੱਚ ਪੂਰਾ ਸਤਿਗੁਰ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਸਕਦੇ ਹਾਂ ਜਾਂ ਕਿੱਦਾਂ ਭੁੱਖ ਲੈ ਜਾਏ ਮੇਰੀ, ਇਹਦਾ ਥੋੜਾ ਜਿਹਾ ਤੁਸੀਂ ਵਿਸਤਾਰ ਪੂਰਾ ਸਤਿਗੁਰੂ ਦੇਖੋ, ਗੁਰੂ ਨਾਨਕ ਦੇਵ ਜੀ ਪੂਰਾ ਸਤਿਗੁਰੂ ਰੱਬ ਨੂੰ ਹੀ ਕਹਿ ਰਹੇ ਨੇ, ਜੋ ਗੁਰੂ ਨਾਨਕ ਦੇਵ ਜੀ ਦਾ ਗੁਰੂ ਰੱਬ ਹੀ ਹੈ। ਠੀਕ। ਔਰ ਸਾਡਾ ਜਿਹੜਾ ਹੁਣ ਪੂਰਾ ਸਤਿਗੁਰੂ ਗੁਰਬਾਣੀ ਹੀ ਹੈ, ਗੁਰੂ ਗਿਆਨ, ਗੁਰੂ ਗ੍ਰੰਥ ਸਾਹਿਬ ਜੀ। ਕਿਉਂਕਿ ਉਹਨਾਂ ਦੀ ਸੇਵਾ ਕਰੀਏ ਤਾਂ ਆਪਾਂ ਭੁੱਖ ਲੈ ਜਾਏਗੀ। ਹਾਂਜੀ, ਸੇਵਾ ਦਾ ਮਤਲਬ ਹੈਗਾ ਕਿ ਜੇ ਉਹਨਾਂ ਦੇ ਰਾਹ ਤੇ ਤੁਰੀਏ। ਸੇਵਾ ਦਾ ਮਤਲਬ ਕਿ ਜੋ ਗੁਰੂ ਨੇ ਸਾਨੂੰ ਵੇ ਆਫ ਲਾਈਫ ਦਿੱਤੀ ਹੈ ਨਾ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਮੁਕੰਮਲ ਜ਼ਿੰਦਗੀ ਜੇ ਅਸੀਂ ਗੁਰੂ ਅਨੁਸਾਰ ਜੀਵੀਏ ਤੇ ਸਾਡੀ ਭੁੱਖ ਲੈ ਜਾਏਗੀ। ਮੀਨਸ ਕਿ ਸਾਨੂੰ ਸ਼ਾਂਤੀ ਮਿਲੇ। ਦੂਜਾ ਜੀ ਇੱਕ ਹੈਗਾ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ। ਤੇ ਪੰਜਵਾਂ ਪਾਇਆ ਆਪਣੇ ਜਿਹੜਾ ਬਸੰਤਰ ਆ ਉਹਨੂੰ ਅੱਗ ਦਾ ਇਹ ਅੱਗ ਜਿਹੜੀ ਹੈਗੀ ਹੈ ਇੱਥੇ ਸ਼ਬਦ ਭੋਜਨ ਤਿਆਰ ਕਰਨ ਲਈ ਵਰਤੇ ਗਈ। ਹਾਂਜੀ, ਭੋਜਨ ਤਿਆਰ ਕਰਨ ਲਈ, ਕਿਉਂਕਿ ਅੱਗ ਤੋਂ ਬਿਨਾਂ ਭੋਜਨ ਤਿਆਰ ਹੋਏਗਾ ਨਹੀਂ ਨਾ। ਠੀਕ ਹੈ ਜੀ। ਇਹ ਜੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ। ਇੱਕ ਤੀਜਾ ਸੀ ਨਾਨਕ ਭੰਡੇ ਬਾਹਰਾ, ਇੱਕ ਸੱਚਾ ਸੋਏ। ਇੱਕ ਸੱਚਾ ਸੋਏ। ਭੰਡੇ ਦਾ ਮਤਲਬ ਵੀ ਔਰਤ ਤੋਂ ਬਿਨਾਂ ਜੋ ਹੈ ਉਹ ਰੱਬ ਹੈ। ਬਾਕੀ ਸਾਰੀ ਮਨੁੱਖਤਾ ਔਰਤ ਤੋਂ ਪੈਦਾ ਹੋਈ ਹੈ। ਰੱਬ ਔਰਤ ਤੋਂ ਪੈਦਾ ਨਹੀਂ ਹੋਇਆ। ਰੱਬ ਦਾ ਕੋਈ ਮਾਂ ਪਿਓ ਨਹੀਂ ਹੈ। ਚਲੋ ਰੱਬ ਉਹੀ ਰੱਬ ਜੇ ਜੋ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੇ ਮਰਦਾਨੇ ਨੂੰ ਕਹਿੰਦੇ ਰਬਾਬ ਵਜਾ, ਰੱਬੀ ਬਾਣੀ ਆਈ ਹੈ, ਉਸੇ ਰੱਬ ਦੀ ਗੱਲ ਕਰ ਰਹੇ ਆਪਾਂ। ਦੇਖੋ ਜੀ, ਰੱਬ ਨਾ ਤੁਸੀਂ ਨੋਟ ਕਰ ਲਓ, ਇੱਕ ਓੰਕਾਰ ਰੱਬ ਦਾ ਸਰੂਪ ਬਿਆਨ ਕਰਦਾ ਹੈ। ਰੱਬ ਦਾ ਮਤਲਬ ਹੈਗਾ ਕਿ ਉਹ ਇੱਕ ਸਰਬ ਵਿਆਪਕ ਪਰਮ ਸੱਤਿਆ। ਨੋਟ ਕਰਨਾ ਤੇ ਕਰ ਲਓ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਰੱਬ ਹੈ। ਠੀਕ ਹੈ। ਔਰ ਉਹ ਫੈਲਿਆ ਹੋਇਆ ਸੰਸਾਰ ਦੇ ਵਿੱਚ, ਸਾਰਾ ਉਹ ਹੀ ਪਸਰਿਆ ਹੋਇਆ। ਰੱਬ ਮਤਲਬ ਉੱਤੇ ਬੈਠਾ ਹੋਇਆ ਨਹੀਂ, ਸੰਸਾਰ ਦੇ ਵਿੱਚ ਸਮਾਇਆ। ਧੰਨਵਾਦ ਜੀ। ਧੰਨਵਾਦ ਗਿਆਨੀ ਜੀ। ਇਸ ਰੱਬ ਦੇ ਟੌਪਿਕ ਤੇ ਇੱਕ ਮੈਂ ਵੀ ਜੇ ਸਵਾਲ ਪੁੱਛ ਲਵਾਂ ਜੀ। ਹਾਂਜੀ। ਹਾਂ, ਜਿਹੜਾ ਜਿੱਦਾਂ ਸਤਨਾਮ ਸਿੰਘ ਜੀ ਨੇ ਗੱਲ ਕਹੀ ਹੈ ਨਾ ਕਿ ਨਾਨਕ ਭੰਡੇ ਬਾਹਰਾ, ਏਕੋ ਸੱਚਾ ਸੋਏ। ਇਹ ਗੁਰੂ ਨਾਨਕ ਦੇਵ ਜੀ ਆਪ ਕਹਿ ਰਹੇ ਹੈ ਤੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਹੀ ਰੱਬ ਕਹਿ ਰਹੇ ਹਾਂ। ਠੀਕ ਹੈ ਜੀ। ਇਹ ਕਿੱਥੋਂ ਤਾਈਂ ਸੱਚਾਈ ਜਾਨੀ ਸਾਨੂੰ ਮੰਨਣੀ ਚਾਹੀਦੀ ਹੈ, ਜਦ ਕਿ ਇਹਦੇ ਵਿੱਚ ਸਪਸ਼ਟ ਤੌਰ ਤੇ ਇਹ ਕਿਹਾ ਗਿਆ ਕਿ ਨਾਨਕ ਭੰਡੇ ਬਾਹਰਾ, ਇੱਕੋ ਸੱਚਾ ਸੋਏ। ਪ੍ਰਮਾਤਮਾ ਭੰਡ ਤੋਂ ਪੈਦਾ ਨਹੀਂ ਹੁੰਦਾ, ਜਾਨੀ ਔਰਤ ਤੋਂ ਪੈਦਾ ਨਹੀਂ ਹੁੰਦਾ। ਲੇਕਿਨ ਸਾਡੀ ਸਾਰਿਆਂ ਦੀ ਆਪਣੀ ਸ਼ਰਧਾਲੂ ਹੋ ਕੇ, ਸ਼ਰਧਾ ਦੇ ਬਸ ਹੋ ਕੇ ਅਸੀਂ ਇਹ ਸੋਚ ਕਹਿੰਦੇ ਆ ਕਿ ਉਹ ਤਾਂ ਰੱਬ ਹੀ ਸੀਗੇ। ਆਪਾਂ ਇਹੀ ਕਹਿੰਦੇ ਗੁਰੂ ਨਾਨਕ ਦੇਵ ਜੀ ਖੁਦ ਰੱਬ ਸੀਗੇ। ਠੀਕ ਹੈ ਜੀ। ਇੱਕ ਹੋਰ ਸ਼ਬਦ ਵੀ ਆਉਂਦਾ ਆ, ਜਿਹੜਾ ਭੰਨ ਮੱਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਠੀਕ ਹੈ ਜੀ। ਉਹਦੇ ਤੋਂ ਜਿਹੜੇ ਅੱਖਰੀ ਅਰਥ ਆ ਉਹਨਾਂ ਦਾ ਤਾਂ ਮਤਲਬ ਇਹ ਹੀ ਨਿਕਲਦਾ ਕਿ ਗੁਰੂ ਅਰਜਨ ਪ੍ਰਤੱਖ ਹਰ। ਇਹਨੂੰ ਕਿਸ ਮਤਲਬ ਸੰਦਰਭ ਦੇ ਵਿੱਚ ਲੈਣਾ ਚਾਹੀਦਾ, ਜਦ ਕਿ ਜਨਮ ਤੇ ਮਰਨ ਦੇ ਸੰਦਰਭ ਦੇ ਵਿੱਚ ਗੁਰਬਾਣੀ, ਜਿੱਦਾਂ ਤੁਸੀਂ ਇੱਕ ਦਿਨ ਅੱਗੇ ਵੀ ਸ਼ਬਦ ਕਿਹਾ ਸੀਗਾ ਕਿ ਸੋ ਮੁਖ ਜਲੋ
ਜੋ ਕਹੇ ਠਾਕੁਰ ਜਿਤ ਚੂਨੀ, ਕਹੇ ਠਾਕੁਰ। ਠੀਕ ਹੈ ਜੀ। ਇਹ ਸਾਰੀਆਂ ਜਾਨੀ ਵਿਰੋਧੀ ਲਾਈਨਾਂ ਵਿੱਚ ਆਉਂਦੀਆਂ ਨਾ, ਥੋੜਾ ਜਿਹਾ ਸਪਸ਼ਟ ਕਰ ਦਿਓ ਜੀ। ਇੱਥੇ ਨਾ ਜਿਸ ਤਰ੍ਹਾਂ ਹੁਣ ਵੀਰ ਜੀ ਲੋਕਡਾਊਨ ਹੋ ਗਿਆ ਹਨਾ, ਤੇ ਲੋਕਡਾਊਨ ਦੇ ਵਿੱਚ ਹੁਣ ਮੇਰੇ ਕੋਲ ਇੱਥੇ ਰਹਿਣ ਵਾਸਤੇ ਇੰਗਲੈਂਡ ਵਿੱਚ ਕੋਈ ਜਗ੍ਹਾ ਨਹੀਂ ਹੈ, ਤੇ ਮੈਂ ਇੱਥੇ ਗਿਆਨੀ ਅਮਰੀਕ ਸਿੰਘ ਜੀ ਦੇ ਕੋਲ ਰਹਿ ਰਿਹਾ, ਤੇ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਨੇ ਮੈਨੂੰ ਇੱਥੇ ਇਜਾਜ਼ਤ ਦਿੱਤੀ ਹਰ ਕਿਸਮ ਦੀ, ਚਲੋ ਇੱਥੇ ਮੈਨੂੰ ਸਹੂਲਤ ਮਿਲ ਰਹੀ ਹੈ। ਤੇ ਮੈਂ ਹੁਣ ਕਹਾਂਗਾ ਵੀ ਗਿਆਨੀ ਅਮਰੀਕ ਸਿੰਘ ਜੀ ਮੈਨੂੰ ਤੁਸੀਂ ਰੱਬ ਰੂਪ ਹੋ ਕੇ ਮਿਲੇ, ਵੀ ਮੇਰੇ ਵਾਸਤੇ ਤੁਸੀਂ ਰੱਬ ਹੋ। ਤਾਂ ਇਹਦਾ ਮਤਲਬ ਹੁਣ ਗਿਆਨੀ ਅਮਰੀਕ ਸਿੰਘ ਦਾ ਸਰੀਰ ਰੱਬ ਨਹੀਂ ਹੈ, ਉਹਨਾਂ ਦੀ ਸੋਚ ਰੱਬ ਹੈ ਨਾ। ਤਾਂ ਗੁਰੂ ਨਾਨਕ ਦੇਵ ਜੀ ਰੱਬ ਵਰਗੇ ਨੇ, ਮੀਨਸ ਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਆਤਮ ਤਲ ਤੇ ਉਹ ਰੱਬ ਦੇ ਅੰਦਰ ਸਮਾਏ ਹੋਏ ਨੇ, ਉਹਨਾਂ ਦੇ ਵਿਚਾਰ ਜਿਹੜੇ ਨੇ ਰੱਬ ਨੇ, ਸਰੀਰ ਰੱਬ ਨਹੀਂ ਹੈ। ਜਿਵੇਂ ਹੁਣ ਮੈਂ ਤੁਹਾਨੂੰ ਕਹਿਦਾ ਵੀਰ ਤਰਲੋਚਨ ਸਿੰਘ ਜੀ ਤੁਸੀਂ ਮੇਰੇ ਵਾਸਤੇ ਤਾਂ ਰੱਬ ਹੋ ਕੇ ਮਿਲੇ, ਜਾਂ ਕਈ ਵਾਰੀ ਨਾ ਅਸੀਂ ਕਿਸੇ ਬੱਚੇ ਨੂੰ ਕਹਿੰਦੇ ਆ ਵੀ ਯਾਰ ਤੂੰ ਮੰਗਣ ਆਇਆ ਤੇ ਤੇਰਾ ਪਿਓ ਕਹਿੰਦਾ ਵੀ ਵੀਰ ਮੇਰੇ ਵਾਸਤੇ ਤੂੰ ਹੀ ਪਿਓ ਯਾਰ, ਜਿਹਨੇ ਮੈਨੂੰ ਸਹਾਇਤਾ ਦਿੱਤੀ। ਉਹ ਪਿਓ ਹੁੰਦਾ ਨਹੀਂ, ਲੇਕਿਨ ਉਹਨੂੰ ਮਾਣ ਦਿੱਤਾ ਜਾ ਰਿਹਾ ਵੀ ਉਹ, ਕਿਉਂਕਿ ਉਹ ਬਹੁਤ ਦਿਆਲੂ ਬੰਦਾ ਹੁੰਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਸਾਡੇ ਵਾਸਤੇ ਰੱਬ ਰੂਪ ਨੇ, ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ, ਉਹਨਾਂ ਦੇ ਗੁਣ ਨੇ, ਉਹਨਾਂ ਦਾ ਵਿਹਾਰ ਹੈ, ਉਹਨਾਂ ਦੀ ਸੋਚ ਹੈ, ਉਹ ਰੱਬ ਵਰਗੀ, ਸਰੀਰ ਰੱਬ। ਠੀਕ ਹੈ ਜੀ, ਬਹੁਤ ਮਿਹਰਬਾਨੀ। ਇਹ ਸਿਰਫ ਕਲੀਅਰ ਕਰਨ ਵਾਸਤੇ ਸੀਗੀ, ਤਾਂ ਕਿ ਜਿਹੜੀ ਸਾਡੀ ਸੋਚ ਹੈਗੀ ਨਾ, ਆਪਣੇ ਆਮ ਸ਼ਰਧਾ ਦੇ ਵਿੱਚ ਆ ਕੇ ਆਪਾਂ ਇਹੀ ਗੱਲ ਕਹਿੰਦੇ ਆ। ਇਹਦੇ ਵਿੱਚ ਰੋਂਗ ਨਹੀਂ ਹੈਗਾ ਕੁਝ ਵੀ, ਕਿ ਜੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਹਰ ਵੀ ਆਪਾਂ ਕਹਿ ਸਕਦੇ ਹਾਂ, ਉਹ ਸਿਰਫ ਇਸੇ ਕਰਕੇ ਕਿਉਂਕਿ ਉਹਨਾਂ ਦੇ ਜਿਹੜੇ ਵਚਨ ਸੀਗੇ, ਉਹਨਾਂ ਦੀ ਜਿਹੜੀ ਸੋਚ ਇੰਨੀ ਉੱਚੀ ਸੀਗੀ ਸਾਡੇ ਵਾਸਤੇ, ਜੋ ਕੁਝ ਕਰਕੇ ਗਏ ਆ ਉਹ ਇੰਨੀ ਵਧੀਆ ਤੇ ਉੱਚੀ ਸੀਗੀ ਕਿ ਉਹ ਰੱਬ ਤੋਂ ਘੱਟ ਨਹੀਂ। ਨਾਲੇ ਵੀਰ ਦੀ ਸੋਚ ਦਾ ਰੱਬ ਦੇ ਵਿੱਚ ਮਿਲ ਜਾਣਾ ਹੀ ਰੱਬ ਹੋ ਜਾਣਾ ਹੈ। ਨਾਨਕ ਲੀਨ ਪਇਓ ਗੋਬਿੰਦ ਸਿੰਘ ਜੋ ਪਾਣੀ ਸਿੰਘ ਪਾਣੀ। ਜਦੋਂ ਸਾਡੀ ਸੋਚ ਰੱਬ ਵਿੱਚ ਮਿਲ ਜਾਂਦੀ ਤਾਂ ਉਹ ਬੰਦਾ ਰੱਬ ਵਰਗਾ ਹੋ ਜਾਂਦਾ। ਬਾਣੀ ਵਿੱਚ ਨਾ ਤੁਕ ਵੀ ਆਉਂਦੀ ਹੈ, ਜਿਨ ਜਾਤਾ ਸੋ ਤਿਸ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਜਿਹਨੇ ਉਹਨੂੰ ਜਾਣ ਲਿਆ ਉਹ ਰੱਬ ਰੂਪ ਹੀ ਹੋ ਗਿਆ। ਜਿਵੇਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਰੱਬ ਰੂਪ ਹੀ ਹੋ ਗਏ, ਕਿਉਂਕਿ ਉਹਨਾਂ ਦੇ ਵਿੱਚ ਨਾ ਕਿਸੇ ਵਾਸਤੇ ਵਿਤਕਰਾ ਨਹੀਂ, ਉਹ ਰੱਬ ਵਰਗੇ ਹੀ ਨੇ। ਲੇਕਿਨ ਜੇ ਕਹੀਏ ਵੀ ਸਰੀਰ ਰੱਬ ਹੈ ਤਾਂ ਸਰੀਰ ਰੱਬ ਨਹੀਂ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਤਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆ ਰਿਹਾ ਤੇ ਉਹਦੇ ਬਾਅਦ ਚ ਨਰਿੰਦਰ ਸਿੰਘ ਜੀ USA ਵਾਲੇ, ਉਹ ਵੀ ਅਨਮਿਊਟ ਹੋਏ। ਮੈਂ ਤੁਹਾਡੇ ਕੋਲ ਵੀ ਸਤਿੰਦਰ ਸਿੰਘ ਜੀ ਤੇ ਬਾਅਦ ਆ ਰਿਹਾ ਜੀ। ਹਾਂਜੀ ਸਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਕੀ ਹਾਲ ਹੈ ਭਾਈ ਸਾਹਿਬ ਜੀ? ਚੜ੍ਹਦੀ ਕਲਾ ਭਾਈ ਸਾਹਿਬ। ਬਹੁਤ ਬਹੁਤ ਵਧੀਆ ਤੁਸੀਂ ਵਿਚਾਰ ਦੱਸੇ ਨੇ ਭਾਈ ਸਾਹਿਬ ਜੀ। ਇੱਕ ਮੈਂ ਪੁੱਛਣਾ ਹੈ ਤੁਹਾਨੂੰ, ਜਿਹੜਾ ਇੱਧਰ ਟਰਮ ਯੂਜ਼ ਕੀਤਾ ਹੈ ਔਰਤ ਵਾਸਤੇ, ਭੰਡ। ਹਾਂਜੀ ਹਾਂਜੀ। ਇਹਨੂੰ ਕਿਉਂ ਯੂਜ਼ ਕੀਤਾ ਹੈ? ਇਹਨੂੰ ਕਿਉਂ ਯੂਜ਼ ਕੀਤਾ? ਇਹਦਾ ਮਤਲਬ ਕੀ ਹੈ? ਇਹਦਾ ਮੀਨਿੰਗ ਕੀ ਹੋਏਗਾ? ਦੇਖੋ, ਭੰਡ ਦਾ ਮੀਨਿੰਗ ਔਰਤ ਹੀ, ਇਹਦਾ ਹੋਰ ਕੋਈ ਮੀਨਿੰਗ ਨਹੀਂ ਹੈ। ਜਿਵੇਂ ਔਰਤ ਨੂੰ ਕੋਈ ਇਸਤਰੀ ਕਹਿ ਦਿੰਦਾ ਹੈ, ਔਰਤ ਨੂੰ ਦਾਰਾ ਵੀ ਕਹਿ ਦਿੱਤਾ, ਔਰਤ ਨੂੰ ਮਤਲਬ ਜਨਾਨੀ ਵੀ ਕਹਿ ਦਿੱਤਾ, ਐਵੇਂ ਭੰਡ ਸ਼ਬਦ ਜਿਹੜਾ ਔਰਤ ਵਾਸਤੇ ਵਰਤਿਆ ਗਿਆ, ਹੋਰ ਦਾ ਵਿਸ਼ੇਸ਼ ਮੀਨਿੰਗ ਨਹੀਂ ਹੈ। ਨਹੀਂ ਤੇ ਕਈ ਜਗ੍ਹਾ ਤੇ ਅਸੀਂ ਕਹਿੰਦੇ ਨਾ ਕਿ ਯਾਰ ਤੂੰ ਭੰਡ ਨਾ ਪਾਇਆ ਕਰ, ਮਤਲਬ ਕਿਸੇ ਚੀਜ਼ ਨੂੰ ਤੋੜਨਾ ਜਾਂ ਕੁਛ ਨਾ, ਇਸ ਤਰ੍ਹਾਂ ਤਾਂ ਉਹ ਭੰਡ, ਮੈਂ ਸੋਚਿਆ ਕਿ ਵੀ ਇਹ ਬੜਾ ਇਸ ਤਰ੍ਹਾਂ ਕਿਉਂ ਯੂਜ਼ ਕੀਤਾ, ਤਾਂ ਕਰਕੇ। ਨਹੀਂ ਭੰਡ ਕੋਈ ਸਾਨੂੰ ਤਾਂ ਲੱਗਦਾ ਵੀ ਭੰਡ ਇੱਕ ਨਾ ਉਹਨਾਂ ਨੂੰ ਵੀ ਕਹਿੰਦੇ ਨੇ, ਜਿਹੜੇ ਭੰਡ ਜਿਹੜੇ ਆਣ ਕੇ ਵਿਆਹ ਸ਼ਾਦੀਆਂ ਵਿੱਚ ਚੁਟਕਲੇ ਵਗੈਰਾ ਸੁਣਾਉਂਦੇ ਨੇ। ਅੱਛਾ। ਲੇਕਿਨ ਇੱਥੇ ਭੰਡ ਔਰਤ ਨੂੰ, ਕਿਉਂਕਿ ਵੀਰ ਦੀ ਬਾਣੀ ਦੇ ਵਿੱਚ ਨਾ ਇੱਕ ਸ਼ਬਦ ਨੂੰ ਕਈ ਅਰਥਾਂ ਦੇ ਵਿੱਚ ਵਰਤਿਆ ਹੈ, ਤਾਂ ਇੱਥੇ ਭੰਡ ਸ਼ਬਦ ਜਿਹੜਾ ਔਰਤ ਵਾਸਤੇ ਵੀ ਇਹਦੇ ਵਿੱਚ ਬਹੁਤੀ ਚੱਕਰ ਵਿੱਚ ਪੈਣ ਦੀ ਲੋੜ ਨਹੀਂ। ਭੰਡ ਮੀਨਸ ਔਰਤ। ਠੀਕ ਹੈ, ਠੀਕ ਹੈ, ਠੀਕ ਹੈ, ਸਿੰਪਲ। ਹਾਂਜੀ, ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੋ ਜਾਏ ਜੇ ਤੁਸੀਂ ਗੱਲ ਕਰਨੀ ਹੈ। ਮੈਂ ਦਵਿੰਦਰ ਸਿੰਘ ਤੂਰ ਕੋ ਆ ਰਿਹਾ, ਉਹ ਅਨਮਿਊਟ ਹੋਏ ਹੋ ਜੀ। ਦਵਿੰਦਰ ਸਿੰਘ ਤੂਰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਯਾਨੀ ਜੀ ਬਹੁਤ ਸੰਖੇਪ ਰੂਪ ਵਿੱਚ ਤੁਸੀਂ ਅੱਜ ਗੁਰੂ ਨਾਨਕ ਦੇਵ ਜੀ ਸੋਚ ਬਾਰੇ ਬਹੁਤ ਹੀ ਚੰਗੇ ਢੰਗ ਨਾਲ ਤੇ ਸੱਚ, ਸੁੱਚ, ਪਵਿੱਤਰ, ਅਪਵਿੱਤਰ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਕਿਹਾ, ਔਰ ਵਿਦ ਗ੍ਰਾਮੈਟਿਕਲੀ, ਕਿਉਂਕਿ ਬਿਨਾਂ ਗ੍ਰਾਮਰ ਤੋਂ ਇਹ ਬਾਣੀ ਸਾਨੂੰ ਸਮਝ ਨਹੀਂ ਲੱਗ ਸਕਦੀ। ਜਿਵੇਂ ਆਪਣੇ ਭਾਈ ਸਾਹਿਬ ਨੇ ਹੁਣੇ ਕੁਐਸਚਨ ਪੁੱਛਿਆ ਭੰਡ ਬਾਰੇ, ਹੁਣ ਤੁਸੀਂ ਆਪ ਹੀ ਦੱਸਿਆ ਵੀ ਕਿੰਨੀ ਵਾਰੀ ਇਹ ਭੰਡ ਆਉਂਦਾ ਹੈਗਾ। ਹੁਣ ਇੱਥੇ ਪੱਬੇ ਉੱਪਰ ਵੱਡੇ ਨੂੰ ਸਿਹਾਰੀ ਹੈ। ਹਾਂਜੀ। ਇਹਦਾ ਮਤਲਬ ਇਸਤਰੀ ਲਿੰਗ ਹੈ। ਇਸਤਰੀ ਲਿੰਗ। ਹਾਂਜੀ। ਜਿਹੜੇ ਉਹ ਭੰਡ ਦੀ ਗੱਲ ਕਰਦੇ ਸੀ, ਉਹ ਡੱਡੇ ਨੂੰ ਔਂਕੜ ਹੈ। ਔਂਕੜ ਆਏਗਾ। ਇਸ ਕਰਕੇ ਸਾਨੂੰ ਬਿਨਾਂ ਗ੍ਰਾਮਰ ਤੋਂ ਬਾਣੀ ਸਮਝ ਨਹੀਂ ਆ ਸਕਦੀ। ਵੈਦ ਸਾਹਿਬ ਨੇ ਪਹਿਲਾਂ ਪੁੱਛਿਆ ਸੀਗਾ ਵੀ ਨਾਨਕ ਕਹਿੰਦਾ
ਨਾਨਕ 3 ਤਰ੍ਹਾਂ ਆਉਂਦਾ, ਕੱਕੇ ਨੂੰ ਹਾਂਜੀ। ਔਂਕੜ, ਕੱਕਾ ਮੁਕਤਾ, ਕੱਕੇ ਨੂੰ ਸਿਹਾਰੀ। ਸਿਆਰੀ, ਹਾਂਜੀ। ਉਹ ਨਾਨਕ ਸਾਨੂੰ ਸੰਬੋਧਨ ਕਰ ਰਿਹਾ ਕਿ ਬੰਦਿਓ ਇਹ ਜਨਾਨੀ ਆ ਤੇ ਪਰਮਾਤਮਾ ਇਹ ਆ। ਧੰਨਵਾਦ ਜੀ। ਧੰਨਵਾਦ। ਅਸੀਂ ਟਰਾਈ ਕਰਾਂਗੇ ਅੱਗੋਂ ਨਾ, ਜੇ ਕਲਾਸ ਚੱਲਦੀ ਰਹਿੰਦੀ ਤਾਂ ਅਸੀਂ ਵਿਆਕਰਨ ਬਾਰੇ ਥੋੜਾ ਨੌਲੇਜ ਦੇਣ ਦਾ ਟਰਾਈ ਕਰਾਂਗੇ। ਬਿਨਾਂ ਵਿਆਕਰਨ ਤੋਂ ਤਾਂ ਬਾਣੀ ਬਿਲਕੁਲ ਨਹੀਂ ਸਮਝ ਆ ਸਕਦੀ। ਹਾਂਜੀ ਹਾਂਜੀ ਹਾਂਜੀ। ਜਿਵੇਂ ਤੁਸੀਂ 4 ਲਫ਼ਜ਼ ਬੋਲਿਆ, ਚੱਚੇ ਨੂੰ ਕੱਢਾਂ, ਰਾਰੇ ਨੂੰ ਔਂਕੜ, ਸੁੰਦਰ। ਜੇ ਰਾਰੇ ਨੂੰ ਸਿਹਾਰੀ ਲੱਗ ਗਈ, ਗਿਣਤੀ ਆ ਗਈ। ਕਿੰਨਾ ਹਾਂਜੀ, ਬਿਲਕੁਲ ਬਿਲਕੁਲ। ਚਾਰ ਦੋਨਾਂ ਦਾ ਸੇਮ ਨਹੀਂ ਹੈ। ਹਾਂਜੀ ਹਾਂ, ਜਿਵੇਂ ਨਾ ਹੁਣ ਕੋਟ ਨਾਨਕ ਸ਼ਬਦ ਹੈਗਾ, ਦੇਖੋ ਵਿੱਚ 3 ਵਾਰੀ ਆਉਂਦਾ ਹੈ। ਕੋਟ ਦੇ ਮਤਲਬ ਕਰਨਾ, ਉਹ ਵੱਖੋ ਵੱਖਰੇ ਮਤਲਬ ਨਿਕਲਦੇ। ਹਾਂਜੀ, ਕੋਟ ਸ਼ਬਦ ਹੈਗਾ ਨਾ, ਕੋਟ ਤੇ ਕੋਟ ਦੇ ਟੈਂਕੇ ਨਾਲ ਸਿਹਾਰੀ ਲਾ ਦੋ ਤੇ ਉਹਦਾ ਅਰਥ ਬਣ ਜਾਏਗਾ ਕਰੋੜ, ਕਿਲਾ। ਕਿਲਾ। ਔਰ ਕੋਟ ਦੇ ਟੈਂਕੇ ਨਾਲ ਸਿਹਾਰੀ ਲਾ ਦੋ, ਉਹਦਾ ਅਰਥ ਬਣ ਜਾਏਗਾ ਕਰੋੜ। ਕੋਟ ਦੇ ਟੈਂਕੇ ਥੱਲੇ ਔਂਕੜ ਲੱਗਦਾ, ਉਹਦਾ ਮਤਲਬ 1 ਕਿਲਾ। ਤੇ ਕੋਟ ਦਾ ਟੈਂਕਾ ਮੁਕਤਾ ਹੋ ਜਾ, ਉਹਦਾ ਮਤਲਬ ਬਹੁਤੇ ਕਿਲੇ। ਤੇ ਟੈਂਕੇ ਨਾਲ ਸਿਹਾਰੀ ਆ ਗਿਆ, ਉਹਦਾ ਮਤਲਬ ਔਂਕੜ ਔਰ ਸਿਹਾਰੀ ਨਾਲ ਬੇਨਤੀ ਕੀਤੀ ਸੀ ਕਿ ਸਿਰਫ 1-2 ਚੀਜ਼ਾਂ ਇਦਾਂ ਐਕਸਪਲੇਨ ਕਰ ਦਿਆ ਕਰੋ ਕਿ ਸਾਨੂੰ ਯਾਦ ਰਹੇ। ਧੰਨਵਾਦ ਜੀ। ਠੀਕ, ਮੈਂ ਟਰਾਈ ਕਰਾਂਗਾ ਰੋਜ਼ ਕੋਈ ਨਾ ਕੋਈ ਇੱਕ ਅੱਧੀ ਚੀਜ਼ ਕਰਦਾ ਰਵਾਂ। ਧੰਨਵਾਦ। ਧੰਨਵਾਦ ਜੀ ਦਵਿੰਦਰ ਸਿੰਘ ਤੂਰ। ਤੇ ਹੁਣ ਮੈਂ ਨਰਿੰਦਰ ਸਿੰਘ ਕੋ ਆ ਰਿਹਾ ਜੀ, ਉਹਦੇ ਬਾਅਦ ਦੇ ਵਿੱਚ ਆਪਣੇ ਨਰਿੰਦਰ ਸਿੰਘ ਜੱਸਲ ਦੇ ਕੋਲ ਵੀ ਆ ਰਿਹਾ ਜੀ। ਤੇ ਪਹਿਲਾਂ ਨਰਿੰਦਰ ਸਿੰਘ USA ਵਾਲੇ। ਹਾਂਜੀ ਨਰਿੰਦਰ ਸਿੰਘ ਜੀ, ਤੁਸੀਂ ਅਨਮਿਊਟ ਹੈ। ਹਾਂਜੀ ਵੀਰ ਜੀ, ਭਾਈ ਸਾਹਿਬ ਜੀ, ਬਹੁਤ ਮਜ਼ਾ ਆ ਗਿਆ ਕਥਾ ਸੁਣ ਕੇ। ਧੰਨਵਾਦ। ਜੇਕਰ ਅਸੀਂ ਕਰੀਏ ਆਪਣਾ ਵਿਆਖਿਆ ਦੇਖੀਏ, ਕਿਸੇ ਨੇ ਗੁਟਕਾ ਸਾਹਿਬ ਵਿਆਖਿਆ ਵਾਲਿਆਂ ਚੋਂ ਪੜ੍ਹੀਏ ਜਾਂ ਹੋਰ ਕਿਸੇ ਨੇ ਵਿਆਖਿਆ ਦੇਖੀਏ, ਉਹਦੇ ਚੋਂ ਸਾਨੂੰ ਇੰਨਾ ਕੁਝ ਸਮਝ ਨਹੀਂ ਲੱਗੇਗੀ ਜਿੰਨਾ ਤੁਸੀਂ ਸੰਖੇਪ ਵਿੱਚ ਸਾਨੂੰ ਦੱਸ ਦਿੰਦੇ ਹੈਗੇ ਹੋ। ਰੀਅਲੀ ਵੈਰੀ ਨਾਈਸ। ਥੈਂਕ ਯੂ ਵੀਰ ਜੀ। ਧੰਨਵਾਦ ਜੀ, ਧੰਨਵਾਦ। ਮਿਹਰਬਾਨੀ ਜੀ। ਨਰਿੰਦਰ ਸਿੰਘ ਜੱਸਲ, ਉਹਦੇ ਬਾਅਦ ਚ ਕੁਲਦੀਪ ਕੌਰ। ਹਾਂਜੀ ਨਰਿੰਦਰ ਸਿੰਘ ਜੱਸਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਬਹੁਤ ਹੀ ਸੱਜੇ ਢੰਗ ਨਾਲ ਤੁਸੀਂ ਸਮਝਾਇਆ ਸਾਨੂੰ। ਜਿਹੜੇ ਇੱਕ ਮਨੋਵਿਗਿਆਨਕ ਦੀ ਰੀਜ਼ਨ ਹੈਗਾ ਔਰਤ ਦਾ ਦਰਜਾ ਘੱਟ ਕਿਉਂ ਹੈ, ਉਹਦੇ ਵਿੱਚ ਦੇਖੋ, ਜਦੋਂ ਆਪਣੇ ਪਹਿਲਾਂ ਯੁੱਧ ਹੁੰਦੇ ਸੀ ਜਾਂ ਬਾਹਰੋਂ ਤਾੜਵੀ ਆਉਂਦੇ ਹੁੰਦੇ ਸੀ ਮੁਸਲਮਾਨ ਜਾਂ ਹੋਰ, ਉਹ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ। ਤੇ ਉਸ ਤੋਂ ਡਰ ਦੀ ਖਾਤਰ ਲੋਕਾਂ ਦੇ ਮਨ ਦੇ ਵਿੱਚ ਇਹ ਹੋ ਗਿਆ ਵੀ ਔਰਤ ਨੂੰ ਖਤਮ ਹੀ ਕਰ ਦੋ, ਮਤਲਬ ਆਪਣੀਆਂ ਧੀਆਂ ਨੂੰ ਮਾਰ ਦਿੰਦੇ ਸੀਗੇ। ਮਤਲਬ ਇਹ ਵਾਸ ਰੋਂਗ, ਪਰ ਇੱਕ ਰੋਂਗ ਨੂੰ ਗਲਤ ਕਰਨ, ਠੀਕ ਕਰਨ ਦੀ ਖਾਤਰ ਉਹ ਦੂਸਰਾ ਇੱਕ ਗਲਤੀ ਹੋਰ ਕਰ ਲੈਂਦੇ ਸੀ, ਹੋਰ ਗਲਤੀ ਕਰ ਲਈ। ਹਾਂਜੀ ਹਾਂਜੀ। ਸੋ ਇਹਦਾ ਇੱਕ ਮਤਲਬ ਥੋੜਾ ਜਿਹਾ ਰੀਜ਼ਨ ਇਹ ਵੀ ਸੀਗਾ। ਤੇ ਦੂਸਰਾ, ਮੈਨੂੰ ਇੱਕ ਜਿਹੜਾ ਰੱਬ ਦਾ ਕਨਸੈਪਟ ਹੈਗਾ, ਜਿਵੇਂ ਮੂਰਖਾਂ ਵਿੱਚ ਆਪਾਂ ਕਹਿੰਦੇ ਮੂਰਖਾਂ ਨਾਲ ਝਗੜੀਏ, ਹਨਾ, ਵੀ ਉਹਨਾਂ ਵਿੱਚ ਰੱਬ ਦੀ ਮਾਤਰਾ ਘਟ ਜਾਂਦੀ ਹੈ ਜਾਂ ਉਹਨਾਂ ਵਿੱਚ ਕੀ ਕਾਰਨ ਹੈਗਾ? ਮਤਲਬ ਆਪਾਂ ਕਹਿੰਦੇ ਵੀ ਰੱਬ ਸਭ ਦੇ ਵਿੱਚ ਹੈਗਾ, ਫਿਰ ਉਹਨਾਂ ਵਿੱਚ ਕਿਉਂ ਨਹੀਂ ਹੈਗਾ? ਨਹੀਂ, ਮਾਤਰਾ ਉਹਨਾਂ ਵਿੱਚ ਸਾਰੀ ਮੁਕੰਮਲ ਹੈਗੀ ਹੈ। ਕੋਈ ਮਾਤਰਾ ਜੇ ਨਹੀਂ ਨਾ, ਉਹਨੂੰ ਪਛਾਣ ਨਹੀਂ ਹੈ। ਦੇਖੋ, ਫਾਰ ਐਗਜ਼ਾਮਪਲ, ਮੈਂ ਇੱਕ ਮੂਰਖ ਬੰਦਾ ਵਾਂ ਨਾ, ਤਾਂ ਮੇਰੇ ਅੰਦਰ ਸੱਚ ਵੀ ਹੈ, ਦਇਆ ਵੀ ਹੈ, ਪ੍ਰੇਮ ਵੀ ਹੈ, ਲੇਕਿਨ ਮੈਂ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ। ਦਿਮਾਗ ਰੱਬ ਨੇ ਮੈਨੂੰ ਦਿੱਤਾ, ਪਰ ਮੈਨੂੰ ਯੂਜ਼ ਨਹੀਂ ਕਰ ਰਿਹਾ, ਪੁੱਠੇ ਪਾਸੇ ਯੂਜ਼ ਕਰ ਰਿਹਾ। ਤੇ ਕਈ ਥਾਵਾਂ ਤੇ ਹੁੰਦਾ ਕਿ ਕਈਆਂ ਲੋਕਾਂ ਦੇ ਅੰਦਰ ਨਾ, ਜਦੋਂ ਤੁਸੀਂ ਕਿਉਂਕਿ ਮਨੋਵਿਗਿਆਨ ਨੂੰ ਸਮਝਦੇ ਹੋ, ਤਾਂ ਮਨੋਵਿਗਿਆਨਿਕ ਤੌਰ ਤੇ ਵੀ ਐਸਾ ਹੁੰਦਾ, ਕੁਛ ਨਾ ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਹੋ ਜਾਂਦੇ ਨੇ ਲੋਕ। ਜਿਵੇਂ ਇੱਕ ਨਾ ਐਂਟੀ ਸੋਸ਼ਲ ਫੋਬੀਆ ਹੈਗਾ, ਜਾਂ ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ ਹੈਗਾ। ਤਾਂ ਐਂਟੀ ਸੋਸ਼ਲ ਪਰਸਨੈਲਿਟੀ ਡਿਸਆਰਡਰ ਦੇ ਅੰਦਰ ਬੰਦਾ ਉਹ ਕੰਮ ਕਰਦਾ ਜਿਹੜੇ ਸਮਾਜ ਨੂੰ ਮਨਜ਼ੂਰ ਨਹੀਂ, ਉਹਨਾਂ ਦੀ ਤੋੜ ਫੋੜ, ਦੂਜਾ ਤੀਜਾ। ਐਵੇਂ ਜਿਵੇਂ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਹੈਗਾ, ਜਾਂ ਡਿਪਰੈਸਿਵ ਪਰਸਨੈਲਿਟੀ ਡਿਸਆਰਡਰ ਹੈਗਾ, ਜਿਨ੍ਹਾਂ ਦੇ ਅੰਦਰ ਪਰਸਨੈਲਿਟੀ ਡਿਸਆਰਡਰ ਪੈਦਾ ਹੋ ਜਾਂਦੇ ਨਾ, ਉਹ ਇੱਕ ਮਾਨਸਿਕ ਰੋਗ ਹੈ ਤੇ ਉਹ ਕਦੇ ਸਮਝ ਨਹੀਂ ਪਾਣਗੇ। ਇਸ ਲਈ ਉਹਨਾਂ ਨੂੰ ਇਲਾਜ ਦੀ ਲੋੜ ਹੈ, ਜਾਂ ਤਾਂ ਕਾਉਂਸਲਿੰਗ ਦੀ ਲੋੜ ਹੈ ਬਹੁਤ ਵੱਡੀ, ਕੋਈ ਸਾਈਕੋਥੈਰੇਪਿਸਟ ਹੋਏ, ਸਾਈਕੋਲੋਜਿਸਟ ਹੋਏ, ਲੰਬੇ ਸਮੇਂ ਤੱਕ ਕਾਉਂਸਲਿੰਗ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ, ਜਾਂ ਫਿਰ ਉਹਨਾਂ ਨੂੰ ਦਵਾਈ ਵਗੈਰਾ ਦਿੱਤੀ ਜਾਏ। ਹੁਣ ਅਸੀਂ ਨਾ ਤੇ ਉਹਨੂੰ ਦਵਾਈ ਦੇ ਸਕਦੇ ਹਾਂ, ਨਾ ਕਾਉਂਸਲਿੰਗ, ਇਸ ਕਰਕੇ ਉਹ ਤੋਂ ਫਿਰ ਜਾਨ ਛਡਾਉਣ ਦੀ ਲੋੜ ਹੀ, ਐਵੇਂ ਗਲ ਪਵਾਉਣ ਨਾਲੋਂ ਚੰਗਾ ਹੈ। ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਠੀਕ ਹੈ ਜੀ। ਮੈਂ ਹੁਣ ਕੁਲਦੀਪ ਕੌਰ ਕੋਲ ਆਉਣ ਲੱਗਾ ਜੀ, ਤੇ ਉਹਦੇ ਬਾਅਦ ਦੇ ਵਿੱਚ ਮੈਂ ਰਿਕੁਐਸਟ ਕਰਦਾ, ਜੇ ਸਾਡੇ ਨਾਲ ਹਰਬੰਸ ਸਿੰਘ ਵੀ ਹੈ, ਵਿਰਕ ਸਾਹਿਬ ਵੀ ਹੈ, ਗੁਰਚਰਨ ਸਿੰਘ ਵੀ ਹੈ, ਢੇਸੀ ਤੇ ਆਪਣੇ ਹਰਨੇਕ ਸਿੰਘ ਵੀ ਹੈਗੇ ਆ, ਜੇ ਇਹਨਾਂ ਦੇ ਵਿੱਚੋਂ ਕਿਸੇ ਨੇ ਅਨਮਿਊਟ ਹੋਣਾ ਹੋ ਜਾਏ ਤਾਂ ਕਿ ਮੈਨੂੰ ਪਤਾ ਲੱਗ ਜਾਵੇ, ਤਾਂ ਮੈਂ ਉਹਨਾਂ ਨੂੰ ਮੌਕਾ ਅਗਲੇ ਕੁਲਦੀਪ ਕੌਰ ਜੀ ਤੋਂ ਬਾਅਦ
ਮੈਂ ਆ ਸਕਾਂ। ਹਾਂਜੀ ਕੁਲਦੀਪ ਕੌਰ। ਗਿਆਨੀ ਜੀ, ਹਾਂਜੀ ਭੈਣ। ਜਿਹੜੀ ਤੁਲਸੀ ਜੀ ਨੇ ਲਾਈਨ ਲਿਖੀ, ਢੋਲ ਗਵਾਰ ਸ਼ੁਦਰੇ, ਜਿਹੜੀ ਪੂਰੀ ਲਾਈਨ ਬੋਲਿਓ। ढोल गवार शूद्र पशु नारी, ए सब ताड़न के अधिकारी। ताड़न के धारी, हाँ हाँ, ढोल गवार शूद्र पशु नारी, ए सब ताड़न के अधिकारी। अधिकारी। हाँ जी, ਕ੍ਰਿਟਿਸਾਈਜ਼ ਕੀਤਾ ਜੀ ਇਹ। हाँ जी, ਮੈਂ ਇਸ ਨੂੰ ਕ੍ਰਿਟਿਸਾਈਜ਼ ਕੀਤਾ ਹੈਗਾ। नहीं आई नो, मैं पढ़िया होया पर मैनू लाइन नहीं याद सी, मैनू पता है। आई नो इसकी बेइज्जती करदे आ कि पशु दी तरह इले जिद्दां पशु ਲਈ ਡੰਡਾ ਰੱਖੀਦਾ, ਇਹਦੇ ਲਈ ਵੀ ਇਦਾਂ ਡੰਡਾ ਰੱਖੋ। ਮੈਨੂੰ मीनिंग आजकल ते पैना आजकल ते बीवियां नहीं रख लेने डंडे। ਲੈਣ ਵੀ ਨਹੀਂ ਜਾਣੇ ਪੈਂਦੇ, ਬੇਲਣੇ ਠੀਕ ਹੈ ਜੀ। ठीक है, ਫੁੱਲੀ ਇਕਵਿਪਡ ਹੈ ਜੀ ਘਰੋਂ ਸਾਰੇ। ਚਲੋ ਠੀਕ ਹੈ ਜੀ। ਮੇਰਾ ਖਿਆਲ ਹੋਰ ਹਰਵੰਤ ਸਿੰਘ ਜੀ ਤੁਸੀਂ ਅੱਛਾ ਠੀਕ ਹੈ ਜੀ। ਤੇ ਹੋਰ ਕੋਈ ਨਹੀਂ ਹੋਇਆ? ਹਰਨੇਕ ਸਿੰਘ ਜੀ ਤੁਸੀਂ ਅਨਮਿਊਟ ਹੋਏ। ਵਿਰਕ ਸਾਹਿਬ ਪਹਿਲਾਂ ਆ ਜਾਓ ਤੁਸੀਂ। ਸੌਰੀ। ਹਾਂ ਬਾਬਾ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਮੇਰਾ ਸਵਾਲ ਭਾਈ ਤਰਲੋਚਨ ਸਿੰਘ ਨਾਲ ਆ ਮੜਾ ਜਾ। ਕਰੋ ਜੀ। ਜਿੱਦਾਂ ਆਪਾਂ ਜੂਮ ਮੀਟਿੰਗ ਕਰਦੇ ਆ, ਜਿੱਦਾਂ ਬਾਬਾ ਜੀ ਕਥਾ ਕਰਦੇ ਆ, ਜਿੱਦਾਂ ਕਈ ਵਾਰੀ ਹੁੰਦਾ ਨਾ, ਜਿੱਦਾਂ ਲਾਈਨ ਇੱਕ ਵਿੱਚ ਆਉਂਦੀ ਆ ਸਕਦੀ ਏਦਾਂ, ਜਿੱਦਾਂ ਕੋਈ ਸ਼ਬਦ ਆ ਤਾਂ ਸਕਦਾ ਜੀ, ਸਭ ਕੁਛ ਹੀ। ਉਹਦੇ ਨਾਲ ਇਹ ਥੋੜੀ ਜਿਹੀ ਡਿਸਟਰਬੈਂਸ ਹੋ ਜਾਣੀ। ਅਸੀਂ ਸ਼ੁਰੂ ਦੇ ਵਿੱਚ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇਸ ਵੇਲੇ ਮੇਰੀ ਸਕਰੀਨ ਤੇ ਇੱਕ ਪਾਸੇ 25 ਬੰਦੇ ਮਤਲਬ ਮੈਂ ਦੇਖ ਸਕਦਾ, 25 ਸ਼ਖਸ ਦੇਖ ਸਕਦਾ ਇੱਕ ਟਾਈਮ ਤੇ, ਠੀਕ ਹੈ ਜੀ। ਹਾਂਜੀ। ਇਸ ਲਈ ਤੁਸੀਂ ਕੋਈ ਲਾਈਨ ਪਾਉਣੀ ਹੈ ਨਾ ਜੀ, ਹਾਂਜੀ, ਉਹਦੇ ਵਿੱਚੋਂ ਕੱਟੇ ਜਾਣੇ ਸਾਰੇ ਉਹ। ਕਿ ਗਿਆਨੀ ਜੀ ਨੂੰ ਥੋੜਾ ਮੁਸ਼ਕਲ ਇਹ ਹੋ ਜਾਂਦੀ ਹੈ, ਕਿਉਂਕਿ ਜਦ ਤਾਈਂ ਆਮਣੋ ਸਾਹਮਣੇ ਗੱਲ ਨਾ ਹੋਵੇ ਤੇ ਉਤਾਂ ਹੀ ਥੋੜਾ ਜਿਹਾ ਸੁਣਾਉਣ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ ਥੋੜੀ ਜਿਹੀ ਤੰਗੀ ਹੁੰਦੀ ਆ। ਇਸ ਕਰਕੇ ਉਹ ਜਿਹੜੀਆਂ ਲਾਈਨਾਂ ਅਸੀਂ ਮਤਲਬ ਪਹਿਲਾਂ ਕਰਦੇ ਹੁੰਦੇ, ਪਹਿਲਾਂ ਜਿਹੜੀਆਂ ਕਥਾ ਸਾਡੀਆਂ ਸੀਗੀਆਂ ਨਾ ਵੀਡੀਓ, ਉਹਦੇ ਵਿੱਚ ਅਸੀਂ ਸਾਡੀ ਤਕਰੀਬਨ ਸਾਰੀ ਸਕਰੀਨ ਭਰ ਜਾਂਦੀ ਸੀਗੀ ਤੇ ਸਾਈਡ ਤੇ 3-4 ਫੋਟੋਆਂ ਆਉਂਦੀਆਂ ਸੀਗੀਆਂ ਜਿਹੜੇ ਦੇਖਣ ਤੇ ਸੁਣਨ ਵਾਲੇ ਹੁੰਦੇ ਸੀਗੇ। ਹਾਂਜੀ ਨਹੀਂ ਜਿੱਦਾਂ ਆਪਾਂ ਵਿਚਾਰ ਕਰਦੇ ਉਦੋਂ ਨਹੀਂ, ਜਦੋਂ ਬਾਬਾ ਜੀ ਵਿਚਾਰ ਕਰ ਰਹੇ ਆ, ਉਹ ਜਿਹੜਾ ਸ਼ਬਦ ਵਿੱਚ ਆਉਂਦਾ ਆਪਾਂ ਨੂੰ ਪਤਾ ਕਿਹੜਾ ਲਗਾ ਮਾਤਰਾ ਕਿੱਥੇ ਲੱਗੀ ਆ, ਉਹ ਥੋੜੀ ਨੌਲੇਜ ਵਾਸਤੇ ਹੁੰਦੀ। ਮੈਂ ਕਹਿੰਦਾ ਜੀ ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਿਆ ਜੀ। ਮੈਂ ਇੱਥੇ ਤੁਹਾਨੂੰ ਇਹ ਬੇਨਤੀ ਕਰੂੰਗਾ, ਮੈਂ ਲਾ ਸਕਦਾ ਜੇ ਗਿਆਨੀ ਜੀ ਕਹਿਣਗੇ ਮੈਂ ਲਾ ਦੂੰਗਾ, ਕੋਈ ਗੱਲ ਨਹੀਂ। ਪਰ ਅਸੀਂ ਸ਼ੁਰੂ ਦੇ ਵਿੱਚ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਗਿਆਨੀ ਜੀ ਨੇ ਇਹ ਥੋੜਾ ਜਿਹਾ ਸਾਨੂੰ ਸਮਝਾਇਆ ਸੀਗਾ ਕਿ ਉਹਨਾਂ ਲਈ ਵੀ ਜਿੱਦਾਂ ਦੇਖਣ ਵਾਸਤੇ ਜਿੱਦਾਂ 25 ਬੰਦੇ ਇਸ ਲਈ ਨਜ਼ਰ ਆ ਰਹੇ ਆ ਤੇ ਉਹਨਾਂ ਨੂੰ ਵੀ ਹੁੰਦੀ ਆ ਕਿ ਸਰੋਤੇ ਦੇਖ ਰਹੇ ਸੁਣ ਰਹੇ ਆ, ਸਾਰੀ ਤਰ੍ਹਾਂ ਉਹਨਾਂ ਨੂੰ ਵੀ ਥੋੜੀ ਫੀਡਬੈਕ ਘੰਟੇ ਦੇ ਵਿੱਚ ਮਿਲ ਜਾਂਦੀ ਆ। ਹਾਂਜੀ, ਤੇ ਮੈਂ ਤੁਹਾਨੂੰ ਇੱਕ ਬੇਨਤੀ ਇਹ ਕਰੂੰਗਾ ਜੀ ਕਿ ਸਾਡੇ ਸਾਰਿਆਂ ਦੇ ਕੋਲ ਹੀ ਫੋਨ ਹੈਗੇ ਆ, ਠੀਕ ਹੈ ਜੀ। ਜੇ ਅਸੀਂ ਸ਼ੁਰੂ ਦੇ ਵਿੱਚ, ਕਿਉਂਕਿ ਹਰੇਕ ਦੇ ਕੋਲ ਹੀ ਜਿਹੜਾ ਆਪਣੇ ਗੁਰਬਾਣੀ ਦੇ ਜਿਹੜੇ ਐਪ ਹੈਗੇ ਆ ਸਾਰਿਆਂ ਨੇ ਡਾਊਨਲੋਡ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਫੁੱਲ ਜਿਹੜਾ ਪਾਠ ਹੈ ਉਹਦੇ ਵਿੱਚ ਆਉਂਦਾ। ਅਸੀਂ ਪੰਨਾ ਨੰਬਰ ਦੱਸ ਦਿਆ ਕਰਾਂਗੇ ਕਿ ਕਿਹੜੇ ਪੰਨੇ ਤੇ ਅੱਜ ਦੀ ਜਿਹੜੀ ਹੈਗੀ ਆ ਵਿਆਖਿਆ ਕਰਨੀ ਹੈ, ਤੇ ਉਹ ਤੁਸੀਂ ਆਪਣੇ ਫੋਨ ਦੇ ਵਿੱਚ ਕੱਢ ਕੇ ਤਾਂ ਤੁਸੀਂ ਖੁਦ ਦੇਖ ਸਕਦੇ ਆ, ਜਾਂ ਤੁਹਾਡੇ ਕੋਲ ਪੋਥੀ ਹੈਗੀ ਆ ਉਹਨੂੰ ਤੁਸੀਂ ਦੇਖ ਸਕਦੇ, ਜਾਂ ਆਪਣੇ ਫੋਨ ਦੇ ਵਿੱਚ ਤਾਂ ਡੈਫੀਨਿਟਲੀ ਤੁਸੀਂ ਦੇਖ ਸਕਦੇ ਆ। ਉਹ ਫਿਰ ਇੰਡੀਵਿਜੂਅਲ ਰਿਕੁਆਇਰਮੈਂਟ ਜਿਹੜੀ ਥੋੜੀ ਫੁੱਲਫਿਲ ਹੋ ਜਾਊਗੀ ਸਕਰੀਨ ਸਾਰੀ ਤੇ ਭਰਨ ਦੀ ਬਜਾਏ। ਮੈਂ ਇਦਾਂ ਤੁਹਾਨੂੰ ਰਿਕੁਐਸਟ ਕਰਦਾ, ਅੱਗੇ ਦੇਖ ਲਵਾਂਗੇ ਗਿਆਨੀ ਜੀ ਦੇ ਨਾਲ ਗੱਲ ਕਰ। ਮੇਰਾ ਲਾਲਚ ਕੁਝ ਹੋਰ ਸੀ ਨਾ, ਮੈਂ ਕਈ ਵਾਰੀ ਸਵੇਰੇ ਕੰਮ ਤੇ ਹੁੰਨਾ, ਉਹ ਪਾਣਾ ਪੋਸੀਬਲ ਨਹੀਂ ਹੁੰਦਾ। ਅੱਛਾ ਜੀ, ਠੀਕ ਹੈ ਜੀ। ਚਲੋ ਉਹਦੇ ਨਾਲ ਨਾ ਆਪਣਾ ਖੜਕ ਸਿੰਘ ਥੋੜਾ ਪ੍ਰੋਬਲਮ ਆਉਂਦੀ, ਫਿਰ ਸਾਨੂੰ ਨਾ ਇਹਦੇ ਵਿੱਚ ਇਸ ਕਰਕੇ ਨਹੀਂ ਲਾਉਂਦੇ, ਪਹਿਲਾਂ ਲਾਉਂਦੇ ਸੀ ਤਾਂ ਹੀ ਲਾਉਂਦੇ, ਜਿਵੇਂ ਭਾਈ ਸਾਹਿਬ ਦੱਸਦੇ ਨਾ। ਇਸ ਕਰਕੇ ਕੋਈ ਬਾਤ ਨਹੀਂ ਬਾਬਾ ਜੀ, ਨਹੀਂ ਲੱਗਦਾ ਕੋਈ ਚੱਕਰ ਨਹੀਂ, ਅਗਰ ਡਿਸਟਰਬੈਂਸ ਹੁੰਦੀ ਹੈ ਤਾਂ ਕੋਈ ਮਸਲਾ ਨਹੀਂ। ਧੰਨਵਾਦ ਸਕਦਾ ਵਿਰਕ ਸਾਹਿਬ। ਹਾਂਜੀ, ਲੱਕ ਮੈਂ ਕਿਹਾ ਸਭ ਕੁਝ ਹੀ ਸਕਦਾ। ਇੱਕ ਟੈਕਨੋਲੋਜੀ ਇੰਨੀ ਵਧੀਆ ਹੈ ਕਿ ਇੱਥੇ ਜੋ ਮਰਜ਼ੀ ਤੁਸੀਂ ਕਰ ਸਕਦੇ ਆ, ਕਾਫੀ ਕੁਝ ਕਰ ਸਕਦੇ ਆ। ਕਹਿਣ ਤੋਂ ਮਤਲਬ ਜਿਹੜੀ ਤੁਹਾਡੀ ਸੀਗੀ ਨਾ ਰਿਕੁਐਸਟ, ਇਹ ਤਾਂ ਫੁੱਲਫਿਲ ਹੋ ਸਕਦੀ ਬਹੁਤ ਈਜ਼ੀਲੀ, ਅਸੀਂ ਕਰਦੇ ਰਹੇ ਪਹਿਲਾਂ। ਹਾਂਜੀ, ਤੇ ਆਹ ਜਿਹੜੇ ਚਿਹਰੇ ਇਸ ਵੇਲੇ ਨਜ਼ਰ ਆ ਰਹੇ ਨਾ 20-25 ਇੱਕ ਸਕਰੀਨ ਤੇ, ਵੱਡੀ ਸਕਰੀਨ ਤੇ ਉਹ ਫਿਰ ਨਜ਼ਰ ਨਹੀਂ ਆਉਣੇ, ਫਿਰ ਉਹ ਤੁਕਾਂ ਇਕੱਲੀਆਂ ਆਉਣੀਆਂ, ਤੇ ਉਹਦੇ ਨਾਲ ਜਿਹੜੀ ਫੀਡਬੈਕ ਇਨਸਟੈਂਟਲੀ ਤੁਹਾਨੂੰ ਮਿਲਦੀ ਹੈ ਨਾ, ਉਹਦੇ ਤੇ ਥੋੜਾ ਜਿਹਾ ਫਰਕ ਪੈ ਜਾਂਦਾ। ਔਰ ਥੈਂਕ ਯੂ ਤੁਹਾਡਾ ਬਹੁਤ ਬਹੁਤ। ਹਾਂਜੀ ਹਰਨੇਕ ਸਿੰਘ ਜੀ, ਭਾਈ ਸਾਹਿਬ ਵੀਰ ਜੀ, ਮੈਂ 1 ਸੈਕਿੰਡ ਲੈ ਲਾ, 1 ਸੈਕਿੰਡ। ਦੋ ਲੋ ਭੈਣ ਜੀ, ਦੋ। ਇਹ ਜਦੋਂ ਨਾ ਬਾਬਾ ਜੀ ਕਹਿੰਦੇ ਆ ਤੇ ਮੈਨੂੰ ਡੇਰੇ ਵਾਲੇ ਯਾਦ ਆ ਜਾਂਦੇ। ਇਹਨਾਂ ਨੂੰ ਕਹੋ ਕਿ ਗਿਆਨੀ ਜੀ ਕਿਆ ਕਰੋ। ਇਹਨਾਂ ਨੇ ਗਿਆਨੀ ਜੀ ਕਹਿਣਾ ਨਹੀਂ, ਕਿਉਂਕਿ ਇਹਨਾਂ ਦੇ ਨਾ ਉਹ ਸ਼ੁਰੂ ਤੋਂ ਇਹਨਾਂ ਦਾ ਰਟਿਆ ਹੀ ਹੈ, ਕਿਉਂਕਿ ਗੁਰਦੁਆਰਾ ਬਾਬਾ ਜੀ ਕਹਿੰਦੇ ਸੀ ਭਾਈਆਂ ਨੂੰ
ਏਰੀਆ ਤੇ ਵੀ ਹੁੰਦਾ ਮੇਰਾ ਖਿਆਲ ਇਹਨਾਂ ਦੇ ਪਰਸਨਲ ਵੀ ਇਹਨਾਂ ਦੇ ਨਾਲ ਸੰਬੰਧ ਹੈਗੇ, ਇਸ ਕਰਕੇ ਉਹ ਤੁਹਾਨੂੰ ਪਤਾ ਹੈ ਵੀ ਗੁਰਦੁਆਰੇ ਗ੍ਰੰਥੀ ਦੀ ਡਿਊਟੀ ਕੀਤੀ ਨਾ, ਤਾਂ ਉੱਥੇ ਪਿੰਡ ਬਾਬਾ ਜੀ ਕਹਿੰਦੇ ਤਾਂ ਕਰਕੇ ਕਹੀ ਜਾਂਦੇ। ਅੱਛਾ, ਕੋਈ ਗੱਲ ਨਹੀਂ, as long as ਤੁਸੀਂ ਬਾਬਾ ਜੀ ਨਾਲ ਬਣ ਜਾਓ, ਮੇਨ ਚੀਜ਼ ਇਹ ਆ। ਨਾ ਨਾ ਮੈਂ ਬਾਬਾ ਜੀ 10 ਸਾਲ ਦਾ ਸੀ ਉਦੋਂ ਬਾਬਾ ਜੀ ਨੂੰ ਜਾਣਦਾ। ਠੀਕ ਹੈ। ਗਿਆਨੀ ਜੀ ਬਾਬਾ ਜੀ ਮਾੜਾ ਸ਼ਬਦ ਤਾਂ ਨਹੀਂ ਕੋਈ ਹੈਗਾ, ਬਾਬਾ ਜੀ ਕੋਈ ਮਾੜਾ ਨਹੀਂ, ਕੋਈ ਰਿਸਪੈਕਟ, ਇਹ ਵੀ ਰਿਸਪੈਕਟ ਹੀ ਆ ਹੈਗੀ ਆ ਜੀ। ਪਰ ਬਾਬਾ ਜੀ ਦਾ ਅੱਜ ਕੱਲ ਇਦਾਂ ਹੈ ਵੀ ਡੇਰੇ ਬਾਬਿਆਂ ਵਾਲੇ ਜਿਹੜੇ ਡੇਰੇ ਆ ਉਹਨਾਂ ਨੇ ਇੰਨਾ ਬਦਨਾਮ ਕਰਤਾ ਇਹ ਲਫ਼ਜ਼ ਵੀ ਸਾਨੂੰ ਕੁਝ ਕਹਿਣਾ ਹੋਣ ਲੱਗ ਪਈ ਆ, ਹੋਰ ਕੋਈ ਨਹੀਂ। ਸਹੀ ਗੱਲ ਹੈ। ਠੀਕ ਹੈ, ਥੈਂਕ ਯੂ ਤੁਹਾਡਾ ਜੀ। ਇਹਨਾਂ ਦੇ ਪਿੰਡ ਮੈਂ 12 ਸਾਲ ਕੀਤੀ ਡਿਊਟੀ ਜੀ ਗ੍ਰੰਥੀ ਦੀ ਇੰਡੀਆ, ਤੇ 12 ਸਾਲ ਵਿੱਚ ਉੱਥੇ ਕੋਈ ਬਾਬਾ ਨਹੀਂ ਵੜਨ ਦਿੱਤਾ ਸੀ। ਜਦ ਇੱਕ ਐਡਾ ਬੜਾ ਬਾਬਾ ਹੋਵੇ ਤਾਂ ਹੋਰ ਬਾਬੇ ਉੱਥੇ ਕੀ ਕਰਨਗੇ ਆ ਕੇ। ਥੈਂਕ ਯੂ ਜੀ। ਹਾਂਜੀ ਹਰਨੇਕ ਸਿੰਘ ਜੀ। ਯਾਨੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਰੋਜ਼ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਆ, ਬਹੁਤ ਵਧੀਆ ਉਦਾਹਰਨਾਂ ਦਿੱਤੀਆਂ ਗੁਰੂ ਨਾਨਕ ਦੇਵ ਜੀ ਬਾਰੇ, ਬਾਣੀ ਬਾਰੇ। ਬਾਕੀ ਉਹਦੇ ਬਾਰੇ ਤਾਂ ਸਾਰੇ ਜਿਹੜੇ ਸਾਡੇ ਪ੍ਰੋਫੈਸ਼ਨਲ ਦੇਖਣ ਵਾਲੇ ਉਹ ਨਹੀਂ ਪੁੱਛੇ। ਲੈ ਕੁਐਸਚਨ ਮੇਰੇ ਕੋਲ ਇੱਕੋ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਬਾਣੀ ਦੇ ਵਿੱਚ ਆਪਣੀ ਦੇ ਵਿੱਚ ਅਸੀਂ ਕਈ ਵਾਰੀ ਸਾਨੂੰ ਪੜ੍ਹਿਆ ਵੀ ਆ, ਤੁਸੀਂ ਵੀ ਸੁਣਾਇਆ ਕਿ ਔਰਤ ਨੂੰ ਇਕੁਅਲ ਰਾਈਟਸ ਦਿੱਤੇ ਗਏ ਆ ਜੋ ਬੰਦੇ ਨੂੰ ਆ, ਸਾਡੀ ਸਿੱਖੀ ਰਿਲੀਜਨ ਚ ਵੀ ਦਿੱਤਾ ਆ, ਠੀਕ ਹੈ ਜੀ। ਤੇ ਪਰ ਸਾਡੇ ਗੁਰੂ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਕਹਿ ਰਹੇ ਆ ਕਿ ਉੱਥੇ ਔਰਤ ਕੀਰਤਨ ਨਹੀਂ ਕਰ ਸਕਦੀ, ਠੀਕ ਹੈ ਜੀ। ਜਿੱਥੇ ਕਿ ਸਾਰੀ ਦੁਨੀਆ ਤੋਂ ਅਸੀਂ ਚੱਲ ਕੇ ਜਾਂਦੇ ਆ, ਉੱਥੇ ਹਰਮੰਦਰ ਸਾਹਿਬ ਮੱਥਾ ਟੇਕਦੇ ਆ, ਇੱਕ ਆਪਣੀ ਖਾਸ ਜਗ੍ਹਾ ਸਮਝਦੇ ਹੋ, ਸੱਚੀ ਤੇ ਸਮੁੱਚੀ ਜਗ੍ਹਾ ਸਮਝਦੇ ਉਹਨੂੰ, ਠੀਕ ਹੈ ਜੀ। ਹਾਂਜੀ। ਪਰ ਕੀ ਉੱਥੇ ਦੇ ਗਿਆਨੀ ਜਿਹੜੇ ਕਥਾਕਾਰ ਆ ਉਹਨਾਂ ਕੋਲ ਇਹ ਨੌਲੇਜ ਹੈ ਨਹੀਂ ਗਾ ਕਿ ਇਹਨਾਂ ਨੂੰ ਵੀ ਕੀਰਤਨ ਰਾਈਟਸ ਦੇਣੇ ਚਾਹੀਦੇ ਆ, ਜਾਂ ਕਿ ਉਹਨਾਂ ਦੇ ਵਿੱਚ ਵੀ ਕੁਛ ਥੋੜਾ ਜਿਹਾ ਜਿਹੜੇ ਕੀਰਤਨੀ ਆ ਉਹਨਾਂ ਚ ਹਿੰਦੂਆਂ ਵਾਲਾ ਹੈ ਕੁਛ, ਕਿ ਇਸ ਕਰਕੇ ਔਰਤ ਨੂੰ ਰਾਈਟਸ ਨਹੀਂ ਦੇ ਰਹੇ? ਕੀ ਰੀਜ਼ਨ ਕੀ ਹੈਗਾ ਉੱਥੇ ਵੀ ਕਿਉਂ ਨਹੀਂ ਕੀਰਤਨ ਕਰਨ, ਜਾਂ ਸਾਡੇ ਕੋਲ ਔਰਤਾਂ ਕੀਰਤਨੀਆਂ ਹੈ ਨਹੀਂ ਗੀਆਂ? ਸਾਡੇ ਕੋਲ ਨਾ ਔਰਤਾਂ ਕੀਰਤਨ ਕਰਨ ਵਾਲੀਆਂ ਬੀਬੀਆਂ ਚੰਗੀਆਂ ਹੈਗੀਆਂ ਨੇ, ਕਲਾਸੀਕਲ ਕੀਰਤਨ ਕਰਨ ਵਾਲੀਆਂ ਬੀਬੀਆਂ ਬਹੁਤ ਹੈਗੀਆਂ ਨੇ ਜਿੱਥੇ ਚੰਗੀਆਂ ਕੀਰਤਨ ਨੇ। ਔਰ ਉੱਥੇ ਰੀਜ਼ਨ ਕੀ ਆ? ਹਾਂਜੀ ਮੈਂ ਦੱਸ ਸੁਣ ਲਓ ਗੱਲ, ਸੁਣ ਲਓ। ਉੱਥੇ ਨਾ ਉਹਨਾਂ ਨੂੰ ਪਤਾ ਵੀ ਹੈ, ਜਿਹੜੇ ਗਿਆਨੀ ਸਾਹਿਬਾਨ ਨੇ ਉਹਨਾਂ ਨੂੰ ਪਤਾ ਹੈ, ਅਕਾਲ ਤਖਤ ਦੇ ਜਥੇਦਾਰ ਦੀ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ। ਤੇ ਪਿੱਛੇ ਇੱਕ ਵਾਰੀ ਜਦੋਂ ਬੀਬੀ ਜੰਗੀਰ ਕੌਰ ਬਣੇ ਸੀ ਨਾ ਪ੍ਰਧਾਨ, ਤੇ ਉਦੋਂ ਉਹਨਾਂ ਨੇ ਕਿਹਾ ਵੀ ਸੀ ਕਿ ਇੱਥੇ ਬੀਬੀਆਂ ਕੀਰਤਨ ਕਰਨ, ਲੇਕਿਨ ਆ ਜਿੰਨੇ ਵੀ ਡੇਰੇਦਾਰ ਬਾਬੇ ਨੇ ਇਹਨਾਂ ਨੇ ਨਹੀਂ ਸੀ ਮਤਲਬ ਹੁਣ ਤਾਂ ਇਹ ਉੱਥੇ ਰੌਲਾ ਪਾਉਂਦੇ। ਫਿਰ ਵੀ ਇਹਦਾ ਮਤਲਬ ਠੀਕ ਡੇਰੇ ਵਾਲਿਆਂ ਦਾ ਹਾਲੇ ਵੀ ਦਬਾਅ ਹੈ। ਹਾਂਜੀ ਹਾਂਜੀ, ਉਹਨਾਂ ਦਾ ਉੱਥੇ ਪ੍ਰਭਾਵ ਹੈ ਜ਼ਿਆਦਾ, ਤੇ ਫਿਰ ਸਾਰਾ ਰੌਲਾ ਉਹ ਪਾਉਂਦੇ ਨੇ, ਤੇ ਇਸ ਕਰਕੇ ਫਿਰ ਨਹੀਂ ਮਤਲਬ। ਗੱਲ ਤੁਹਾਡੀ ਸਹੀ ਹੈ, ਪਰ ਜੇਕਰ ਡੇਰੇ ਵਾਲਿਆਂ ਦਾ ਦਬਾਅ ਗੁਰੂ ਹਰਮੰਦਰ ਸਾਹਿਬ ਤੱਕ ਆ, ਤੇ ਫਿਰ ਤੁਸੀਂ ਕਿਸ ਤਰ੍ਹਾਂ ਆਪਾਂ ਹੁਣ ਇਹ ਮਾਹੌਲ ਨੂੰ ਬਦਲ ਸਕਦੇ ਆ? ਕਿਉਂਕਿ ਜੀ ਹਾਂਜੀ ਹਾਂ, ਉੱਥੇ ਹੀ ਇੰਨਾ ਦਬਾਅ ਹੈਗਾ ਜਿਹੜੀ ਖਾਸ ਜਗ੍ਹਾ ਦੇ ਉੱਤੇ। ਤੇ ਬਾਕੀ ਆਪਾਂ ਕਿਸ ਹਿਸਾਬ ਨਾਲ, ਹੁਣ ਜਿੱਦਾਂ ਭੈਣ ਜੀ ਨੇ ਵੀ ਕਿਹਾ ਬਾਬਾ ਜੀ ਨਾਲ ਕੁਛ ਡੇਰੇ ਵਾਲੇ ਯਾਦ ਆ ਜਾਂਦੇ ਸਾਨੂੰ, ਉਹ ਬਹੁਤ, ਤੇ ਇਸ ਕਰਕੇ ਕਿਸ ਤਰ੍ਹਾਂ ਚੇਂਜ ਹੋ ਸਕਦਾ? ਹੁਣ ਦੇਖੋ ਨਾ, ਮੈਂ ਇਹ ਸੋਚਣਾ ਚਾਹੁੰਦਾ ਕਿ ਐਸੀ ਸਾਡੀ ਮੇਨ ਜਗ੍ਹਾ ਦੇ ਉੱਤੇ ਇਹ ਵਿਤਕਰਾ ਹੋ ਰਿਹਾ ਹੈਗਾ, ਤੇ ਆਮ ਜਨਤਾ ਕਿੱਦਾਂ ਚੇਂਜ ਹੋ ਸਕਦੀ ਹੈ? ਬਸ ਇਹ ਸੋਚੋ। ਉਹਦੇ ਵਾਸਤੇ ਵੀ 2-4 ਮਿੰਟ ਲੱਗ ਜਾਣਗੇ ਜੇ ਤੁਸੀਂ ਕਹਿੰਦੇ ਹੋ। ਕੋਈ ਨਹੀਂ, ਲਾਓ ਜੀ, ਲਾਓ, ਮੈਂ ਵਿਹਲਾ ਹੀ ਹਾਂ। ਇਹਦੇ ਵਾਸਤੇ ਨਾ ਤੁਸੀਂ ਤੇ ਵਿਹਲੇ ਹੋ, ਬਾਕੀ ਦਾ ਹੀ ਕੰਮ ਹੈ। ਬਾਕੀ ਵੀ ਵਿਹਲੇ ਹੀ ਨਾ, ਕੋਈ ਕੰਮ ਵਾਲਾ ਨਹੀਂ ਜੀ ਬੰਦਾ, ਮੈਂ ਸਾਰਿਆਂ ਨੂੰ ਜਾਣਦਾ। ਉਹਦੇ ਵਾਸਤੇ ਨਾ ਵੀਰ ਜੀ 3 ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਸਾਰਾ ਪੰਥ ਮਿਲ ਕੇ 3 ਕੰਮ ਕਰ ਲਈਏ ਤਾਂ ਫਿਰ ਸਾਡੀ ਜਿਹੜੀ ਸਿੱਖੀ ਪੂਰੀ ਦੁਨੀਆ ਵਿੱਚ ਫੈਲ ਸਕਦੀ ਹੈ। ਉਹਦੇ ਵਿੱਚ ਪਹਿਲਾ ਕੰਮ ਤਾਂ ਕਰਨ ਦੀ ਇਹ ਲੋੜ ਹੈ ਵੀ ਜਿਹੜੇ ਪ੍ਰਚਾਰਕ ਵੀਰ ਨੇ ਨਾ, ਰਾਗੀ, ਗ੍ਰੰਥੀ, ਢਾਡੀ ਜਾਂ ਕਥਾਵਾਚਕ ਜੋ ਵੀ ਨੇ, ਇਹਨਾਂ ਵਾਸਤੇ ਇੱਕ ਕਾਲਜ ਬਣਾਇਆ ਜਾਵੇ, ਜਿਹੜਾ ਕਿ ਬਣਾਇਆ ਵੀ ਸੀ ਜਦੋਂ ਗੁਰਦੁਆਰੇ ਆਜ਼ਾਦ ਹੋਏ ਨੇ, ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣਾਇਆ ਸੀ ਜਿਹੜੇ ਸ਼ਹੀਦ ਹੋਏ ਸਨ ਨਨਕਾਣਾ ਸਾਹਿਬ, ਉਹਨਾਂ ਦੀ ਯਾਦ ਵਿੱਚ। ਤੇ ਉੱਥੇ ਇਹ ਕਿਹਾ ਗਿਆ ਸੀ ਕਿ ਇਸ ਕਾਲਜ ਦੇ ਵਿੱਚੋਂ ਜਿਹੜੇ ਪ੍ਰਚਾਰਕ ਪੜ੍ਹਨਗੇ ਉਹੀ ਰਾਗੀ, ਗ੍ਰੰਥੀ ਵਗੈਰਾ ਲੱਗਣਗੇ। ਪਰ ਉਹ ਕੰਮ ਸਿਰੇ ਨਹੀਂ ਚੜਿਆ, ਉੱਥੋਂ ਬਹੁਤੇ ਪ੍ਰਚਾਰਕ ਜਿਹੜੇ ਨੇ ਨਿਕਲ ਨਹੀਂ ਸਕੇ, ਥੋੜੇ ਨਿਕਲੇ। ਜੇ ਅਸੀਂ ਇਹ ਚੀਜ਼ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਕੋਈ ਕਾਲਜ, ਯੂਨੀਵਰਸਿਟੀ, ਸੰਸਥਾ ਐਸੀ ਬਣਾਈ ਜਾਏ ਜਿੱਥੇ ਰਾਗੀ, ਗ੍ਰੰਥੀ, ਪ੍ਰਚਾਰਕਾਂ ਨੂੰ ਇੱਕੋ ਜਿਹੀ ਟ੍ਰੇਨਿੰਗ ਦਿੱਤੀ ਜਾਏ। ਉੱਥੇ ਘੱਟ ਤੋਂ ਘੱਟ ਸਾਈਕੋਲੋਜੀ ਦੀ ਇੰਗਲਿਸ਼ ਮੀਡੀਅਮ ਤੋਂ MA ਕੀਤੀ ਹੋਈ ਬੰਦੇ ਨੂੰ ਪ੍ਰਚਾਰਕ ਥਾਪਿਆ ਜਾਵੇ, ਜਾਂ ਹੋਰ ਕੋਈ ਯੋਗਤਾ ਰੱਖੀ ਜਾਵੇ ਜਿਹੜੀ ਕੌਮ ਮਿਲ ਕੇ ਰੱਖੇ, ਤੇ 5-7 ਸਾਲ ਦਾ ਕੋਰਸ ਹੋਏ।
ਫਿਰ ਜਿਹੜਾ ਪ੍ਰਚਾਰਕ ਉਥੋਂ ਕੋਰਸ ਕਰਕੇ ਆਵੇ, ਸਾਡੀਆਂ ਸਟੇਜਾਂ ਤੇ ਸਿਰਫ ਉਹ ਹੀ ਕਥਾ ਕੀਰਤਨ ਕਰੇ, ਦੂਜਾ ਬੰਦਾ ਨਹੀਂ। ਪਹਿਲਾ ਕੰਮ। ਦੂਜਾ ਕੰਮ ਸਾਡੀ ਕੌਮ ਨੂੰ ਕਰਨਾ ਚਾਹੀਦਾ ਕਿ ਲਿਟਰੇਰੀ ਕਮੇਟੀ ਬਣਾਈ ਜਾਏ। ਉਸ ਲਿਟਰੇਰੀ ਕਮੇਟੀ ਜਿਹੜੀ ਨਾ ਸਾਡੇ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੀ ਖੋਜ ਕਰੇ ਔਰ ਇੱਕ ਪ੍ਰਮਾਣਿਕ ਲਿਟਰੇਚਰ ਲਿਖੇ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਵੀ, ਔਰ ਜਿਹੜਾ ਸਾਡਾ ਇਤਿਹਾਸ ਹੈ ਉਹ ਵੀ, ਔਰ ਸਿੱਖ ਫਿਲਾਸਫੀ ਜਿਹੜੀ ਹੈ ਉਹਨੂੰ ਪ੍ਰਮਾਣਿਕ ਤੌਰ ਤੇ ਲਿਖਿਆ ਜਾਏ। ਫਿਰ ਜਦੋਂ ਵੀ ਕਿਸੇ ਬੰਦੇ ਨੇ ਕਿਤਾਬ ਕੋਈ ਛਪਵਾਉਣੀ ਹੈ ਤਾਂ ਪਹਿਲਾਂ ਲਿਟਰੇਰੀ ਕਮੇਟੀ ਕੋਲ ਜਾਏ, ਜੇ ਉਹ ਮਨਜ਼ੂਰ ਕਰਦੀ ਤੇ ਛਪੇ, ਨਹੀਂ ਤਾਂ ਨਾ ਛਪੇ। ਸਾਡੇ ਕੋਲ ਵਿਦਵਾਨ ਐਸੇ ਹੈ ਨੇ ਕੌਮ ਦੇ ਕੋਲ ਬੜੇ, ਜਿਹੜੇ ਕੰਮ ਇਹ ਕਰ ਸਕਦੇ ਨੇ, ਬੇਸ਼ੱਕ 5-7 ਸਾਲ ਲੱਗ ਜਾਣ, ਠੀਕ ਹੈ ਨਾ। ਜਿਹੜਾ ਇੱਕੋ ਜਿਹਾ ਲਿਟਰੇਚਰ ਸਾਡੇ ਕੋਲ ਆ ਜਾਏ, ਪੜ੍ਹਨ ਨੂੰ ਇੱਕੋ ਜਿਹਾ ਮਿਲੇ। ਦੂਜਾ ਕੰਮ ਇਹ ਹੋ ਜਾਏ। ਤੇ ਤੀਜਾ ਕੰਮ ਹੈ ਪ੍ਰਬੰਧਕ ਵੀਰਾਂ ਵਾਸਤੇ ਕੁਝ ਨਿਯਮ ਬਣਾਏ ਜਾਣ ਕਿ ਪ੍ਰਬੰਧਕੀ ਢਾਂਚੇ ਦੇ ਵਿੱਚ ਉਹ ਬੰਦਾ ਸ਼ਾਮਲ ਹੋਏ ਜਿਹਦੇ ਘਰ ਦੇ ਵਿੱਚ ਅਕਾਲ ਤਖਤ ਦੀ ਮਰਿਆਦਾ ਲਾਗੂ ਹੈ, ਇਮਾਨਦਾਰ ਬੰਦਾ ਹੋਏ, ਪਿਛਲੇ 5-7 ਜਾਂ 10 ਸਾਲਾਂ ਤੋਂ ਉਹਦੇ ਤੇ ਕੋਈ ਸ਼ਰਾਬ ਦਾ ਵਿਚਾਰ ਦਾ ਕੇਸ ਨਾ ਚੱਲਦਾ ਹੋਏ, ਤੇ 6 ਮਹੀਨੇ ਦਾ ਜ਼ਿਆਦਾ ਨਹੀਂ ਤੇ ਉਹ ਮੈਨੇਜਮੈਂਟ ਦਾ ਕੋਰਸ ਵੀ ਕਰੇ, ਤੇ ਗੁਰਬਾਣੀ ਦੇ ਅਰਥ ਭਾਵ ਉਹ ਬੰਦੇ ਨੇ ਪੜ੍ਹੇ ਹੋਣ। ਕੁਛ ਇਹੋ ਜਿਹੇ ਨਿਯਮ ਥੋੜੇ ਜਿਹੇ ਪ੍ਰਬੰਧਕ ਵੀਰਾਂ ਤੇ ਲਾਗੂ ਕੀਤੇ ਜਾਣ ਵੀ ਪ੍ਰਬੰਧਕੀ ਢਾਂਚੇ ਵਿੱਚ ਕੋਈ ਬੰਦਾ ਆ ਸਕੇ, ਚਾਹੇ ਉਹ ਸ਼੍ਰੋਮਣੀ ਕਮੇਟੀ ਜਾਂ ਲੋਕਲ ਗੁਰਦੁਆਰੇ ਨੇ। ਜਦੋਂ ਇਹ 3 ਕੰਮ ਹੋ ਜਾਣਗੇ ਫਿਰ ਸਿੱਖੀ ਪੂਰੀ ਦੁਨੀਆ 'ਚ ਫੈਲ ਸਕਦੀ ਹੈ। ਤੇ ਜੇ ਅਸੀਂ ਇਹ 3 ਕੰਮ ਨਹੀਂ ਕਰਦੇ ਫਿਰ ਭੰਬਲ ਪੂਸਾ ਬਣਿਆ ਰਹੇ, ਜੋ ਮੈਨੂੰ ਸਮਝ ਪੈਂਦਾ। ਠੀਕ, ਇਹਦਾ ਮਤਲਬ ਹਾਲੇ ਗਾਹਾਂ ਵਾਲੇ 20 ਸਾਲ ਤਾਂ ਨਹੀਂ ਜੀ ਇਹ ਹੋ ਰਿਹਾ? ਨਹੀਂ, ਐਸੀ ਗੱਲ ਨਹੀਂ ਹੈ, ਮੇਰਾ ਖਿਆਲ ਨਹੀਂ ਗਿਆ ਨਹੀਂ ਜੀ। ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਆ, ਪਹਿਲਾਂ ਤਾਂ ਕਾਲਜ ਚਾਹੀਦਾ, ਉਹਦੀ ਇਮਾਰਤ ਬਣੂ, ਫਿਰ ਉੱਥੇ ਕਿ ਬੰਦਾ ਸਟੱਡੀ ਕਰੂ, ਗਿਆਨੀ ਕਰੂਗਾ, ਉੱਥੇ ਜਿਹੜੇ ਟੀਚਰ ਜਿਹੜੇ ਹੋਣਗੇ ਉਹ ਵੀ ਉਸ ਟਾਈਪ ਦੇ ਹੋਣੇ ਚਾਹੀਦੇ ਆ। ਤੇ ਇਸ ਕਰਕੇ ਉਹਦਾ ਪੈਸਾ ਪਤਾ ਥੋੜੀ ਜਿਹੀ ਮੇਰੀ ਬੇਨਤੀ ਸੁਣਿਓ। ਦੇਖੋ ਆ ਜਿਹੜੇ ਇਜ਼ਰਾਈਲ ਵਾਲੇ ਲੋਕ ਨੇ, ਪਾਰਸੀ ਲੋਕ ਜਾਂ ਉਹਨਾਂ ਨੂੰ ਕੀ ਕਹਿੰਦੇ ਨੇ, ਉਹਨਾਂ ਦਾ, ਹਾਂ ਜੂਇਸ, ਕਿੰਨੇ ਲੋਕ ਉਹਨਾਂ ਦੇ ਮਾਰੇ ਗਏ ਸੀ। ਤੇ ਉਹਨਾਂ ਨੇ ਫਿਰ ਇੱਕ ਤਹੀਆ ਕੀਤਾ ਸੀ ਕਿ ਅਸੀਂ ਹੁਣ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਹੈ। ਉਹਨਾਂ ਨੇ ਆਪਣੇ ਸਾਰੇ ਬਦਲੇ ਲੈਣ ਵਾਲੇ ਧਿਆਨ ਵੱਲੋਂ ਛੱਡ ਕੇ ਬੱਚਿਆਂ ਨੂੰ ਐਜੂਕੇਸ਼ਨ ਵਾਲੇ ਪਾਸੇ ਪ੍ਰੇਰਿਆ। ਅੱਜ ਉਹ ਪੂਰੀ ਦੁਨੀਆ ਦੇ ਉੱਤੇ ਰਾਜ ਕਰ ਰਹੇ ਨੇ। ਤਾਂ ਥੋੜਾ ਜਿਹਾ ਟਾਈਮ ਤਾਂ ਲੱਗੇਗਾ ਜ਼ਰੂਰ, ਕਿਉਂਕਿ ਹਰ ਚੀਜ਼ ਦੇ ਉੱਤੇ ਟਾਈਮ ਲੱਗਦਾ ਹੈ। ਪਰ ਜੇ ਅਸੀਂ ਕੰਮ ਸ਼ੁਰੂ ਕਰ ਦਿੰਦੇ ਹਾਂ, ਪਹਿਲੋਂ ਲਿਟਰੇਰੀ ਕਮੇਟੀ ਤਿਆਰ ਹੋ ਜਾਵੇ, ਸਾਡਾ ਜਦੋਂ ਤੱਕ ਇਹ ਕੰਮ ਨਹੀਂ ਹੁੰਦਾ ਉਦੋਂ ਤੱਕ ਥੋੜਾ ਜਿਹਾ ਔਖਾ ਹੈ। ਔਰ ਹੋ ਸਕਦਾ ਜੇ ਅਸੀਂ ਇੱਧਰ ਧਿਆਨ ਦੇਈਏ। ਦੇਖੋ ਜਿਵੇਂ ਅਸੀਂ ਇਹ ਕਲਾਸ ਵਾਲੇ ਹਾਂ, ਸਾਡੀ ਇੱਥੋਂ ਦੀ ਸੰਗਤ ਹੈ, ਤਾਂ ਇਹ ਨਹੀਂ ਕਿ ਅੱਜ ਹੀ ਇਹ ਚੀਜ਼ਾਂ ਲਾਗੂ ਕਰ ਦਿੱਤੀਆਂ ਜਾਣ। ਅਸੀਂ ਆਪਣੇ ਘਰਾਂ ਵਿੱਚ ਥੋੜਾ ਚੇਂਜਿੰਗ ਲਿਆਵੀਏ। ਮੈਂ ਆਪਣੇ ਘਰ ਵਿੱਚ, ਤੁਸੀਂ ਆਪਣੇ ਘਰ ਵਿੱਚ, ਵੀਰ ਤਰਲੋਚਨ ਸਿੰਘ ਨੇ, ਹੋਰ ਸਾਰੇ ਵੀਰ ਥੋੜਾ ਆਪਣੀਆਂ ਗਲਤੀਆਂ ਸੁਧਾਰੀਏ। ਫਿਰ ਸਾਡੇ 20, 50, 60, 100 ਘਰ ਬਣ ਗਏ। ਫਿਰ ਅਸੀਂ ਉਹ ਹੌਲੇ ਆਪਣੇ ਗੁਰੂ ਘਰਾਂ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਵਿਚਾਰਾਂ ਕਰੀਏ ਸੰਗਤ ਦੇ ਨਾਲ। ਇਹ ਨਹੀਂ ਕਿ ਅਸੀਂ ਲਾਗੂ ਕਰਕੇ ਤੇ ਆਪਣੇ ਗੱਲ ਪਵਾ ਲਈਏ, ਦੁਫੇੜ ਪਵਾ ਲਈਏ, ਐਸਾ ਨਹੀਂ। ਤੇ ਜਦੋਂ ਇੱਕ ਥਾਂ ਤੇ ਹੋ ਜਾਏ, ਦੂਜਾ ਤੀਜਾ ਹੋ ਸਕਦਾ ਜੇ ਅਸੀਂ ਯਤਨ ਕਰਾਂਗੇ ਨਾ, ਅਸੀਂ ਕਰਨਾ। ਠੀਕ, ਓਕੇ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ। ਥੈਂਕ ਯੂ ਜੀ ਭਾਈ ਸਾਹਿਬ। ਹਰਨੇਕ ਸਿੰਘ ਦਾ ਵੀ ਸਵਾਲ ਠੀਕ ਸੀਗਾ ਜੀ, ਬਹੁਤ ਵਧੀਆ ਹੈ, ਕਿਉਂਕਿ ਸਾਡੇ ਜਿਹੜੀ ਇਸ ਵੇਲੇ ਕਹਿ ਲਓ ਸ਼੍ਰੋਮਣੀ ਕਮੇਟੀ ਕਹਿ ਲਓ, ਜਿੱਦਾਂ ਇਹਨਾਂ ਨੇ ਕਿਹਾ, ਉੱਥੋਂ ਵਧੀਆ ਪ੍ਰਚਾਰਕ ਸਾਰੇ ਨਿਕਲ ਕੇ ਆਉਣੇ ਚਾਹੀਦੇ, ਪਰ ਸੋਚ ਵਧੀਆ ਹੋਣੀ ਚਾਹੀਦੀ। ਸਾਡੇ ਅਜੇ ਕਈ ਤਰ੍ਹਾਂ ਦੀਆਂ ਜਿਹੜੀਆਂ ਲਿਟਰੇਚਰ ਸਾਡੇ ਵਿੱਚ ਕੀਤਾ ਗਿਆ ਆ ਐਡ, ਉਹ ਆਪਣੇ ਆਪ ਦੇ ਵਿੱਚ ਬਹੁਤ ਕੰਟਰੋਵਰਸ਼ਲ ਆ। ਹਾਂਜੀ, ਤੇ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ, ਪਰ ਇਹਦੇ ਬਾਰੇ ਕੁਝ ਕਰਨਗੇ ਫੇਰ ਹੀ ਸ਼ੁਰੂਆਤ ਹੋਊਗੀ। ਜੇ ਜਿਹੜੇ ਤੁਸੀਂ ਸੁਝਾਅ ਦਿੱਤੇ ਆ, ਇਹ ਬਹੁਤ ਵਧੀਆ ਸੁਝਾਅ ਆ, ਪਰ ਸਾਡੇ ਤਾਂ ਉਹ ਜਿਹੜੀ ਤੁਸੀਂ ਇੱਕ ਗੱਲ ਕਰਦੇ ਨਾ ਵੀ ਅਕਾਲ ਤਖਤ ਦੀ ਜਿਹੜੀ ਮਰਿਆਦਾ ਆ, ਉਹ ਜੇ ਹਰ ਕੋਈ ਮੰਨਣ ਲੱਗ ਪਵੇ, ਠੀਕ ਹੈ ਜੀ, ਘੱਟੋ ਘੱਟ ਕਿਸੇ ਚੀਜ਼ ਤੇ ਤਾਂ ਏਕਤਾ ਹੋ ਸਕਦੀ ਹੈ ਜੀ। ਸਾਰੀ ਟੋਟਲੀ ਹੋ ਸਕਦੀ ਹੈ। ਹਾਂ, ਮੇਰਾ ਮਤਲਬ ਹੈ ਇੱਕ ਪੁਆਇੰਟ ਤੇ ਜੇ ਹਰ ਕੋਈ ਮੰਨਣ ਲੱਗ ਪਵੇ। ਹੁਣ ਤੁਸੀਂ ਦੇਖੋ ਵੀ ਜਿਹੜੀ ਅਕਾਲ ਤਖਤ ਦੀ ਮਰਿਆਦਾ ਆ, ਉਹ ਸਾਰੇ ਪਾਸੇ ਕਿਆ ਮੰਨੀ ਜਾਂਦੀ, ਡੇਰੇਦਾਰ ਮੰਨਦੇ ਆ, ਉਹਨਾਂ ਨੂੰ ਕਾਹਤੇ ਛੋਟ ਆ ਇਸ ਚੀਜ਼ ਦੀ। ਤੇ ਉੱਥੇ ਸਾਡੇ ਜਿਹੜੇ ਅਕਾਲ ਤਖਤ ਦੀ ਜਿਹੜੀ ਕਹਿ ਲਓ ਸਰਮੋਰ ਇਸ ਵੇਲੇ ਜਿਹੜੇ ਜਥੇਦਾਰ ਆ ਜਾਂ ਜਥੇਬੰਦੀਆਂ ਏਦਾਂ ਹੈਗੀਆਂ, ਵੀ ਉਹ ਲਾਗੂ ਕਾਹਤੇ ਨਹੀਂ ਕਰਦੀਆਂ। ਫਿਰ ਇਹਦਾ ਮਤਲਬ ਉਹਨਾਂ ਦਾ ਕੋਈ ਬੱਸ ਨਹੀਂ ਹੈਗਾ। ਜੇ ਬੱਸ ਨਹੀਂ ਹੈਗਾ ਫਿਰ ਤਾਂ ਜਥੇਦਾਰ, ਫਿਰ ਤੁਸੀਂ ਹੁਣ ਕਾਹਦੇ ਵਾਸਤੇ ਤੁਸੀਂ ਜਥੇਦਾਰ, ਕਾਹਦੀ ਜ਼ਿੰਮੇਵਾਰੀ ਹੈ ਤੁਹਾਡੀ? ਇਹ ਇੱਕੋ ਹੀ ਜਗ੍ਹਾ ਇੱਕ ਚੀਜ਼ ਲਾਗੂ ਕਰਨ ਵਾਸਤੇ ਸਾਨੂੰ ਵੀ ਮੰਨਣਾ ਚਾਹੀਦਾ ਤਾਂ ਸਾਰਿਆਂ ਨੂੰ ਮੰਨਣਾ ਚਾਹੀਦਾ। ਨਹੀਂ ਮੰਨ ਹੋ ਰਿਹਾ, ਇਸ ਕਰਕੇ ਪ੍ਰੋਬਲਮ ਪੈ ਰਹੀ ਆ। ਸਵਾਲ ਇਹਨਾਂ ਦਾ ਬਹੁਤ ਵਧੀਆ ਹੈ। ਜੇ ਥੋੜਾ ਏਕਾ ਕਰਨਾ ਆ ਤਾਂ ਤੁਸੀਂ ਜੂਇਸ਼ ਦੀ ਜਿਹੜੀ ਐਗਜ਼ਾਮਪਲ ਦਿੱਤੀ ਆ, ਉਹ ਬਹੁਤ ਵਧੀਆ ਹੈ। ਨਾਲੇ ਜਿਹੜੇ ਤੁਸੀਂ ਸੁਝਾਅ ਦਿੱਤੇ ਆ, ਇਹ ਬਹੁਤ ਵਧੀਆ ਆ। ਔਰ ਲੱਗਣਾ ਉਹਨਾਂ ਨੂੰ ਟਾਈਮ ਆ, ਪਰ ਜੇ ਹੁਣ ਸ਼ੁਰੂਆਤ ਕਰਨਗੇ ਤਾਂ ਹੀ 20 ਸਾਲਾਂ ਬਾਅਦ ਉਹ ਕਰਨਗੇ ਜੀ। ਪ੍ਰੋਡਿਊਸ ਕਰਨ ਵਾਸਤੇ ਟਾਈਮ ਲੱਗੇਗਾ।
ਸੋ ਹਾਂਜੀ ਬਹੁਤ ਵਧੀਆ ਜੀ, ਮੈਂ ਕਹਿੰਦਾ ਬਹੁਤ ਵਧੀਆ। ਇਦਾਂ ਸਵਾਲ ਜਵਾਬ ਜਿਹੜੇ ਹੁੰਦੇ ਸਾਡੇ, ਉਹਦੇ ਤੋਂ ਹੋਰ ਨਹੀਂ ਤਾਂ ਘੱਟੋ ਘੱਟ ਸਾਡੇ ਮਨਾਂ ਦੇ ਵਿੱਚੋਂ ਸਾਡੇ ਜਿਹੜੇ ਕਲੀਅਰੈਂਸ ਹੋ ਰਹੀ ਹੈ, ਜਿਹੜੇ ਪੁਰਾਣੇ ਵਿਚਾਰਾਂ ਦੀ, ਸਵਾਲ ਪੁੱਛ ਕੇ ਦੱਸ ਕੇ ਇੱਕ ਦੂਏ ਦੀ ਸਾਂਝ ਪਾ ਕੇ। ਹਾਂਜੀ, ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ ਵੀ, ਤੇ ਆਪਣੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਵਾਲ ਕੀਤੇ ਉਹਨਾਂ ਦਾ ਵੀ, ਜਿਨ੍ਹਾਂ ਨੇ ਨਹੀਂ ਵੀ ਕੀਤੇ ਉਹਨਾਂ ਦਾ ਵੀ ਧੰਨਵਾਦ। ਤੇ ਗਾਹਾਂ ਨੂੰ ਕਰਿਆ ਵੀ ਕਰੋ, ਆਪਣੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ, ਤਾਂ ਕਿ ਸਾਰਿਆਂ ਨੂੰ, ਸਾਨੂੰ ਵੀ ਔਰ ਤੁਹਾਨੂੰ ਵੀ, ਸਾਰਿਆਂ ਨੂੰ। ਹਾਂਜੀ, ਮੇਰੇ ਖਿਆਲ ਚ ਸਤਿੰਦਰ ਸਿੰਘ ਜੀ ਕੁਝ ਕਹਿਣਾ ਚਾਹ ਰਹੇ ਨੇ, ਮੇਰੇ ਖਿਆਲ ਚ ਨਾ ਨਹੀਂ ਨਹੀਂ ਹੱਥ ਹੀ ਜੋੜਦੇ ਸੀਗੇ ਜੀ। ਮੈਨੂੰ ਲੱਗਦਾ ਉਹ ਫਤਿਹ ਬੁਲਾਉਣਾ ਚਾਹੁੰਦੇ ਸੀਗੇ, ਮੈਂ ਫਤਿਹ ਬੁਲਾਉਣ ਥੋੜਾ ਟਾਈਮ ਲਾਤਾ। ਠੀਕ ਹੈ ਠੀਕ ਹੈ। ਸਤਿੰਦਰ ਕੌਰ ਜੀ। ਹਾਂਜੀ, ਸਤਿੰਦਰ ਕੌਰ। ਸਤਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ, ਆ ਜਾਓ ਤੁਸੀਂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਤੇ ਇੱਕ ਹਰਨੇਕ ਸਿੰਘ ਵੀਰ ਜੀ ਨੂੰ ਕਹਿਣਾ, ਬਹੁਤ ਸੋਹਣਾ ਗੁਰਬਾਣੀ ਦੇ ਕੁਐਸਚਨ ਵੀ ਕਰਦੇ ਨੇ, ਪਰ ਗੁਰਬਾਣੀ ਦੇ ਸਤਿਕਾਰ ਲਈ ਉਹਨਾਂ ਨੂੰ ਵੀ ਕਹੋ ਵੀ ਸਿਰ ਢੱਕ ਕੇ ਬੈਠਿਆ ਕਰਨ। ਦੇਖੋ ਇਹਦੇ ਵਿੱਚ ਠੀਕ ਹੈ, ਸਿਰ ਢੱਕਣ ਦੇ ਨਾਲ ਮਤਲਬ ਇਦਾਂ ਨਹੀਂ ਹੋ ਜਾਂਦਾ ਵੀ ਸਿਰ ਢੱਕਣ ਦੇ ਨਾਲ ਤੁਹਾਡੀ ਬਹੁਤ ਪਵਿੱਤਰਤਾ ਹੋ ਜਾਂਦੀ ਆ। ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਜੀ, ਆਪਣੇ ਇੱਥੇ ਕੋਈ ਗ੍ਰੰਥ ਸਾਹਿਬ ਨਹੀਂ, ਆਪਣੇ ਗੁਰੂ ਗ੍ਰੰਥ ਸਾਹਿਬ ਨਹੀਂ ਖੋਲਿਓ। ਮੈਂ ਗੁਰਬਾਣੀ ਦਾ ਸਤਿਕਾਰ ਕਰਦਾ ਸਾਰਾ, ਪਰ ਇਦਾਂ ਆਪਾਂ ਜੋੜਨਾ ਹੈ ਭੈਣ ਜੀ, ਆਪਾਂ ਤੋੜਨਾ ਨਹੀਂ ਕਿਸੇ ਨੂੰ ਵੀ। ਜੇ ਏਦਾਂ ਆਪਾਂ ਇਦਾਂ ਕਹਿਣ ਲੱਗ ਪਏ ਨਾ, ਤਾਂ ਹੋ ਸਕਦਾ ਕੱਲ ਨੂੰ ਕੋਈ ਆਵੇ ਹੀ ਨਾ ਫਿਰ। ਠੀਕ ਹੈ ਜੀ, ਠੀਕ। ਜਦੋਂ ਆਪਾਂ ਗੁਰਦੁਆਰੇ ਜਾਂਦੇ, ਉੱਥੇ ਪ੍ਰੋਟੋਕਾਲ ਹੈਗਾ ਆ, ਤੇ ਉੱਥੇ ਆਪਾਂ ਉਹਨੂੰ ਪੂਰੀ ਤਰ੍ਹਾਂ ਮੰਨਣਾ ਚਾਹੀਦਾ। ਇਹਦੇ ਨਾਲ ਮੈਂ ਸਹਿਮਤ ਹਾਂ। ਪਰ ਮੈਂ, ਚਲੋ ਤੁਹਾਡੀ ਗੱਲ ਠੀਕ ਹੈ, ਕਿਸੇ ਦੀ ਮਰਜ਼ੀ ਕਰ ਲਵੇ, ਜੇ ਨਹੀਂ ਮਰਜ਼ੀ ਨਹੀਂ ਵੀ ਕਰਦਾ, ਕੋਈ ਗੱਲ ਨਹੀਂ। ਗੱਲ ਇੱਥੇ ਪੈਣ ਦੀ ਹੈ ਜੀ, ਸਾਰੀ ਇੱਥੇ ਪੈਣੀ ਚਾਹੀਦੀ ਸਾਡੇ ਗੱਲ। ਹਾਂਜੀ, ਸਤਿਕਾਰ ਲਈ ਉਹ ਕੀਤਾ ਵੀ ਆਪਾਂ ਗੁਰਬਾਣੀ ਤੇ ਗੱਲ ਕਰ ਰਹੇ ਹਾਂ, ਉਸ ਟਾਈਮ ਸਤਿਕਾਰ ਲਈ ਕੀਤਾ ਵੀ ਗੁਰਬਾਣੀ ਦਾ ਸਤਿਕਾਰ। ਬਾਕੀ ਬਹੁਤ ਸੋਹਣੇ ਕੁਐਸਚਨ ਕਰਦੇ ਨੇ ਉਹ, ਤੇ ਗਿਆਨੀ ਜੀ ਬਹੁਤ ਸੋਹਣਾ ਸਮਝਾਉਂਦੇ ਆ। ਉਦਾਹਰਨਾਂ ਸਹਿਤ ਕੋਈ ਕੁਐਸਚਨ ਹੀ ਨਹੀਂ ਹੁੰਦਾ ਕਰਨ ਲਈ ਇਹਨਾਂ ਨੂੰ। ਗੱਲ ਸਹੀ ਹੈ ਜੀ। ਆਪਾਂ ਏਦਾਂ ਪਿਨ ਪੁਆਇੰਟ ਨਾ ਕਿਸੇ ਨੂੰ ਵੀ ਕਰੀਏ, ਕਿਉਂਕਿ ਇਦਾਂ ਫਿਰ ਥੋੜੀ ਇਨਸਲਟਿੰਗ ਹੋ ਜਾਂਦੀ ਹੈ। ਅਗਲਾ ਕੋ ਪਤਾ ਨਹੀਂ ਕੀ ਪਤਾ, ਅਗਲਾ ਮੁੜ ਕੇ ਆਵੇ ਹੀ ਨਾ ਜੇ। ਆਪਣਾ ਹਰਨੇਕ ਸਿੰਘ ਵੀਰ ਜੀ ਨਾ ਬੋਲ ਰਹੇ ਨੇ, ਪਰ ਉਹ ਮੈਂ ਕਰਦਾ ਉਹਨਾਂ ਨੂੰ ਅਨਮਿਊਟ ਤੋਂ ਬਿਨਾਂ ਹੀ ਬੋਲੀ ਜਾ ਰਹੇ ਨੇ। ਨਹੀਂ ਕੋਈ ਗੱਲ ਨਹੀਂ। ਹਰਨੇਕ ਸਿੰਘ ਜੀ, ਤੁਸੀਂ ਅਨਮਿਊਟ ਕਰ ਲਓ, ਮੇਰੇ ਕੋਲੋਂ ਨਹੀਂ ਹੋ ਰਿਹਾ। ਤੁਸੀਂ ਬਹੁਤ ਬੇਕਾਬੂ ਹੋਏ ਹੋ। ਤੁਸੀਂ ਉਂਗਲੀ ਮਾਰੋ ਇੱਥੇ, ਤੁਸੀਂ ਕਰ ਲਓ ਅਨਮਿਊਟ। ਹਾਂ ਹੁਣ ਠੀਕ ਹੈ, ਕਰੋ। ਮੈਂ ਤਾਂ ਭੈਣ ਜੀ ਉਹਨਾਂ ਦਾ ਕੁਐਸਚਨ, ਮੈਂ ਸੌਰੀ ਕਹਿ ਦੇਣਾ ਭੈਣ ਜੀ ਉਹਨਾਂ ਨੂੰ। ਪੁਆਇੰਟ ਮੇਰਾ ਸੁਣ ਲਓ। ਜੇ ਤਾਂ ਬਾਬਾ ਜੀ ਦੀ ਭੀੜ ਹੁੰਦੀ ਮੋਰੇ, ਤਾਂ ਮੈਂ ਜ਼ਰੂਰ ਸਿਰ ਢੱਕ ਕੇ ਬਹਿੰਦਾ। ਦੂਜੀ ਗੱਲ ਇਹ ਆ ਕਿ ਇੱਥੇ ਭੀੜ ਨਹੀਂ ਗੀ, ਕੋਈ ਏਦਾਂ ਦੀ ਚੀਜ਼ ਹੈ ਨਹੀਂ ਗੀ। ਹਾਂ, ਅਸੀਂ ਸਿੱਖੀ ਬਾਰੇ ਗੱਲਾਂ ਜ਼ਰੂਰ ਕਰ ਰਹੇ ਹਾਂ, ਉਹਦੇ ਚ ਮੇਰਾ ਖਿਆਲ ਕਿਤੇ ਲਿਖਿਆ ਨਹੀਂ ਗਿਆ ਵੀ ਤੁਸੀਂ ਸਿਰ ਢੱਕ ਕੇ ਹੀ ਗੱਲਾਂ ਕਰਦੀਆਂ ਹੈਗੀਆਂ। ਤੇ ਨਾਲੇ ਜੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ, ਗਿਆਨੀ ਜੀ ਹੁਣੀ ਸਾਨੂੰ ਸਮਝਾਇਆ ਵੀ ਜਿਹੜੀ ਸਿੱਖੀ, ਜਿਹੜਾ ਦਿਖਾਵਾ ਹੈਗਾ ਆ, ਉਹ ਜਿਹੜੇ 5 ਕੱਕੇ ਪਾਉਂਦੇ ਆ ਜਾਂ ਕੱਛਾ ਪਾਉਂਦੇ, ਉਹ ਸਿੱਖੀ ਨਹੀਂ ਗੀ। ਸਿੱਖੀ ਤੁਹਾਡੇ ਅੰਦਰੋਂ ਹੋਣੀ ਚਾਹੀਦੀ ਆ। ਇਸ ਕਰਕੇ ਉਦਾਂ ਮੈਂ ਮਾਫੀ ਮੰਗਦਾ ਤੁਹਾਡੇ ਤੋਂ। ਵੱਡੇ ਭਰਾ ਹੋ ਤੁਸੀਂ, ਕੋਈ ਨਾ। ਨਹੀਂ ਕੋਈ ਗੱਲ ਨਹੀਂ, ਤੁਹਾਡਾ ਪੁਆਇੰਟ ਰਾਈਟ ਸੀਗਾ। ਸਤਿਕਾਰ ਮੈਂ ਸਮਝਦਾ ਤੁਹਾਡੀ ਗੱਲ। ਆਪਾਂ ਜੋ ਗੱਲ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਆਪ ਵੀ ਕਈ ਵਾਰੀ ਬੈਠੇ ਗੱਲ ਕਰਦੇ ਹੋਗੇ, ਘਰ 'ਚ ਚੁੰਨੀ ਨਹੀਂ ਲਈ ਹੁੰਦੀ, ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਿੱਖੀ ਬਾਰੇ ਗੱਲ ਨਹੀਂ ਕਰ ਸਕਦੇ। ਉਹ ਤਾਂ ਚਲੋ ਠੀਕ ਹੈ ਜੀ, ਠੀਕ ਹੈ ਭਾਈ ਜੀ, ਤੁਹਾਡਾ ਪੁਆਇੰਟ ਵੀ ਨੋਟ ਕਰ ਲਿਆ। ਚਲੋ ਕੋਈ ਨਾ ਛੱਡੋ ਇਸ ਚੀਜ਼ ਨੂੰ। ਕੋਈ ਗੁੱਸੇ ਵਾਲੀ ਗੱਲ ਨਹੀਂ, ਮੈਨੂੰ ਕੋਈ ਗੁੱਸਾ ਨਹੀਂ। ਨਹੀਂ ਜੀ ਕੋਈ। ਹਾਂ, ਕਿ ਤੁਸੀਂ ਸਾਡੇ ਤੋਂ ਬੜੇ, ਤੁਸੀਂ ਪੁਆਇੰਟ ਰੱਖਿਆ, ਮੇਰਾ ਫਰਜ਼ ਬਣਦਾ ਜੀ ਉਹਦਾ ਜਵਾਬ ਦੇਣਾ, ਨਹੀਂ ਤਾਂ ਮੈਨੂੰ ਸਿਰ ਝੁਕਣਾ ਚਾਹੀਦਾ। ਠੀਕ ਹੈ, ਧੰਨਵਾਦ ਜੀ। ਸਾਡੇ ਨਾਲ ਗੁਰਮੁਖ ਸਿੰਘ ਜੀ ਜੁੜੇ ਆ ਜੀ, ਉਹਨਾਂ ਨੇ ਸ਼ਾਇਦ ਕੁਝ ਕਹਿਣਾ ਹੈ, ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਵਿਚਾਰ ਦਿਓ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਫਤਿਹ ਜੀ। ਹਾਂਜੀ, ਮੈਂ ਇੱਕੋ ਐਗਜ਼ਾਮਪਲ ਦੇਣਾ ਸੀ ਜੀ, ਵੀ ਆਪਾਂ ਨੂੰ ਜਿਹੜੀ ਭੈਣ ਜੀ ਨੇ ਗੱਲ ਕੀਤੀ, ਚਲੋ ਉਹਨਾਂ ਦੇ ਮਨ ਨੂੰ ਠੀਕ ਲੱਗੀ ਆ, ਪਰ ਸਾਨੂੰ ਇੱਥੇ ਤਾਂ ਵੀ ਪਤਾ ਵੀ ਸਾਡੇ ਇੱਕ ਕਥਾਕਾਰ ਆਇਆ ਸੀ ਸਾਡੇ ਬੁੱਲ੍ਹ ਗੁਰਦੁਆਰੇ ਵਿੱਚ, ਜਿਹਨੇ ਇੱਥੇ ਤਾਂ ਹੀ ਗੱਲ ਕੀਤੀ ਸੀ ਵੀ ਜਿਹੜਾ ਵੀ ਆਉਂਦਾ ਅੰਦਰ ਕੰਨ ਢੱਕ ਕੇ ਆਵੇ, ਵੀ ਉਹਦੀ ਦਸਤਾਰ ਦੇ ਥੱਲੇ ਕੰਨ ਨਾ ਲੱਗੇ ਹੋਣ। ਹਾਂਜੀ, ਇਹ ਦੇਖੋ ਜੀ, ਆਪਾਂ ਇਸ ਪਾਸੇ ਨੂੰ ਨਾ ਜਾਈਏ ਵੀ ਕਿਹੜੇ ਆਪਾਂ ਇਹਦੇ ਨਾਲ ਗੱਲਾਂ ਕਰਕੇ ਬੰਦਿਆਂ ਨੂੰ। ਉਹਨੇ ਕਿਹਾ ਵੀ ਕਿ ਇੱਕ ਬੱਚੇ ਨੂੰ ਸੀ, ਜਿਹਦੇ ਵਿੱਚ ਬੱਚੇ ਨੂੰ ਬਹੁਤ ਅਪਸੈਟ ਵੀ ਹੋਈ ਤੇ ਕਨਫਿਊਜ਼ਨ ਵੀ ਹੋਈ। ਹਾਂਜੀ, ਤਾਂ ਆਪਾਂ ਇੱਧਰ ਨੂੰ ਨਾ ਚੱਲੀਏ। ਬਾਕੀ ਸਾਰਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਗੁਰਬਾਣੀ ਤਾਂ ਜਿੱਦਾਂ ਗਿਆਨੀ ਜੀ ਵੀ ਕਹਿ ਦੇਣਗੇ ਵੀ ਗੁਰਬਾਣੀ ਤਾਂ ਕਹਿੰਦੀ ਵੀ ਕੰਨ ਖੋਲ ਕੇ ਸੁਣੋ, ਕੰਨ ਖੋਲ ਕੇ ਰੱਖੋ, ਤਾਂ ਹੀ ਤੁਹਾਡੇ ਪੱਲੇ ਪੈਣਾ ਕੁਝ। ਕੰਨ ਢੱਕ ਕੇ ਆਉਂਗੇ ਤਾਂ ਫਿਰ ਤੁਸੀਂ ਬੰਦ ਹੋਇਆ ਤਾਂ ਕੀ ਸੁਣੋਗੇ ਤੁਸੀਂ? ਹਾਂਜੀ ਗਿਆਨੀ ਜੀ, ਤੁਸੀਂ ਰੈਪ ਅਪ ਕਰ ਦਿਓ। ਗਿਆਨੀ ਹਾਂਜੀ, ਵਿਰਕ ਸਾਹਿਬ ਆਏ ਆ, ਮੇਰਾ ਖਿਆਲ ਕੁਝ ਕਹਿਣਾ ਚਾਹੁੰਦੇ। ਤੁਸੀਂ ਕਹਿਣਾ ਕੁਝ? ਤੁਸੀਂ ਆਪਣਾ ਸੁਝਾਅ ਦਿਓ।
ਨੇ ਟਾਈਮ ਬਹੁਤ ਲੰਘ ਗਿਆ ਜੀ, ਮੈਂ ਕੱਲ ਨੂੰ ਕਰਦੇ ਕੋਈ ਇਹਦੇ ਬਾਰੇ ਬੇਸਿਕ ਗੱਲ ਕੱਲ ਨੂੰ ਕਰਾਂਗੇ। ਚਲੋ ਕੋਈ ਕੱਲ ਨੂੰ ਠੀਕ ਹੈ ਜੀ, ਠੀਕ ਹੈ। ਕੋਈ ਨਾ, ਤੁਸੀਂ ਨਾ ਕਲਾਸ ਹੈ, ਕਲਾਸ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਵੀ ਬਹਿਣਾ ਚਾਹੋ ਬਹਿ ਸਕਦੇ ਹੋ। ਸਿਰਫ ਜਦੋਂ ਤੁਹਾਡੀ ਵੀਡੀਓ ਔਨ ਹੋਏ ਉਦੋਂ ਹਿਲਜੁਲ ਨਾ ਕਰੋ, ਤੇ ਜੇ ਤੁਸੀਂ ਆਸੇ-ਪਾਸੇ ਜਾਂਦੇ ਹੋ ਤਾਂ ਆਪਣੀ ਵੀਡੀਓ ਬੰਦ ਕਰ ਦਿਓ। ਬਾਕੀ ਜਿਵੇਂ ਬੈਠੇ ਤੁਸੀਂ ਕੋਈ ਨੋ ਪ੍ਰੋਬਲਮ, ਕੋਈ ਐਸੀ ਗੱਲ ਨਹੀਂ, ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਹੈ ਇੱਥੇ, ਤੇ ਕੋਈ ਗੱਲ ਨਹੀਂ, ਐਵੇਂ ਦੀ ਕੋਈ ਮਤਲਬ ਸ਼ੰਕਾ ਵਾਲੀ ਗੱਲ ਨਹੀਂ ਹੈ। ਠੀਕ ਹੈ ਜੀ, ਠੀਕ ਹੈ ਗਿਆਨੀ ਜੀ, ਧੰਨਵਾਦ। ਇੱਕ ਵਾਰੀ ਫੇਰ ਮੁੜ ਕੇ ਸਾਰਾ ਤੁਹਾਡਾ ਵੀ ਧੰਨਵਾਦ, ਤੇ ਸਾਰੇ ਆਪਣੇ ਸਰੋਤਿਆਂ ਦਾ, ਸਾਰੇ ਸੁਣਨੇ ਵਾਲਿਆਂ ਦਾ, ਦੇਖਣ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਬਹੁਤ ਵਧੀਆ ਵਿਚਾਰਾਂ ਦਿੱਤੀਆਂ, ਅਸੀਂ ਮਤਲਬ ਤੁਹਾਡਾ ਬਹੁਤ ਅਪਰੀਸ਼ੀਏਟ ਕਰਦੇ ਹਾਂ। ਇਸੇ ਤਰ੍ਹਾਂ ਕੱਲ ਨੂੰ ਆਇਓ, ਹੱਸਦੇ ਖੇਲਦੇ ਪਹਿਲੇ 15 ਮਿੰਟ ਆਪਾਂ ਪਹਿਲਾਂ ਹਾਸਾ ਖੇਲਾਂਗੇ, ਫਿਰ ਗਿਆਨੀ ਜੀ ਆ ਕੇ ਸਾਨੂੰ ਸਾਰੀ ਸੋਚ ਦੇਣਗੇ, ਤੇ ਉਹਦੇ ਗਾਹਾਂ ਫਿਰ ਆਪਾਂ ਫਿਰ ਕੱਲ ਨੂੰ ਡਿਸਕਸ ਕਰਾਂਗੇ ਜੀ। ਇੱਥੇ ਬੁਲਾਈਏ ਫਤਿਹ ਜੀ, ਕੱਲ ਨੂੰ 2 ਵਜੇ ਫਿਰ ਸਾਰੇ ਜਣੇ ਪਲੀਜ਼ ਆਇਓ, ਤੇ ਇੱਥੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।